ਸਾਰੇ ਸੰਗਤਾਂ ਦੇ ਮਨਾਂ ਦੇ ਵਿੱਚ ਜੋ 26 ਜਨਵਰੀ ਨੂੰ ਲਾਲ ਕਿਲੇ ਤੇ ਸਾਰੀ ਘਟਨਾ ਵਾਪਰੀ ਉਹਦੇ ਬਾਰੇ ਕਈ ਸਾਰੇ ਸਵਾਲ, ਕਈ ਉਹਦੇ ਜਵਾਬ ਸਾਡੇ ਮਨਾਂ ਦੇ ਵਿੱਚ ਇੱਕ ਇੱਛਾ ਹੈ ਕਿ ਕੀ ਹੋਇਆ, ਕਿਵੇਂ ਹੋਇਆ। ਸੋ ਸਾਡੇ ਨਾਲ ਮਹੰਤ ਜਸਵੀਰ ਦਾਸ ਸਿੰਘ ਜੀ ਮੌਜੂਦ ਨੇ, ਜਿਨ੍ਹਾਂ ਦੇ ਨਾਲ ਅਸੀਂ ਆਪਣੇ ਪਿਛਲੇ ਦੌਰੇ ਦੇ ਵਿੱਚ ਵੀ ਇਹਨਾਂ ਨਾਲ ਗੱਲਬਾਤ ਕੀਤੀ ਸੀ। ਤੇ ਜੋ ਕੱਲ ਸਾਰੀ ਘਟਨਾ ਵਾਪਰੀ ਹੈ ਉਸ ਦੌਰਾਨ ਇਹ ਖੁਦ ਉੱਥੇ ਸਨ। ਸੋ ਆਪਾਂ ਇਹਨਾਂ ਪਾਸੋਂ ਸਾਰਾ ਅੱਖੀ ਡਿੱਠਾ ਹਾਲ ਉਸ ਘਟਨਾ ਦਾ ਸੁਣਦੇ ਹਾਂ ਜੀ। ਸੋ ਮਨ ਜੀ, ਕਿਵੇਂ ਸ਼ੁਰੂਆਤ ਤੋਂ ਇੱਥੋਂ ਲੈ ਕੇ ਉੱਥੋਂ ਤੱਕ ਕਿਵੇਂ ਤੁਸੀਂ ਗਏ ਤੇ ਸਾਰਾ ਘਟਨਾਕ੍ਰਮ ਸਾਨੂੰ ਵਿਸਥਾਰ ਚ ਦੱਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕਾ ਫਤਿਹ। ਜੋ ਸੰਗਤ ਟੈਲੀਵਿਜ਼ਨ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਤਰਫ ਤੋਂ ਮੈਂ ਦੱਸਣਾ ਚਾਹਾਂਗਾ ਜੀ, ਪਿਛਲੇ 46 ਦਿਨਾਂ ਤੋਂ ਮੈਂ ਮਰਨ ਵਰਤ ਤੇ ਬੈਠਾ ਹਾਂ ਸਿੰਘੂ ਬਾਰਡਰ ਤੇ ਜੀ। ਤੇ ਜਦੋਂ ਸਾਡੀ ਜਥੇਬੰਦੀਆਂ ਨੇ ਅਨਾਉਂਸ ਕੀਤਾ ਸੀ ਵੀ ਆਪਾਂ 26 ਜਨਵਰੀ ਨੂੰ ਪਰੇਡ ਕਰਨੀ ਆ, ਉਹ ਬੜਾ ਜੋਸ਼ ਆਇਆ ਸੀ ਵੀ ਹਾਂ ਹੁਣ ਸ਼ਾਇਦ ਇਹ ਜੋ ਕਾਲੀ ਬੋਲੀ ਸਰਕਾਰ ਆ, ਨਹੀਂ ਸਰਕਾਰ ਆ, ਵੀ ਪਰੇਡ ਤੋਂ ਬਾਅਦ ਸਾਡੇ ਜੋ ਮੰਗਾਂ ਆ ਉਹ ਪੂਰੀਆਂ ਹੋ ਜਾਣਗੀਆਂ। ਮੈਂ ਈਵਨ ਕਿ ਪਰੇਡ 'ਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਖੁਦ 3 ਬੋਤਲਾਂ ਗਲੂਕੋਜ਼ ਦੀਆਂ ਲਵਾ ਕੇ ਖੜਾ ਹੋਇਆ ਸੀ, ਕਿਉਂਕਿ ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ, ਬੋਲਿਆ ਵੀ ਨਹੀਂ ਜਾ ਰਿਹਾ ਸੀ। 46 ਦਿਨ ਤੋਂ ਮਰਨ ਵਰਤ ਹੋਣ ਕਰਕੇ ਮੈਂ 3 ਬੋਤਲਾਂ ਲਵਾ ਕੇ ਅਸੀਂ ਇੱਥੋਂ ਟਰੈਕਟਰਾਂ ਤੇ ਬਹਿ ਕੇ ਚੱਲੇ ਹਾਂ ਜੀ। ਜੋ ਕਿ ਸਾਡਾ ਟਾਈਮ ਪਹਿਲਾਂ ਜਥੇਬੰਦੀਆਂ ਨੇ ਜੋ ਲਿਖਿਆ ਸੀ 11 ਵਜੇ ਦਾ ਸੀ, ਪਰ ਇੱਥੋਂ 9:30 ਵਜੇ ਦੇ ਕਰੀਬ ਅਸੀਂ ਸ਼ੁਰੂ ਹੋ ਗਏ ਜਾਣਾ। ਜਦੋਂ ਅਸੀਂ ਸ਼ੁਰੂ ਹੋ ਗਏ ਜੀ, ਅਸੀਂ ਵੀ ਸੋਚਿਆ ਵੀ ਇੰਨੀ ਜਲਦੀ ਕਿਉਂ, ਪਰ ਜਦੋਂ ਇਹ ਬੈਰੀਕੇਡ ਪਹਿਲਾਂ ਤਾਂ ਪੁਲਿਸ ਨੇ 9 ਵਜੇ ਤੱਕ 8:30 ਵਜੇ ਤੱਕ ਬੈਰੀਕੇਡ ਖੋਲੇ ਨਹੀਂ ਸੀ, ਫਿਰ 8:30 ਵਜੇ ਇੱਕੋ ਦਮ ਖੋਲਤੇ। ਸਾਨੂੰ ਵੀ ਥੋੜੀ ਜਿਹੀ ਹੋਈ ਗੱਲ ਵੀ ਯਾਰ ਇੱਕੋ ਦਮ ਕਿਉਂ ਖੋਲ ਦਿੱਤੇ ਗਏ, ਪਰ ਅਸੀਂ ਫਿਰ ਸੋਚਿਆ ਵੀ ਹੋ ਸਕਦਾ ਵੀ 11 ਵਜੇ ਦਾ ਟਾਈਮ ਆ, ਉਸ ਕਰਕੇ ਪੁਲਿਸ ਨੇ ਸੋਚਿਆ ਵੀ ਚਲੋ ਤੁਸੀਂ ਖੋਲ ਦਿਓ, ਸਲੋ ਤਿਆਰੀ ਕਰਨਗੇ। ਸਾਨੂੰ ਨਹੀਂ ਪਤਾ ਸੀ, ਅਸੀਂ ਆਪਦਾ ਤੁਰੇ ਆ। ਅਸੀਂ ਜਦੋਂ ਤੁਰੇ ਸਾਡੇ ਅੱਗੇ ਸੀ ਟਰਾਲੀਆਂ, ਉਸ ਤੋਂ ਅੱਗੇ ਝਾਕੀਆਂ ਸੀ, ਪਰ ਸਾਡੇ ਟਰਾਲੀਆਂ ਤੋਂ ਤੇ ਝਾਕੀਆਂ ਤੋਂ ਅੱਗੇ ਚੰਦ ਕੋਈ ਹੋਰ ਅੱਗੇ ਜਾ ਕੇ ਹੋਰ ਬੰਦੇ ਸ਼ਾਮਲ ਹੋਏ ਜੀ। ਉਹ ਅੱਗੇ ਚੱਲਦੇ ਗਿਆ, ਜਿਵੇਂ ਅੱਗੇ ਹੁੰਦਾ ਗਿਆ ਬੈਰੀਕੇਡ ਲੱਗੇ ਹੋਏ ਸੀ, ਪਰ ਪੁਲਿਸ ਕੁਛ ਨਹੀਂ ਕਰ ਰਹੀ ਸੀਗੀ। ਉਹ ਬੰਦੇ ਜੋ ਅੱਗੇ ਜਾ ਰਹੇ ਸੀਗੇ ਉਹ ਬੈਰੀਕੇਡਾਂ ਨੂੰ ਤੋੜਦੇ ਜਾ ਰਹੇ ਸੀ, ਪੁਲਿਸ ਸਾਈਡ ਤੇ ਹੋ ਜਾਂਦੀ ਸੀਗੀ। ਜੋ ਹੁੱਲੜਬਾਜੀ ਕੀਤੀ ਉਹਨਾਂ ਨੇ ਕੀਤੀ ਜੀ, ਪਰ ਪੁਲਿਸ ਉੱਥੇ ਕੋਈ ਵਿਰੋਧ ਨਹੀਂ ਕਰ ਰਹੀ ਸੀ। ਸਾਨੂੰ ਵੀ ਦੇਖ ਕੇ ਬੜੀ ਹੈਰਾਨੀ ਹੋ ਰਹੀ ਸੀਗੀ ਵੀ ਪੁਲਿਸ ਨੇ ਫਿਰ ਜੇ ਕੁਝ ਕਹਿਣਾ ਨਹੀਂ, ਰੋਕਣਾ ਨਹੀਂ, ਤੇ ਫਿਰ ਇਹਨਾਂ ਨੇ ਇਹ ਚੀਜ਼ ਕੀਤੀ ਕਾਹਦੇ ਲਈ ਸੀਗੀ। ਬਸ ਉਹ ਤਾਂ ਆਪਣੇ ਕੰਨਿਓ ਖਾਣਾ ਪੂਰਤੀ ਕਰ ਰਹੇ ਸੀਗੇ, ਆਪਣਾ ਅਥਰੂ ਗੈਸ ਦੇ ਗੋਲੇ ਚਲਾ ਕੇ। ਕੋਈ ਵਾਟਰ ਕੈਨਨ ਨਹੀਂ ਕੀਤਾ, ਕੁਛ ਨਹੀਂ, ਸਿਰਫ ਅਥਰੂ ਗੈਸ ਦੇ ਗੋਲੇ ਚਲਾ ਕੇ ਉਹਨਾਂ ਨੇ ਸਾਡੇ ਪੁਲਿਸ ਵਾਲਿਆਂ ਨੇ ਕਈ ਸਾਡੇ ਨਿਹੰਗਾ ਸਿੰਘਾਂ ਵੀਰਾਂ ਦੇ ਘੋੜੇ ਵੀ ਸ਼ਹੀਦ ਕਰਤੇ, ਪਰ ਉਹ ਆਪਦੀ ਖਾਣਾ ਪੂਰਤੀ ਕਰ ਰਹੇ ਸੀ, ਹੋਰ ਕੁਛ ਨਹੀਂ ਕਰ ਰਹੇ ਸੀਗੇ। ਉਹ ਵਧਾਉਂਦੇ ਅੱਗੇ ਅਸੀਂ ਜਦੋਂ ਪਹੁੰਚ ਗਏ ਕਰਨਾਲ ਰੋਡ ਤੇ, ਉੱਥੇ ਕਾਫੀ ਪੁਲਿਸ ਦਾ ਧਮਧਮਾ ਜੀ। ਉੱਥੇ ਵੀ ਇਹੀ ਗੱਲ ਵੀ ਪੁਲਿਸ ਸਾਈਡ ਤੇ ਬੈਰੀਕੇਡ ਕੀਤੇ ਹੋਏ, ਉਹ ਜੋ ਅੱਗੇ ਜਾ ਰਹੇ ਸੀ ਬੰਦੇ ਉਹਨਾਂ ਨੇ ਬੈਰੀਕੇਡ ਸਾਈਡ ਤੇ ਕੀਤੇ। ਸਾਨੂੰ ਲੱਗਿਆ ਵੀ ਇਹ ਅੱਗੇ ਜੋ ਜਾ ਰਹੇ ਨੇ ਇਹ ਸਾਡੇ ਵਲੰਟੀਅਰ ਹੋਣਗੇ, ਇਸ ਕਰਕੇ ਅੱਗੇ ਜਾ ਰਹੇ ਨੇ, ਸਾਫ਼ ਕਰਾਉਂਦੇ ਜਾ ਰਹੇ ਨੇ ਵੀ ਪੁਲਿਸ ਰੋਕ ਰਹੀ ਹੋਊਗੀ ਤਾਂ, ਪਰ ਪੁਲਿਸ ਸਾਈਡ ਤੇ ਸੀ। ਅਸੀਂ ਉੱਥੋਂ ਕਰਨਾਲ ਬਾਈਪਾਸ ਤੋਂ ਹੁੰਦੇ ਹੋਏ ਜਿੱਥੇ ਦਿੱਲੀ ਦੇ ਵਿੱਚ ਐਂਟਰ ਕਰੀਦੇ ਆ, ਉੱਥੋਂ ਪੁਲ ਚੜ੍ਹ ਕੇ ਅਸੀਂ ਰਿੰਗ ਰੋਡ ਪੈ ਗਏ ਆ ਜੀ। ਰਿੰਗ ਰੋਡ ਪੈ ਕੇ ਜਦੋਂ ਅਸੀਂ ISBT ਕੋਲੇ ਪਹੁੰਚ ਗਏ ਤਾਂ ਸਾਨੂੰ ਹੋਇਆ ਵੀ ਹੁਣ ਇੱਥੋਂ ਵਾਪਸ ਮੁੜ ਲਾਂਗੇ, ਕਿਉਂਕਿ ਹੁਣ ਇਹ ਅਸੀਂ ਰਿੰਗ ਰੋਡ ਤੇ ਆ ਹੀ ਗਏ ਆ। ਪਰ ISBT ਤੋਂ ਅੱਗੇ ਜਦੋਂ ਚਲੇ ਗਏ ਉਦੋਂ ਸਾਨੂੰ ਵੀ ਥੋੜੀ ਜਿਹੀ ਹੈਰਾਨੀ ਹੋਈ ਵੀ ਇਹ ਕੀ ਗੱਲ, ਆਪਾਂ ਨੂੰ ਇੱਥੋਂ ਮੁੜਨਾ ਚਾਹੀਦਾ ਸੀਗਾ, ਪਰ ਆਪਾਂ ਮੁੜੇ ਕਿਉਂ ਨਹੀਂ ਵਾਪਸ। ਚਲੋ ਜਿਵੇਂ ਕਾਫਲਾ ਚੱਲਦਾ ਜਾ ਰਿਹਾ ਸੀ, ਕਿਉਂਕਿ ਕਾਫਲਾ ਐਡਾ ਵੱਡਾ ਸੀ ਵੀ ਉਹਦੇ ਵਿੱਚੋਂ ਪਾਸੇ ਹੋ ਨਹੀਂ ਸਕਦੇ ਸੀਗੇ। ਜਿਵੇਂ ਕਾਫਲਾ ਚੱਲਦਾ ਜਾ ਰਿਹਾ ਸੀ ਅਸੀਂ ਨਾਲ ਚੱਲਦੇ ਗਏ ਜੀ। ਉਹ ਅੱਗੇ ਜਾ ਕੇ ਦੇਖਿਆ ਵੀ ਜਦੋਂ ਆਪਣਾ ਰਾਜਘਾਟ ਦੇ ਬੈਕ ਸਾਈਡ ਨੂੰ ਜਿਹੜੀ ਰੋਡ ਜਾਂਦੀ ਆ, ਉਧਰ ਨੂੰ ਟਰਨ ਕਰਨ ਦੀ ਬਜਾਏ ਲਾਲ ਕਿਲੇ ਨੂੰ ਟਰਨ ਕਰ ਰਹੇ ਆ ਸਾਰੇ। ਅਸੀਂ ਜਦੋਂ ਦੇਖਿਆ ਉੱਥੇ ਟਰਨ ਕੀਤਾ, ਅਸੀਂ ਆਖਿਆ ਵੀ ਹੋ ਸਕਦਾ ਵੀ ਇੱਥੋਂ ਸ਼ਾਇਦ ਅੰਦਰ ਦੀ ਕੋਈ ਰੂਟ ਬਣਾਇਆ ਹੋਵੇ ਪੁਲਿਸ ਨੇ, ਉਧਰ ਦੀ ਜਾਵਾਂਗੇ। ਪਰ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਲਾਲ ਕਿਲੇ ਤੇ, ਪੁਲਿਸ ਨੇ ਸਾਨੂੰ ਰੋਕਤਾ। ਅਸੀਂ ਆਖਿਆ ਇਹ ਕੀ ਗੱਲ ਵੀ ਇੱਥੇ ਸਾਨੂੰ ਰੋਕਤਾ, ਹੁਣ ਕੀ ਗੱਲ। ਉਹ ਸਾਨੂੰ ਪੁਲਿਸ ਵਾਲੇ ਆਪ ਹੀ ਕਹਿਣ ਲੱਗ ਗਏ ਜੀ ਤੁਸੀਂ ਜਾਓ, ਪੈਦਲ ਜਾਓ। ਅਸੀਂ ਆਖਿਆ ਕਿਵੇਂ ਵੀ ਪੈਦਲ ਜਾਓ, ਇਹ ਆਪ ਹੀ ਕਿਉਂ ਕਹਿ ਜਾ ਰਹੇ ਨੇ। ਅਸੀਂ ਦੇਖਿਆ ਜਦੋਂ ਜਾ ਕੇ ਜੀ ਅੱਗੇ ਉੱਥੇ ਲਾਲ ਕਿਲੇ ਤੇ ਲੋਕ ਖੜੇ ਹੋਏ ਸਨ,
ਤੇ ਤੁਹਾਨੂੰ ਉੱਥੇ ਰੋਕਿਆ ਨਹੀਂ ਕਿਸੇ ਨੇ? ਕਿਉਂਕਿ ਸਾਡਾ ਜਿਹੜਾ ਤਜਰਬਾ ਦੱਸਦਾ ਕਿ ਲਾਲ ਕਿਲੇ ਤੇ ਕੋਈ ਆਮ ਦਿਨਾਂ 'ਚ ਵੀ ਨਹੀਂ ਕੋਈ ਜਾ ਸਕਦਾ ਉੱਥੇ। ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ, ਸਾਨੂੰ ਉੱਥੇ ਕਿਸੇ ਨੇ ਨਹੀਂ ਰੋਕਿਆ। ਅਸੀਂ ਇਹ ਪੁੱਛਣਾ ਚਾਹਾਂਗੇ ਵੀ ਸਾਨੂੰ ਅੱਜ ਇਹਨਾਂ ਨੇ ਜੋ ਗੋਦੀ ਮੀਡੀਆ ਨੇ ਪ੍ਰੈਜ਼ੈਂਟ ਕੀਤਾ, ਅਸੀਂ ਖੁਦ ਦੇਸ਼ ਭਗਤ ਪਰਿਵਾਰਾਂ ਚੋਂ, ਸਾਡੇ ਬਜ਼ੁਰਗਾਂ ਨੇ ਦੇਸ਼ ਲਈ ਬਲੀਦਾਨ ਦਿੱਤੇ ਨੇ, ਲੜਾਈਆਂ ਲੜੀਆਂ ਨੇ ਕਾਲੇ ਦੌਰਾਂ ਦੇ ਵਿੱਚ। ਦਰਸ਼ਨ ਸਿੰਘ ਫੇਰੂਮਾਨ ਜੀ ਨੇ 74 ਦਿਨਾਂ ਦਾ ਮਰਨ ਵਰਤ ਰੱਖ ਕੇ ਸ਼ਹੀਦ ਹੋਏ ਨੇ। ਇਹ ਜੋ ਅਸੀਂ ਜਦੋਂ ਅੱਗੇ ਗਏ ਜੀ, ਅਸੀਂ ਜਾ ਕੇ ਇੰਡੀਆ ਲਾਲ ਕਿਲੇ ਦੇ ਗੇਟ ਦੇ ਥੱਲੇ ਜਿੱਥੇ ਆਮ ਪਬਲਿਕ ਬਹਿੰਦੀ ਆ, ਜਦੋਂ ਬੱਚਿਆਂ ਦੀ ਪਰੇਡ ਹੁੰਦੀ ਆ, ਬੱਚੇ ਪੀਟੀ ਕਰਦੇ ਆ, ਅਸੀਂ ਉੱਥੇ ਖੜੇ ਸੀ। ਸਾਨੂੰ ਉੱਥੇ ਹੋਰ ਬੰਦੇ ਆਏ, ਕਹਿੰਦੇ ਜੀ ਤੁਹਾਡੇ ਲਈ ਅੰਦਰਲਾ ਗੇਟ ਖੁੱਲਾ, ਤੁਸੀਂ ਅੰਦਰ ਜਾਓ। ਜਦੋਂ ਮੈਂ ਆਖਿਆ ਅੰਦਰਲਾ ਗੇਟ ਖੁੱਲਾ, ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਇਹ ਹਾਈ ਸਿਕਿਉਰਿਟੀ ਏਰੀਆ, ਹਾਈ ਸਿਕਿਉਰਿਟੀ ਜ਼ੋਨ ਆਏ, ਇੱਥੇ ਅੰਦਰ ਕਿਵੇਂ ਜਾ ਸਕਦੇ ਆ? ਮੇਰੇ ਮਾਈਂਡ 'ਚ ਵੀ ਆਈ ਗੱਲ, ਉਹ ਵੀ 26 ਜਨਵਰੀ ਨੂੰ। ਹਾਂਜੀ, ਮੇਰੇ ਮਾਈਂਡ 'ਚ। ਵੇਖੋ ਸੰਗਤ ਜੀ, ਜਿਸ ਗੱਲ ਤੇ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਦਿਵਾਉਣਾ ਚਾਹੁੰਦਾ, ਕਿਉਂਕਿ ਸਾਨੂੰ ਵੀ ਇਸ ਗੱਲ ਨੂੰ ਲੈ ਕੇ ਕਾਫੀ ਮਨ ਦੇ ਵਿੱਚ ਕਈ ਸਵਾਲ ਸੀ। ਅਸੀਂ ਕੱਲ ਟਿਕਰੀ ਬਾਰਡਰ ਵੱਲ ਗਏ ਹੋਏ ਸੀ ਤੇ ਇੱਧਰ ਦਾ ਸਾਰਾ ਘਟਨਾਕ੍ਰਮ ਜਿਹੜਾ ਖੈਰ ਅਸੀਂ ਖੁਦ ਅੱਖੀਂ ਨਹੀਂ ਵੇਖਿਆ, ਇਸੇ ਵਾਸਤੇ ਕੁਝ ਇਹਨਾਂ ਲੋਕਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਉਸ ਹਾਈ ਸਿਕਿਉਰਿਟੀ ਜ਼ੋਨ ਨੂੰ ਤੇ ਉਹ ਵੀ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਅੰਦਰ ਕਿਵੇਂ ਜਾਣ ਦਿੱਤਾ ਗਿਆ, ਮੈਨੂੰ ਇਹ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ। ਕਿਉਂਕਿ ਉੱਥੇ ਤਾਂ ਆਮ ਦਿਨਾਂ 'ਚ ਵੀ ਅਸੀਂ ਖੁਦ ਕਈ ਵਾਰੀ ਕੋਸ਼ਿਸ਼ ਕੀਤੀ ਕਿ ਅਸੀਂ ਅੰਦਰ ਜਾ ਕੇ ਕੁਝ ਕਰੀਏ, ਕਵਰ ਕਰੀਏ ਜਾਂ ਕਿ ਦੇਖੀਏ ਹੀ। ਸੋ ਉੱਥੇ ਉਸ ਏਰੀਏ 'ਚ ਤਾਂ ਦੇਖਣ ਵਾਸਤੇ ਵੀ ਨਹੀਂ ਜਾਣ ਦਿੱਤਾ ਜਾਂਦਾ। ਤੇ ਇਹ ਇੰਨਾ ਵੱਡਾ ਇਕੱਠ, ਇੰਨੇ ਅੰਦਰ ਕਿਵੇਂ ਚਲੇ ਗਏ ਸਾਰੇ ਲੋਕ, ਇਹ ਸਭ ਤੋਂ ਵੱਡਾ ਇੱਕ ਸਵਾਲ ਹੈ। ਹਾਂਜੀ, ਉਹੀ ਜੀ, ਜਦੋਂ ਅਸੀਂ ਦੇਖਿਆ ਜਾ ਕੇ ਅੱਗੇ, ਉਹ ਗੇਟ ਖੁੱਲੇ ਹੋਏ ਸੀ ਜੀ। ਮੈਂ ਖੁਦ ਹੈਰਾਨ ਹੋ ਗਿਆ, ਮੈਂ ਕਿਹਾ ਇਹ ਇੰਨਾ ਹਾਈ ਸਿਕਿਉਰਿਟੀ ਜ਼ੋਨ, ਇਹ ਗੇਟ ਕਿਵੇਂ ਖੋਲ ਰੱਖੇ ਨੇ ਇਹਨਾਂ ਨੇ? ਉਦੋਂ ਮੇਰੇ ਮਾਈਂਡ 'ਚ ਆਈ, ਮੈਂ ਕਿਹਾ ਜੀ ਇਹ ਕੋਈ ਨਾ ਕੋਈ ਇੱਥੇ ਸਰਕਾਰ ਦੀ ਮਿਲੀ ਭਗਤ ਹੋਊ ਕਿਸੇ ਨਾਲ, ਕੋਈ ਨਾ ਕੋਈ ਗੱਲ ਹੈ ਵੀ ਆਮ ਪਬਲਿਕ ਜਦੋਂ ਆਉਂਦੀ ਆ ਉਹਨਾਂ ਨੂੰ ਤਾਂ ਗੇਟ ਬੰਦ ਕਰਕੇ ਕਹਿ ਦਿੰਦੇ ਜੀ ਬਾਹਰ ਖੜੋ ਤੁਸੀਂ। ਹੁਣ ਇਹ ਸਾਡੀ ਜਨਤਾ ਆਮ ਪਬਲਿਕ ਆਈ ਹੈ ਤੇ ਅੱਜ ਇਹਨਾਂ ਲਈ ਗੇਟ ਖੋਲਤੇ ਆ, ਉਹ ਵੀ 26 ਜਨਵਰੀ ਵਾਲੇ ਦਿਨ। ਤੇ ਇੱਕ ਸਾਈਡ ਤੇ ਝਾਕੀਆਂ ਲੱਗੀਆਂ ਹੋਈਆਂ ਜੋ ਇੰਡੀਆ ਗੇਟ ਤੋਂ ਹੋ ਕੇ ਆ ਰਹੀਆਂ ਸੀਗੀਆਂ, ਦੂਜੀ ਸਾਈਡ ਤੇ ਪਬਲਿਕ ਸੀ ਜੀ। ਅਸੀਂ ਦੇਖਿਆ, ਅਸੀਂ ਉੱਪਰ ਦੇਖਿਆ ਜੀ ਜਾ ਕੇ, ਜਦੋਂ ਥੱਲੇ ਕੁਝ ਵੀ ਨਹੀਂ ਸੀ, ਸਾਰੇ ਸ਼ਾਂਤਮਈ ਸੀ ਜੀ, ਉੱਥੇ ਕੁਝ ਨਹੀਂ ਹੋ ਰਿਹਾ ਸੀ। ਉੱਥੇ ਜਦੋਂ ਇਹਨਾਂ ਨੇ ਕਿਹਾ, ਪੁਲਿਸ ਨਾਲ ਗੱਲ ਕੀਤੀ, ਪੁਲਿਸ ਵਾਲੇ ਕਹਿੰਦੇ ਜਾਓ ਜੀ ਜਾਓ, ਤੁਸੀਂ ਜਾਓ ਉੱਪਰ ਜਾਓ, ਤੁਸੀਂ ਤਿਰੰਗਾ ਚੜਾਉਣਾ ਚੜਾਓ, ਤੁਸੀਂ ਝੰਡਾ ਚੜਾਉਣਾ ਚੜਾਓ, ਕੋਈ ਨਹੀਂ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਸ਼ਾਂਤਮਈ ਤਰੀਕੇ ਨਾਲ ਜਾਓ 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 ਤੁਸੀਂ। ਪੁਲਿਸ ਖੁਦ ਭੇਜ ਰਹੀ ਸੀ ਜੀ। ਅੱਛਾ, ਅਸੀਂ ਵੀ ਵੇਖ ਕੇ ਸਾਡੇ ਮਾਈਂਡ 'ਚ ਵੀ ਆਇਆ ਵੀ ਇਹ ਕੀ ਗੱਲਾਂ ਬਈ, ਪੁਲਿਸ ਖੁਦ ਕਿਉਂ ਭੇਜ ਰਹੀ ਆ? ਅਸੀਂ ਆਖਿਆ ਸ਼ਾਇਦ ਕਿਤੇ ਇਹਨਾਂ ਦੇ ਹੋਵੇ ਵੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ, ਚਲੋ ਕੋਈ ਨਹੀਂ ਭੇਜ ਦਿਓ। ਅਸੀਂ ਖੁਦ ਹੈਰਾਨ, ਅਸੀਂ ਚਲੋ ਦੇਖਿਆ ਜੀ। ਉਸ ਤੋਂ ਬਾਅਦ ਕੀ ਹੁੰਦਾ ਜੀ, ਅੰਦਰਲੀ ਸਾਈਡ ਕੁਛ ਚੰਦ ਬੰਦੇ ਸੀ ਜਿਹੜੇ ਉੱਪਰੋਂ ਸੀੜੀਆਂ ਚੜਨ ਦੀ ਬਜਾਏ ਜਿੱਧਰ ਆਰਮੀ ਕੈਂਟ ਏਰੀਆ ਉਧਰਲੇ ਪਾਸੇ ਨੂੰ ਗੇਟ ਲੱਗਿਆ ਸੀ, ਉੱਥੇ ਖੜੇ ਸੀਗੇ। ਜਦੋਂ ਉੱਥੇ ਖੜੇ ਸੀ, ਅੰਦਰੋਂ ਪੁਲਿਸ ਵਾਲੇ ਨਿਕਲ ਕੇ ਆਏ ਜੀ ਬੈਕ ਚੋਂ, ਤਕਰੀਬਨ ਕੋਈ ਹੋਣਗੇ 40-50 ਪੁਲਿਸ ਵਾਲੇ। ਉਹਨਾਂ ਨੇ ਆਉਂਦੇ ਸਾਰੀ ਲਾਠੀਚਾਰਜ ਸ਼ੁਰੂ ਕੀਤਾ। ਉਧਰੋਂ ਜਦੋਂ ਇਧਰੋਂ ਸਾਡੇ ਵੀਰਾਂ ਤੇ ਲਾਠੀਚਾਰਜ ਸ਼ੁਰੂ ਕੀਤਾ, ਸਾਡੇ ਵੀਰਾਂ ਨੇ ਵੀ ਫਿਰ ਅੱਗੋਂ ਜਵਾਬ ਦਿੱਤਾ। ਜਦੋਂ ਅਸੀਂ ਦੇਖਿਆ ਉੱਥੇ ਫਿਰ ਇਹ ਗੱਲ, ਮਾਹੌਲ ਹੀ ਬਦਲ ਗਿਆ ਜੀ, ਲੜਾਈ ਝਗੜੇ ਵਾਲਾ ਹੋ ਗਿਆ। ਅਸੀਂ ਵਿੱਚ ਜਾ ਕੇ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਤੁਹਾਡੇ ਕੋਲ ਲੈਣਾ ਚਾਹਾਂਗਾ ਕਿ ਜਿਹੜੇ ਝੰਡੇ ਜਿਹੜੇ ਚੜਾਏ ਗਏ ਉੱਥੇ, ਕੇਸਰੀ ਝੰਡਾ ਜਿਹੜਾ ਆਪਣਾ ਲੰਗਰਾਂ ਦਾ ਝੰਡਾ ਲਾ ਲਈਏ ਜਾਂ ਖਾਲਸੇ ਦਾ ਝੰਡਾ ਲਾ ਲਈਏ ਤੇ ਕਿਸਾਨੀ ਦਾ ਝੰਡਾ, ਦੋ ਝੰਡੇ ਜਿਹੜੇ ਉੱਥੇ ਚੜੇ ਨੇ, ਉਹ ਪਹਿਲਾਂ ਚੜ ਚੁੱਕੇ ਸੀ ਇਸ ਲਾਠੀ ਚਾਰਜ ਤੋਂ? ਹਾਂਜੀ, ਉਹ ਸਾਡੇ ਜਾਣ ਤੋਂ ਪਹਿਲਾਂ ਚੜ ਚੁੱਕੇ ਸੀ। ਅੱਛਾ, ਉਹ ਸਾਡੇ ਜਾਣ ਤੋਂ ਪਹਿਲਾਂ ਚੜ ਚੁੱਕੇ ਸੀ। ਉੱਥੇ ਕੋਈ ਖਾਲਿਸਤਾਨ ਦਾ ਝੰਡਾ ਨਹੀਂ ਚੜਿਆ ਸੀ ਉਸ ਟਾਈਮ ਤੱਕ। ਉੱਥੇ ਸਿਰਫ ਤੇ ਸਿਰਫ ਤਿਰੰਗਾ ਝੰਡਾ ਸੀ, ਸਾਡੇ ਯੂਨੀਅਨ ਦੇ ਝੰਡੇ ਚੜੇ ਸੀ ਜੋ, ਤੇ ਨਾਲ ਸਾਡੇ ਜੋ ਆਪਣਾ ਖੰਡਾ ਸਾਹਿਬ ਹੁੰਦਾ, ਆਪਣਾ ਨਿਸ਼ਾਨ ਸਾਹਿਬ, ਖਾਲਸੇ ਵਾਲਾ ਨਿਸ਼ਾਨ ਸਾਹਿਬ ਹੁੰਦਾ, ਉਹ ਝੰਡਾ ਚੜਿਆ ਹੋਇਆ ਸੀ। ਇਹ ਮੀਡੀਆ ਜੋ ਦਿਖਾ ਰਿਹਾ ਖਾਲਿਸਤਾਨੀ ਝੰਡਾ ਸੀ ਜਾਂ ਉਹ ਸੀ ਜੀ, ਜਾਂ ਕੋਈ ਝੰਡਾ ਨਹੀਂ ਸੀ ਜੀ ਉੱਥੇ। ਇਹ ਤਾਂ ਜਾਣ ਕੇ ਗੋਦੀ ਮੀਡੀਆ ਆਪਦੇ ਮੋਦੀ ਨੂੰ ਖੁਸ਼ ਕਰਨ ਲਈ ਇਹ ਚੀਜ਼ਾਂ ਦਿਖਾ ਰਿਹਾ ਹੈਗਾ। ਉੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਜੀ। ਇਹ ਤਾਂ ਪੁਲਿਸ ਅੰਦਰੋਂ ਨਿਕਲ ਕੇ ਆਈ ਉਹਨਾਂ ਵੀਰਾਂ ਭਰਾਵਾਂ ਤੇ ਜਦੋਂ ਉਹਨਾਂ ਨੇ ਅਟੈਕ ਕੀਤਾ, ਤੇ ਇਧਰੋਂ ਜਦੋਂ ਉਹਨਾਂ ਨੇ ਆਪਦੇ ਕੀ ਦੇਖਿਆ। ਇਹ ਜਿਹੜਾ ਅਟੈਕ ਵਾਲੀ ਗੱਲ ਹੈ, ਉਸ ਝੰਡਾ ਜਿੱਥੇ ਚੜਾਇਆ ਗਿਆ ਉਸ ਤੋਂ ਥੱਲੇ ਆ ਕੇ? ਥੱਲੇ ਜੀ, ਥੱਲੇ ਜੀ, ਥੱਲੇ, ਉੱਪਰ ਨਹੀਂ, ਥੱਲੇ ਹੋਇਆ ਇਹ। ਉਸ ਤੋਂ ਬਾਅਦ ਅਸੀਂ ਵੀ ਉੱਤਰੋਂ ਦੇਖਿਆ ਵੀ ਇਹ ਕੀ ਹੋ ਕੀ ਗਿਆ। ਅਸੀਂ ਆਪ ਭੱਜ ਕੇ ਅੰਦਰ ਆ ਕੇ ਉੱਥੇ ਅਸੀਂ ਉਹਨਾਂ ਨੂੰ ਰੋਕਣ ਦੀ ਸਭ ਨੂੰ ਕੋਸ਼ਿਸ਼ ਕੀਤੀ, ਈਵਨ ਕਿ ਅਸੀਂ ਪੁਲਿਸ ਵਾਲਿਆਂ ਨੂੰ ਵੀ ਬਚਾਇਆ, ਅਸੀਂ ਆਪਦੇ ਭਰਾਵਾਂ ਨੂੰ ਵੀ ਬਚਾਇਆ। ਉੱਥੇ ਅਸੀਂ ਸ਼ਾਂਤ ਕੀਤਾ ਮਾਹੌਲ, ਅਸੀਂ ਮਾਹੌਲ ਸ਼ਾਂਤ ਕਰਕੇ ਉਨੀ ਦੇਰ 'ਚ ਅਸੀਂ ਪੁਲਿਸ ਵਾਲੇ ਵੀਰਾਂ ਨੂੰ ਕਿਹਾ ਵੀ ਤੁਸੀਂ ਅੰਦਰ ਜਾਓ ਜੀ। ਅਸੀਂ ਆਪਦੇ ਵੀਰਾਂ ਨੂੰ ਕਿਹਾ ਵੀ ਆਪਾਂ ਬਾਹਰ ਆਓ, ਆਪਾਂ ਇੱਥੇ ਸ਼ਾਂਤਮਈ ਤਰੀਕੇ ਨਾਲ ਰਹਿਣਾ। ਸਭ ਕੁਝ ਸ਼ਾਂਤਮਈ ਤਰੀਕੇ ਨਾਲ ਸੀ ਜੀ।
ਇੰਨੀ ਦੇਰ 'ਚ ਹੀ ਇਹ ਨਹੀਂ ਪਤਾ ਲੱਗਿਆ ਵੀ ਕਿੱਥੋਂ ਗੋਲੀ ਚੱਲੀ ਆ। ਅੱਛਾ ਜੀ, 3 ਗੋਲੀਆਂ ਚੱਲੀਆਂ ਜੀ। ਤਾਂ ਤੁਸੀਂ ਉਹਦੀ ਆਵਾਜ਼ ਸੁਣੀ ਤਿੰਨਾਂ ਗੋਲੀਆਂ ਦੀ? ਆਵਾਜ਼ ਸੁਣੀ ਜੀ। ਉਦੋਂ ਤੁਸੀਂ ਕਿੱਥੇ ਸੀਗੇ ਉਸ ਵੇਲੇ? ਉਸੇ ਜਗ੍ਹਾ ਤੇ ਜਿੱਥੇ ਆਪਣੀਆਂ ਸੀੜੀਆਂ ਉਤਰਦੀਆਂ ਜੀ। ਅੱਛਾ, ਤੁਸੀਂ ਸੀੜੀਆਂ ਉੱਤਰ ਕੇ ਥੱਲੇ ਆ ਗਏ ਸੀ? ਨਹੀਂ, ਅਸੀਂ ਉਹ ਥੱਲੇ ਸੀੜੀਆਂ ਅੱਛਾ, ਤੁਸੀਂ ਉੱਥੇ ਹੀ ਖੜੇ ਸੀਗੇ? ਉੱਥੇ ਹੀ ਖੜੇ ਸੀ ਕਿਉਂਕਿ ਅਸੀਂ ਸਾਰੇ ਉਸ ਵੇਲੇ ਤੱਕ ਮਾਹੌਲ ਕੀ ਸੀਗਾ? ਸ਼ਾਂਤ ਸੀ ਜੀ, ਸ਼ਾਂਤ ਸੀ। ਉਦੋਂ ਸਿਰਫ ਲੜਾਈ ਝਗੜਾ ਉੱਠਿਆ ਸੀਗਾ। ਅੱਛਾ। ਉਹ ਜਦੋਂ ਪੁਲਿਸ ਵਾਲੇ ਅੰਦਰ ਚਲੇ ਗਏ, ਆਪਣੇ ਵੀਰ ਇੱਧਰ ਆ ਗਏ, ਸ਼ਾਂਤ ਹੋ ਗਏ ਜੀ। ਅੱਛਾ। ਸਾਰਾ ਮਾਹੌਲ ਸ਼ਾਂਤ ਹੋ ਗਿਆ ਦੁਬਾਰਾ। ਪਰ ਜਦੋਂ ਗੋਲੀਆਂ ਦੀ ਆਵਾਜ਼ ਆਈ ਤੇ ਅਸੀਂ ਆਖਿਆ ਯਾਰ ਇਹ ਕੀ ਹੋ ਗਿਆ, ਇਹ ਕਿਹਨੇ ਚਲਾਏ ਹੋਏ। ਅਸੀਂ ਜਦੋਂ ਭੱਜ ਕੇ ਦੇਖਿਆ ਜਾ ਕੇ ਉੱਥੇ ਕੋਈ ਪੁਲਿਸ ਵਾਲੇ ਨੂੰ ਆਪਣੇ ਵੀਰ ਜਿਹੜੇ ਕਿਸੇ ਦੇ ਨਿਕਲ ਗਏ ਇੱਥੋਂ ਜੀ, ਉਹ ਹੋਇਆ। ਪੁਲਿਸ ਵਾਲੇ ਭੱਜ ਰਹੇ ਸੀਗੇ, ਪੁਲਿਸ ਵਾਲੇ ਕਹੇ ਚਲੋ ਚਲੋ। ਅਸੀਂ ਵੀ ਦੇਖਿਆ ਹੀ, ਆਖਿਆ ਯਾਰ ਹੁਣ ਕੀ ਹੋ ਰਿਹਾ। ਉਨੀ ਦੇਰ ਚ ਉੱਥੇ ਇਹੋ ਜੀ ਹੁੱਲੜ ਮੱਲੜੀ ਬੱਚੀ ਵੀ ਉੱਥੇ ਗੱਲ ਹੀ ਕੁਝ ਹੋਰ ਦਿਖਾਤੀ ਜੀ ਇਹਨਾਂ ਨੇ। ਉੱਥੇ ਦਿਖਾਤਾ ਵੀ ਐ ਖਾਲਿਸਤਾਨੀ ਜੀ, ਐ ਜੀ ਐ ਜੀ। ਉੱਥੇ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਵੀ ਉਹ ਗੋਲੀ ਕਿਹੜੇ ਪੁਲਿਸ ਵਾਲੇ ਨੇ ਚਲਾਈ ਆ। ਸਾਨੂੰ ਇਹ ਤਾਂ ਦੱਸਣਾ ਚਾਹੀਦਾ ਸਾਡੇ ਵੀਰਾਂ ਕੋਲੇ ਕਿਹੜੇ ਕੋਲੇ ਹਥਿਆਰ ਸੀਗੇ ਜਿਹੜੇ ਸਾਨੂੰ ਕਹਿ ਰਿਹਾ, ਕਿਉਂਕਿ ਇੰਨੀ ਸਿਕਿਉਰਿਟੀ ਜ਼ੋਨ ਚ ਕੀ ਮਾਹੌਲ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਹੁਣ ਮੀਡੀਆ ਗੋਦੀ ਮੀਡੀਆ ਚ ਗੱਲ ਆ ਰਹੀ ਹੈ ਵੀ ਖਾਲਿਸਤਾਨੀ, ਉੱਥੇ ਤੁਹਾਨੂੰ ਲੱਗਿਆ ਤੁਸੀਂ ਉਹ ਸਾਰੇ ਸਮੇਂ ਦੇ ਵਿੱਚ ਉੱਥੇ ਸੀ? ਮੈਂ ਦੇਖਿਆ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਰੋਕ ਰਹੇ ਸੀ, ਉਹ ਇੱਕ ਕੋ ਡੰਡਾ ਮਾਰ ਰਿਹਾ ਸੀ ਸਟੀਲ ਦਾ, ਸਟੈਂਡ ਜਾਂ ਚੁੱਕ ਕੇ ਮਾਰਿਆ ਸੀ, ਤੁਸੀਂ ਉਹਨੂੰ ਰੋਕਿਆ? ਮੈਂ ਉਹੀ ਦੱਸਣਾ, ਜਦੋਂ ਉੱਥੇ ਜਿਹੜਾ ਆਪਣਾ ਬੈਰੀਕੇਡ ਕੀਤਾ ਹੁੰਦਾ ਨਾ ਜੀ, ਆਪਣਾ ਆਰਟੀਫੀਸ਼ੀਅਲ ਬੈਰੀਕੇਡ ਬਣਾਇਆ ਹੋਇਆ ਸੀ, ਉਹ ਜਿਹੜਾ ਚੇਨ ਜੀ ਵਾਲਾ, ਉਹਦਾ ਜਿਹੜਾ ਹੈਂਡਲ ਹੁੰਦਾ, ਉਹ ਹੈਂਡਲ ਚੱਕ ਰਹੇ ਸੀ ਆਪਣੇ ਯੂਥ ਸੀਗਾ ਕੋਈ, ਕਿਉਂਕਿ ਯੂਥ ਵਿਚਾਰਾ ਆਪਣਾ ਭੋਲਾ ਭਾਲਾ ਹੁੰਦਾਗਾ। ਭੋਲਾ ਭਾਲਾ ਜਿਹੜਾ ਯੂਥ ਆ ਵਿਚਾਰਾ, ਉਹਨੂੰ ਜਦੋਂ ਦੇਖਿਆ ਵੀ ਸਾਡੇ ਭਰਾਵਾਂ ਦੇ ਉੱਤੇ ਅਟੈਕ ਕਰ ਰਹੇ ਆ ਤੇ ਉਹਨਾਂ ਨੇ ਭੱਜ ਕੇ ਆ ਕੇ ਉਹ ਚੱਕਣ ਦੀ ਕੋਸ਼ਿਸ਼ ਕੀਤੀ। ਮੈਂ ਉਹਨੂੰ ਰੋਕਿਆ, ਮੈਂ ਕਿਹਾ ਨਹੀਂ ਆਪਾਂ ਨਹੀਂ ਇਹ ਕੰਮ ਕਰਨਾਗਾ, ਤੁਸੀਂ ਨਹੀਂ ਆਪਾਂ ਕੁਝ ਕਰਨਾ, ਕੁਝ ਨਹੀਂ ਗਾਚੇ ਹੋਏਗੀ ਕੋਈ ਨਹੀਂ। ਇਹਨਾਂ ਨੇ ਜੋ ਕਰਤਾ ਉਹ ਆਪਣੇ ਮੀਡੀਆ ਦੇ ਵਿੱਚ ਜਾਊਗਾ, ਆਪਣੇ ਪਿੰਡਾਂ ਦਾ ਦਿਖੂਗਾ। ਉਹਨੇ ਚ ਵਿਚਾਰੇ ਯੂਥ ਵਾਲੇ ਵੀ ਸ਼ਾਂਤ ਹੋ ਗਏ ਜੀ। ਅਸੀਂ ਉਹਨਾਂ ਨੂੰ ਟਿਕਾ ਕੇ ਅੰਦਰੋਂ ਬਾਹਰ ਕੀਤਾ ਤੇ ਪੁਲਿਸ ਵਾਲਿਆਂ ਨੂੰ ਅੰਦਰ ਕੀਤਾ। ਇਨ ਦਾ ਮੀਨ ਟਾਈਮ ਇਹ ਗੋਲੀ ਚੱਲੀ। ਪੁਲਿਸ ਇੱਕ ਗੱਲ ਹੋਰ ਵੀ ਇੱਥੇ ਜਿਹੜੀ ਗੱਲ ਉਹ ਆਮ ਮੀਡੀਆ ਦੇ ਵਿੱਚ ਨਹੀਂ ਆਈ ਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਉਹਦੇ ਵਿੱਚ ਇਹ ਵੀ ਮੰਤਰੀ ਵੀ ਸ਼ਾਮਲ ਸੀ, ਹੋਰ ਵੀ ਕਈਆਂ ਨੇ ਜਿਹੜੇ ਕੋਈ ਪੁਲਿਸ ਵਾਲੇ ਫੱਟੜ ਸੀ ਜਾਂ ਜਿਹੜੇ ਇੱਕ ਸਾਈਡ ਤੇ ਲੱਗੇ ਹੋਏ ਸੀ, ਉਹਨਾਂ ਨੂੰ ਕਵਰ ਕੀਤਾ ਸੀ, ਇੱਕ ਸ਼ੀਲਡ ਬਣੀ ਹੋਈ ਸੀ। ਜਿਹੜੀਆਂ ਗੱਲਾਂ ਕੋਈ ਨਹੀਂ ਦਿਖਾ ਰਿਹਾ ਜੀ। ਪੁਲਿਸ ਵਾਲਿਆਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਪਤਾ ਨਹੀਂ ਉਹ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ। ਉਹ ਜਦੋਂ ਵਿਚਾਰਿਆਂ ਦੇ ਅਸੀਂ ਦੇਖਿਆ ਵੀ ਉਹਨਾਂ ਨੂੰ ਮਾਰ ਰਿਹਾ, ਅਸੀਂ ਜਾ ਕੇ ਪੁਲਿਸ ਵਾਲਿਆਂ ਨੂੰ ਵੀ ਸੇਵ ਕੀਤਾ ਜੀ। ਅਸੀਂ ਆਪਣੇ ਵੀਰਾਂ ਨੂੰ ਵੀ ਸੇਵ ਕੀਤਾ। ਅਸੀਂ ਸਾਰਿਆਂ ਨੂੰ, ਉੱਥੇ ਇਕੱਲੇ ਮੈਂ ਨਹੀਂ ਸੀ, ਹੋਰ ਵੀ ਬਹੁਤ ਲੋਕ ਸੀਗੇ ਜਿਹੜੇ ਇਹੀ ਕਹਿ ਰਹੇ ਸੀਗੇ ਵੀ ਆਪਾਂ ਸ਼ਾਂਤਮਈ ਤਰੀਕੇ ਨਾਲ ਰੱਖਣਾ, ਸ਼ਾਂਤਮਈ ਤਰੀਕੇ ਨਾਲ ਰੱਖਣਾ। ਅਸੀਂ ਪੁਲਿਸ ਦੀ ਵੀ ਪ੍ਰੋਟੈਕਸ਼ਨ ਕੀਤੀ, ਅਸੀਂ ਆਪਦੇ ਬੰਦਿਆਂ ਦੀ ਵੀ ਪ੍ਰੋਟੈਕਸ਼ਨ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇਹ ਦਿਖਾਇਆ ਵੀ ਹਾਂਜੀ ਇੱਥੇ ਤਾਂ, ਅਸੀਂ ਜੋ ਦੇਖਿਆ ਵੀ ਇੱਥੇ ਤਾਂ ਗੱਲ ਹੀ ਕੁਝ ਹੋਰ ਬਣਾਤੀ। ਇਹ ਦੱਸਣਾ ਚਾਹਾਂਗੇ ਜੀ, ਅਸੀਂ ਖਾਲਿਸਤਾਨੀ ਪੱਖੀ ਨਹੀਂ ਗਏ, ਅਸੀਂ ਦੇਸ਼ ਪੱਖੀ ਆ ਤੇ ਅਸੀਂ ਦੇਸ਼ ਪੱਖੀ ਰਵਾਂਗੇ। ਦੇਸ਼ ਲਈ ਪਹਿਲਾਂ ਵੀ ਅਸੀਂ ਕੁਰਬਾਨੀਆਂ ਦਿੱਤੀਆਂ ਤੇ ਹੁਣ ਵੀ ਦੇਵਾਂਗੇ ਅਸੀਂ। ਪਰ ਜੋ ਇਹ ਮੋਦੀ ਸਰਕਾਰ ਇੰਨੀ ਘਟੀਆ ਰਾਜਨੀਤੀ ਤੋਂ ਉਤਰ ਆਈ ਨਾ, ਵੀ ਆਪਦੀ ਇਹ ਜੋ ਇਹਨਾਂ ਦੀ ਗੁੰਡਾਗਰਦੀ ਆ, ਆਪਦੇ ਜੋ ਬੰਦੇ ਇਹਨਾਂ ਨੇ ਖੜੇ ਕੀਤੇ ਆ, ਜਿਹੜੇ ਅੱਜ ਇਹ ਦਿਖਾ ਰਿਹਾ ਹੈ ਅੰਦੋਲਨ ਦੇ ਵਿੱਚ ਆ ਕੇ ਵੀ ਅਸੀਂ ਬੜੇ ਦੇ ਵੱਡੇ ਹੋ ਗਏ ਆ ਜੀ। ਅਸੀਂ ਉਹ ਜਿਹੜੇ ਫਿਲਮੀ ਸਿਤਾਰੇ ਜਿਹੜੇ ਇਹਨਾਂ ਦੇ ਸੰਸਦ ਮੈਂਬਰ ਆ, ਉਹਨਾਂ ਦੇ ਕੋਈ ਨੋਨ ਨੇ, ਕੋਈ ਰਿਲੇਟਿਵ ਨੇ, ਉਹ ਉੱਪਰ ਜਾ ਕੇ ਉੱਥੇ ਪੁਲਿਸ ਵਾਲਿਆਂ ਨਾਲ ਐ ਖੜੇ ਹੋਏ ਸੀ ਜਿਵੇਂ ਪੁਲਿਸ ਵਾਲੇ ਤੇ ਉਹ ਆਪਸ ਚ ਰਲੇ ਹੁੰਦੇ ਨੇ। ਪੁਲਿਸ ਵਾਲੇ ਸਾਨੂੰ ਨੇੜੇ ਨਹੀਂ ਜਾਣ ਦੇ ਰਹੇ ਸੀ, ਪਰ ਉਹਨਾਂ ਨੂੰ ਆਪਦੇ ਨਾਲ ਖੜਾਈ ਖੜੇ ਸੀਗੇ। ਈਵਨ ਕਿ ਸਾਨੂੰ ਉਹ ਬੰਦੇ ਕਹਿ ਰਹੇ ਸੀ ਤੁਸੀਂ ਥੱਲੇ ਜਾਓ ਜੀ, ਥੱਲੇ ਜਾਓ ਜੀ, ਥੱਲੇ ਜਾਓ। ਹੁਣ ਇੱਥੋਂ ਸ਼ੱਕ ਪੈਦਾ ਹੋ ਰਿਹਾ ਵੀ ਇੱਕ ਹਾਈ ਸਿਕਿਉਰਿਟੀ ਜ਼ੋਨ ਹੋਵੇ, ਉਹ ਬੀਜੇਪੀ ਦੇ ਨੇੜਦੇ ਬੰਦੇ ਹੋਣ ਤੇ ਪੁਲਿਸ ਉਹਨਾਂ ਨੂੰ ਕਵਰ ਕਰਕੇ ਰੱਖੇ, ਉਹਨਾਂ ਨੂੰ ਬਿਲਕੁਲ ਉੱਪਰ ਖੜਾ ਕੇ ਰੱਖੇ ਤੇ ਸਾਨੂੰ ਕਹੇ ਜੀ ਜਿਹੜੇ ਦੇਸ਼ ਦੇ ਲਈ ਕੁਰਬਾਨੀਆਂ ਦੇਣ ਵਾਲੇ ਬੰਦੇ ਆ, ਦੇਸ਼ ਲਈ ਸ਼ਹੀਦ ਹੋਣ ਵਾਲੇ ਬੰਦੇ, ਉਹਨਾਂ ਨੂੰ ਕਹਿਣ ਜੀ ਤੁਸੀਂ ਥੱਲੇ ਜਾਓ। ਉੱਥੋਂ ਇਹ ਕਲੀਅਰ ਹੋ ਰਿਹਾ ਵੀ ਇਹ ਜੋ ਗੰਦੀ ਰਾਜਨੀਤੀ ਬੀਜੇਪੀ ਦੀ ਹੈ, ਉਹਦੇ ਦਾ ਇਹ ਸਾਰਾ ਪਾਰਟ ਆ। ਇਹ ਬੀਜੇਪੀ ਨੇ ਕਰਾਇਆ ਸਭ ਕੁਝ। ਅਸੀਂ ਸਾਡੇ ਦੇਸ਼ ਭਗਤਾਂ ਨੇ, ਸਾਡੇ ਵੀਰਾਂ ਨੇ ਇਹ ਕੁਝ ਨਹੀਂ ਕੀਤਾ। ਬੀਜੇਪੀ ਦੀ ਇਹ ਚਾਲ ਸੀ ਵੀ ਇਸ ਤਰੀਕੇ ਨੂੰ ਕਾਮਯਾਬ ਕੀਤਾ ਜਾਏ, ਪਰ ਉਹਨਾਂ ਆਪਦੀ ਚਾਲ 'ਚ ਕਾਮਯਾਬ ਨਹੀਂ ਹੋ ਸਕੇ। ਇਹ ਸਾਰੀ ਦੁਨੀਆ ਦੇ ਅੱਗੇ ਆ ਚੁੱਕਿਆਗਾ ਵੀ ਇਹ ਦੁਨੀਆ ਨੇ, ਬੀਜੇਪੀ ਨੇ ਕਰਾਇਆ ਸਭ। ਇੱਕ ਗੱਲ ਹੋਰ ਇੱਥੇ ਜਿਹੜੀ ਧਿਆਨ ਮੰਗਦੀ ਹੈ ਕਿ ਜੇ ਇਸ ਨੂੰ ਹੋਰ ਥੋੜੇ ਜਿਹੇ ਇੱਕ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਹੋਏ ਤੇ ਐਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਟਰੈਪ ਲੱਗਾ ਹੋਇਆ ਸੀਗਾ ਕਿ ਐਡਾ ਵੱਡਾ 15-20 ਲੱਖ ਦਾ ਇਕੱਠ ਸੀਗਾ, ਇੰਨੇ ਮੈਨੂੰ ਲੱਗਦਾ 3-4 ਲੱਖ ਟਰੈਕਟਰ ਤੇ ਪਤਾ ਹੀ ਨਹੀਂ ਕੀ ਕੁਛ ਸੀ, ਤੇ ਸਾਰਾ ਧਿਆਨ ਡਿਵਰਟ ਕਰਨ ਵਾਸਤੇ, ਕਿਉਂਕਿ ਧਿਆਨ ਡਿਵਰਟ ਕਰਨ ਵਾਸਤੇ ਵੱਡਾ ਕੋਈ ਮਤਲਬ ਹੱਲਾ ਗੁੱਲਾ ਕਰਨਾ ਪੈਂਦਾ। ਹਾਂਜੀ, ਉਹ ਸਾਨੂੰ ਐਵੇਂ ਲੱਗਦਾ ਕਿ ਇਹ ਇੱਕ ਉਸ ਚੀਜ਼ ਨੂੰ ਕਿ ਸਾਰੇ ਮੂਵਮੈਂਟ ਦਾ ਧਿਆਨ ਇੱਧਰ ਨੂੰ ਆ ਜਾਏਗਾ
ਤੇ ਇੱਧਰ ਕੋਈ ਮਾੜਾ ਮੋਟਾ ਰੌਲਾ ਰੱਪਾ ਪਏਗਾ ਤੇ ਸਾਰਾ ਹਾਂਜੀ, ਮੈਂ ਬਾਕੀ ਮੂਵਮੈਂਟ ਖਰਾਬ ਹੋਏਗੀ। ਬਿਲਕੁਲ ਜੀ। ਜਦੋਂ ਜਾ ਰਹੇ ਆ ਉਦੋਂ ਪੁਲਿਸ ਭਰਾ ਸਾਡੇ ਸਾਨੂੰ ਕੁਝ ਨਹੀਂ ਕਹਿ ਰਹੇ, ਅਸੀਂ ਦੇਖ ਰਹੇ ਆ ਵੀ ਯਾਰ ਸਾਨੂੰ ਇਹ ਲੱਗ ਰਿਹਾ ਵੀ ਇਹ ਪੁਲਿਸ ਭਰਾ ਵੀ ਸਾਡੇ ਨਾਲ ਨੇ ਜਿਹੜਾ ਸਾਨੂੰ ਕੁਝ ਕਹਿ ਨਹੀਂ ਰਹੇ, ਪਰ ਅਸਲੀ ਕਹਾਣੀ ਤਾਂ ਸਾਨੂੰ ਅੱਗੇ ਜਾ ਕੇ ਪਤਾ ਚੱਲਦੀ ਆ ਵੀ ਇਹ ਇਸੇ ਲਈ ਨਹੀਂ ਸਾਨੂੰ ਕੁਝ ਕਹਿ ਰਹੇ ਸੀਗੇ। ਇਹਨਾਂ ਨੇ ਜਦ ਤੱਕ ਇਹ ਕੁਝ ਨਹੀਂ ਹੋਇਆ, ਲਾਲ ਕਿਲੇ ਦੇ ਉੱਪਰ ਦਿੱਲੀ ਪੁਲਿਸ ਦਾ ਪਹਿਰਾ ਸੀ, ਕੋਈ ਉੱਥੇ ਪੈਰਾ ਮਿਲਟਰੀ ਫੋਰਸ ਨਹੀਂ ਆਈ, ਕੋਈ ਕੁਝ ਨਹੀਂ ਆਇਆ। ਜਦੋਂ ਇਹਨਾਂ ਨੇ ਇਹ ਚੀਜ਼ ਕ੍ਰੀਏਟ ਕਰਤੀ, ਫਿਰ ਉਸ ਤੋਂ ਬਾਅਦ 18 ਕੰਪਨੀਆਂ ਮੰਗਾ ਰਹੇ ਨੇ ਉੱਥੇ ਪੈਰਾ ਮਿਲਟਰੀ ਫੋਰਸ ਦੀਆਂ। ਜੇ ਇੰਨਾ ਹੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਇਹੀ 18 ਕੰਪਨੀਆਂ ਜਿਹੜੀਆਂ ਬਾਅਦ ਚੋਂ ਮੰਗਾਈਆਂ ਪੈਰਾ ਮਿਲਟਰੀ ਫੋਰਸ ਦੀਆਂ, ਇਹ ਪਹਿਲਾਂ ਕਿਉਂ ਨਹੀਂ ਤੈਨਾਤ ਕੀਤੀਆਂ ਉੱਥੇ? ਇਟ ਮੀਨਸ ਇੱਥੋਂ ਕਲੀਅਰ ਹੁੰਦਾ ਵੀ ਇਹ ਕਰਾਉਣਾ ਚਾਹੁੰਦੇ ਸੀ, ਇਸ ਲਈ ਨਹੀਂ ਤੈਨਾਤ ਕੀਤੀਆਂ। ਜੇ ਨਾ ਕਰਾਉਣਾ ਚਾਹੁੰਦੇ ਹੁੰਦੇ ਤਾਂ ਪੈਰਾ ਮਿਲਟਰੀ ਫੋਰਸ ਪਹਿਲਾਂ ਵੀ ਤੈਨਾਤ ਹੋ ਸਕਦੀਆਂ ਸੀ। ਕਿਉਂਕਿ ਦਿੱਲੀ ਦਾ ਅਸੀਂ ਵੀ ਸਾਰਾ ਕਹਿ ਲਓ ਟਿਕਰੀ ਬਾਰਡਰ ਵਾਲੀ ਸਾਈਡ ਵੀ, ਬਾਕੀ ਵੀ ਹਰ ਜਿੱਥੇ ਵੀ ਕੋਈ ਸਾਈਡ ਵੀ ਲੇਨ ਸੀਗੀ ਉੱਥੇ ਵੀ ਬੈਰੀਕੇਡ ਲੱਗੇ ਹੋਏ ਸੀ ਕਿ ਉਸ ਰੂਟ ਤੋਂ ਸੱਜੇ ਖੱਬੇ ਵੀ ਟਰੈਕਟਰ ਨਹੀਂ ਜਾ ਸਕਦਾ। ਈਵਨ ਕਿ ਅਸੀਂ ਖੁਦ ਵਾਪਸ ਆ ਰਹੇ ਸੀ ਜਦੋਂ ਸਾਰਾ ਕੁਝ ਵਾਪਸ ਚਲੇ ਗਏ ਸੀ ਟਰੈਕਟਰ, ਅਸੀਂ ਵਾਪਸ ਆਉਂਦੇ ਸਾਨੂੰ ਕਈ ਵਾਰੀ ਮੁੜ ਕੇ ਜਾਣਾ ਪਿਆ ਕਿ ਅੱਗੋਂ ਪੁਲਿਸ ਵਾਲਿਆਂ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਸੜਕਾਂ ਦੀ, ਉਧਰੋਂ ਨਹੀਂ ਸੀ ਲੰਘ ਸਕਦੇ। ਤੇ ਇਸ ਪੱਧਰ ਦੇ ਉੱਤੇ ਲਾਲ ਕਿਲੇ ਨੂੰ ਇਸ ਢੰਗ ਦੇ ਨਾਲ ਮਤਲਬ ਉਧਰ ਨੂੰ ਇੱਕ ਸੌਫਟ ਕਾਰਨਰ ਦੇਣਾ ਵੀ ਹਾਂ ਇਧਰ ਨੂੰ ਆ ਜਾਓ, ਤੇ ਫਿਰ ਉਸ ਤੋਂ ਬਾਅਦ ਸਾਰਾ ਹੱਲਾ ਗੁੱਲਾ ਇਹ ਖੁਦ ਹੀ ਜੀ ਈਵਨ ਕਿ ਤੁਸੀਂ ਇਹ ਦੇਖੋ ਜਦੋਂ ਰਾਜਘਾਟ ਨੂੰ ਬੈਕ ਸਾਈਡ ਨੂੰ ਜਾਈਦਾ ਉਹ ਰੋਡ ਖੁੱਲੀ ਹੋਈ ਸੀਗੀ, ਉਹ ਬੰਦ ਨਹੀਂ ਸੀ ਰੋਡ। ਉੱਥੇ ਖੁਦ ਪੁਲਿਸ ਵਾਲੇ ਖੜ ਕੇ ਸਾਨੂੰ ਡਿਵਰਟ ਕਰ ਰਹੇ ਸੀ ਵੀ ਤੁਸੀਂ ਇੱਧਰ ਨੂੰ ਜਾਓ ਜੀ, ਇੱਧਰ ਨੂੰ ਜਾਓ ਜੀ, ਰਾਈਟ ਸਾਈਡ ਨੂੰ ਜਾਓ ਜੀ, ਲੈਫਟ ਸਾਈਡ ਨਹੀਂ ਜਾਣਾ, ਰਾਈਟ ਸਾਈਡ ਜਾਓ ਜੀ। ਠੀਕ, ਅਸੀਂ ਇਹ ਦੇਖ ਰਹੇ ਸੀ ਵੀ ਸ਼ਾਇਦ ਇਹ ਰੂਟ ਪੁਲਿਸ ਦਾ ਤੈਅ ਕੀਤਾ ਆ, ਉਸ ਕਰਕੇ ਪੁਲਿਸ ਇੱਧਰ ਨੂੰ ਭੇਜ ਰਹੀ ਆ। ਪਰ ਉੱਥੇ ਜੋ ਵੀ ਹੋਇਆ, ਜੋ ਇਹਨਾਂ ਨੇ ਚਾਪ ਦੀ ਗੰਦੀ ਰਾਜਨੀਤੀ ਨੂੰ ਜੋ ਆਪ ਤਾਂ ਪਿੱਛੇ ਰਹੇ, ਪਰ ਸਾਡੇ ਜੋ ਵੀਰ ਭਰਾ ਸ਼ਹੀਦ ਹੋਏ, ਜੋ ਪੁਲਿਸ ਵਾਲਿਆਂ ਨਾਲ ਹੋਇਆ ਉਹ ਵੀ ਸਾਡੇ ਵੀਰ ਭਰਾ, ਇਹਨਾਂ ਨੇ ਜੋ ਸੱਟਾਂ ਲੱਗੀਆਂ ਉਹਨਾਂ ਦੇ ਉਹ ਵੀ ਸਾਡੇ ਵੀਰ ਭਰਾ। ਉਹ ਇਹਨਾਂ ਨੇ ਆਪਦੀ ਗੰਦੀ ਰਾਜਨੀਤੀ ਦੇ ਵਿੱਚ ਸਾਡੇ ਪੁਲਿਸ ਭਰਾਵਾਂ ਨੂੰ ਤੇ ਸਾਡੇ ਜੋ ਨੌਜਵਾਨ ਸੀ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਉੱਤੇ ਪਾਤੀ, ਪਰ ਆਪਦੀ ਗੰਦੀ ਰਾਜਨੀਤੀ ਇਹ ਪਰਦੇ ਦੇ ਪਿੱਛੇ ਚੱਲ ਰਹੇ ਸੀ। ਜੋ ਚੰਦ ਬੰਦੇ ਇਹਨਾਂ ਨੇ ਭੇਜ ਕੇ ਖੇਡੀ, ਜਿਹੜੇ ਇਹਨਾਂ ਦੇ ਰਾਜਨੀਤਿਕ ਜਿਹੜੇ ਇਹਨਾਂ ਦੇ ਸੰਸਦ ਮੈਂਬਰ ਆ ਉਹਨਾਂ ਦੇ ਨੇੜਦੇ ਬੰਦੇ ਆ, ਉਹ ਹੁਣ ਸਾਡੇ ਜਥੇਬੰਦੀਆਂ ਨੇ ਵੀ ਦੱਸਤਾਗਾ ਵੀ ਉਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਨਾ ਸਾਡਾ ਪਹਿਲਾਂ ਉਹਨਾਂ ਨਾਲ ਕੋਈ ਲੈਣਾ ਦੇਣਾ ਸੀ। ਉਹ ਆਪਦੇ ਸਿਰਫ ਇਹੀ ਕੰਮ ਕਰਨ ਲਈ ਇੱਕ ਦਿਨ ਪਹਿਲਾਂ ਆਏ ਤੇ ਅੱਜ ਇੱਥੋਂ ਚਲੇ ਗਏ ਜੀ। ਹੁਣ ਕਿੱਥੇ ਨੇ ਉਹ? ਜੇ ਇੱਥੇ ਸੀ ਤੇ ਹੁਣ ਵੀ ਖੜਦੇ, ਹੁਣ ਕਿਉਂ ਨਹੀਂ ਗਏ ਉਹ ਬੰਦੇ? ਸੋ ਇਹ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਧਿਆਨ ਮੰਗਦੀਆਂ ਨੇ, ਤੇ ਵੱਡੀ ਗੱਲ ਇਹ ਹੈ ਕਿ ਜਦੋਂ ਕਲੈਕਟਿਵਲੀ ਲੋਕੀ ਮੂਵ ਕਰਦੇ ਨੇ ਤੇ ਫਿਰ ਉਸ ਵੇਲੇ ਇਹ ਨਹੀਂ ਦੇਖਿਆ ਜਾਂਦਾ ਵੀ ਕੀ ਕਿਦਾਂ ਦਾ। ਤੇ ਇਹ ਗੱਲ ਤਾਂ ਇੱਕ ਗੱਲ ਜੀ ਤੁਸੀਂ ਸਾਰੇ ਮੈਂ ਸਮਝਦਾ ਸਹਿਮਤ ਹੋਵਾਂ, ਕਿਉਂਕਿ ਅਸੀਂ ਅਕਸਰ ਇਸ ਸਟੇਜ ਤੋਂ ਕੀ ਸਾਰੀਆਂ ਸਟੇਜਾਂ ਤੋਂ ਇਹ ਗੱਲ ਅਕਸਰ ਹੁੰਦੀ ਸੀ ਕਿ 18 ਵਾਰੀ ਅਸੀਂ ਉੱਥੇ ਝੰਡਾ ਲਹਿਰਾਇਆ ਜੀ, 18 ਵਾਰੀ ਦਿੱਲੀ ਜਿੱਤੀ ਹੈ। ਤੇ ਜਦੋਂ ਆਮ ਪਬਲਿਕ ਨੂੰ ਇਹ ਚੀਜ਼ ਮੌਕਾ ਮਿਲੇਗਾ, ਡੰਡਾ ਵੀ ਉੱਥੇ ਖੜਾ ਤੇ ਅਸੀਂ ਉੱਥੇ ਪਹੁੰਚ ਵੀ ਗਏ ਆ, ਤੇ ਫਿਰ ਉੱਥੇ ਝੰਡਾ ਚੜਾਉਣ ਦਾ ਉਹ ਮੈਨੂੰ ਲੱਗਦਾ ਕਿ ਇੱਥੇ ਵੀ ਤਾਂ ਝੰਡੇ ਉਦਾਂ ਦੇ ਚੜੇ ਆ, ਇੱਥੇ ਦੇ ਟਾਵਰਾਂ ਤੇ ਚੜੇ ਹੋਏ ਨੇ। ਹਾਂਜੀ, ਇੱਥੇ ਵੀ ਚੜੇ ਆ, ਉੱਥੇ ਵੀ ਸਾਡਾ ਦੇਸ਼ ਸਾਡਾ ਹੱਕ ਆ ਜੀ। ਸਾਡਾ ਇਸ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਇਸ ਲੋਕ ਗਣਤੰਤਰ ਦੇ ਅਸੀਂ ਵੀ ਹਿੱਸਾ, ਅਸੀਂ ਜੇ ਗਣਤੰਤਰਤਾ ਦਿਵਸ ਆ ਅਸੀਂ ਵੀ ਝੰਡਾ ਚੜਾ ਸਕਦੇ ਹਾਂ। ਅਸੀਂ ਤਿਰੰਗਾ ਝੰਡਾ ਲੈ ਕੇ ਗਏ, ਮੇਰੇ ਕੋਲ ਤਿਰੰਗਾ ਝੰਡਾ ਸੀ, ਉੱਥੇ ਤੱਕ ਮੇਰੇ ਕੋਲ ਤਿਰੰਗਾ ਝੰਡਾ ਰਿਹਾ, ਵਾਪਸੀ ਤੱਕ ਵੀ ਰਿਹਾਗਾ। ਤਿਰੰਗਾ ਝੰਡਾ ਲੈ ਕੇ ਗਏ, ਅਸੀਂ ਤਿਰੰਗੇ ਝੰਡੇ ਨੂੰ ਅੱਗੇ ਵਧਾਇਆ। ਇੱਕ ਹੋਰ ਗੱਲ ਜਿਹੜੀ ਮੈਂ ਇੱਥੇ ਤੁਹਾਡੀ ਜਾਣਨੀ ਚਾਹਾਂਗਾ, ਉੱਥੇ ਤਿਰੰਗੇ ਦਾ ਅਪਮਾਨ ਹੋਇਆ ਕਿਸੇ ਉਹ ਝੰਡੇ ਚੜਾਉਂਦੇ ਦੌਰਾਨ? ਸਾਡੇ ਸਾਹਮਣੇ ਨਹੀਂ ਹੋਇਆ ਜੀ, ਐਵੇਂ ਕਹੀਏ ਸਾਡੇ ਸਾਹਮਣੇ ਕੁਝ ਨਹੀਂ ਹੋਇਆ ਇਸ ਤਰ੍ਹਾਂ ਦਾ, ਕਿਉਂਕਿ ਜੋ ਸੱਚਾਈ ਆ ਉਹ ਮੈਂ ਸੱਚਾਈ ਦੱਸੂਗਾ, ਝੂਠ ਇੱਕ ਵੀ ਨਹੀਂ ਮਾਰੂੰਗਾ। ਜੋ ਸੱਚਾਈ ਆ ਉਹ ਤੁਹਾਨੂੰ ਦੱਸਤੀ, ਸਾਡੇ ਸਾਹਮਣੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਠੀਕ, ਸਾਡੇ ਸਾਹਮਣੇ ਜੋ ਹੋਇਆ ਉਹ ਤੁਹਾਨੂੰ ਦੱਸਿਆ। ਇਹ ਸਿਰਫ ਤੇ ਸਿਰਫ ਸਾਡੇ ਦੇਸ਼ ਭਗਤ, ਅਸੀਂ ਅੱਜ ਵੀ ਦੇਸ਼ ਲਈ ਜਾਨ ਦੇਣ ਦੀ ਤਿਆਰ ਹਾਂ। ਅਸੀਂ ਹੁਣ ਜੇ ਸਾਡੇ ਦੇਸ਼ ਤੇ ਕੋਈ ਮੁਸੀਬਤ ਆਵੇ ਅਸੀਂ ਹੁਣ ਵੀ ਜਾਨ ਦੇ ਦਾਂਗੇ, ਪਰ ਜੋ ਕੱਲ ਦਾ ਇਨਸੀਡੈਂਟ ਹੋਇਆਗਾ ਇਹ ਕੇਵਲ ਤੇ ਕੇਵਲ ਗੰਦੀ ਰਾਜਨੀਤੀ ਜੋ ਬੀਜੇਪੀ ਦੀ ਉਹਨਾਂ ਨੇ ਕਰਾਇਆ। ਕਿਉਂਕਿ ਅਸੀਂ ਬੀਜੇਪੀ ਨੂੰ ਮੈਂ ਇਹ ਕੁਐਸਚਨ ਪੁੱਛਣਾ ਚਾਹਾਂਗਾ ਵੀ ਲਾਲ ਕਿਲਾ ਹਾਈ ਸਿਕਿਉਰਿਟੀ ਜ਼ੋਨ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੇ ਚੰਦ ਤੁਸੀਂ ਆਪਦੇ ਬੰਦੇ ਅੱਗੇ ਲਾਏ ਹੋਏ ਸੀਗੇ ਉਹ ਕਿਵੇਂ ਅੰਦਰ ਵੜ ਗਏ? ਇਹ ਮੇਰਾ ਕੁਐਸਚਨ ਆ ਵੀ ਉਹ ਚੰਦ ਬੰਦੇ ਲਾਲ ਕਿਲੇ ਦੇ ਅੰਦਰ ਕਿਵੇਂ ਵੜ ਗਏ? ਜੇ ਉਹ ਅੰਦਰ ਵੜੇ ਤਾਂ ਸਾਡੇ ਭੋਲੇ ਭਾਲੇ ਵੀਰ ਭਰਾ ਕਿਸਾਨ ਸੀ ਜਿਹੜੇ, ਇਹ ਹੈ ਹੀ ਪਹਿਲਾਂ ਤੋਂ ਭੋਲੇ, ਇਹਨਾਂ ਨੂੰ ਨਾਲ ਲੈ ਕੇ ਗਏ ਉਹ ਆਪਦੀ ਗੰਦੀ ਰਾਜਨੀਤੀ ਉਹ ਪੂਰੀ ਕਰ ਗਏ ਤੇ ਪਾ ਸਾਡੇ ਭੋਲੇ ਭਾਲੇ ਕਿਸਾਨਾਂ ਤੇ ਗਏ ਉਹ। ਜਿਵੇਂ ਕਿ ਉਸ ਵੇਲੇ ਮੋਬ ਜਿਹੜਾ ਹੁੰਦਾ ਹੈ, ਜਦੋਂ ਇਕੱਠ ਹੁੰਦਾ ਵੱਡਾ, ਉਹਦੇ ਵਿੱਚ ਜਿੱਧਰ ਨੂੰ ਵਹੀਰ ਚੱਲ ਜੇ, ਉਹ ਕਿਉਂਕਿ ਇੱਕ ਦਰਿਆ ਵਾਲਾ ਮਾਹੌਲ ਹੁੰਦਾ, ਸੋ ਜਿੱਧਰ ਨੂੰ ਉਹ ਚੱਲ ਜੇ ਉਧਰ ਨੂੰ ਚੱਲ ਕੇ ਤੇ ਉਹ ਆਪਣਾ ਬਹੁਤ ਕੁਝ ਕਰ ਜਾਂਦਾ। ਸੋ ਇੱਥੇ ਜੋ ਕੁਝ ਵੀ ਹੋਇਆ ਉਹ ਕਿੰਨਾ ਸਹੀ ਸੀ ਕਿੰਨਾ ਗਲਤ ਹੈ ਅਸੀਂ ਉਹਦੇ ਵਿੱਚ ਨਹੀਂ ਜਾਂਦੇ, ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਤੱਥ ਸੀਗੇ ਉਹ ਅਸੀਂ ਤੁਹਾਡੇ ਸਾਹਮਣੇ ਰੱਖੇ ਨੇ।
ਕਿਉਂਕਿ ਖਾਸ ਤੌਰ ਤੇ ਇਹ ਜਿਹੜੀ ਇੰਨੀ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਉੱਥੇ ਇੰਨਾ ਸੌਫਟ ਕਾਰਨਰ ਦੇ ਕੇ ਉੱਥੇ ਲੋਕਾਂ ਨੂੰ ਪਹੁੰਚਾਉਣਾ, ਉੱਥੇ ਸਾਰਾ ਮਾਹੌਲ ਕ੍ਰੀਏਟ ਕਰਨਾ, ਫਿਰ ਲਾਠੀ ਚਾਰਜ ਉਸ ਤੋਂ ਬਾਅਦ ਜਿਹੜਾ ਟਕਰਾਅ ਹੋਣਾ ਤੇ ਜਿਹੜੀਆਂ ਗੋਲੀਆਂ ਚੱਲੀਆਂ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਬਹੁਤਾ ਕਲੀਅਰ ਨਹੀਂ ਹੋ ਪਾਇਆ, ਇਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਧਿਆਨ ਵਿੱਚ ਲਿਆਂਦੀਆਂ ਨੇ। ਹੋਰ ਵੀ ਇੱਥੇ ਜਿਹੜੇ ਸਾਡੇ ਨਾਲ ਚਸ਼ਮਦੀਦ ਜੁੜਦੇ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਤੇ ਆਖਰ ਇਹਦੇ ਵਿੱਚ ਹੋਰ ਤੱਥ ਜਿਹੜੇ ਨੇ ਜਿਹੜੇ ਅਜੇ ਤੱਕ ਛੁਪੇ ਹੋਏ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਤਰਲੋਚਨ ਸਿੰਘ ਨੇ ਅੰਮ੍ਰਿਤਸਰ ਜ਼ਿਲ੍ਹੇ ਤੋਂ, ਇਹ ਵੀ ਕੱਲ ਉਸ ਮੌਕੇ ਉੱਥੇ ਮੌਜੂਦ ਸਨ ਜਦ ਸਾਰਾ ਘਟਨਾਕ੍ਰਮ ਲਾਲ ਕਿਲੇ ਦਾ ਵਾਪਰਿਆ। ਤੁਹਾਡੇ ਸਾਹਮਣੇ ਕਿਹੜੀ ਘਟਨਾ ਵਾਪਰੀ ਸਾਨੂੰ ਦੱਸ ਦਿਓ ਜੀ। ਸਾਡੇ ਸਾਹਮਣੇ ਤੇ ਜਦੋਂ ਅਸੀਂ ਗਏ ਉੱਪਰ ਲਾਲ ਕਿਲੇ ਦੇ ਉੱਪਰ ਹੀ ਖੜੇ ਗਏ, ਹਾਂਜੀ, ਉੱਥੋਂ ਅਸੀਂ ਸਾਡੇ ਕੋਲ ਜਿਹੜੇ ਸੀਗੇ ਜਿਹੜੇ ਰਾਸ਼ਟਰੀ ਝੰਡਾ ਉਹ ਮਹੰਤ ਜੀ ਮੇਰੇ ਨਾਲ ਹੀ ਗਏ ਤੇ ਮੇਰੇ ਪਾਸ ਵੀ ਜਿਹੜਾ ਉਹ ਰਾਸ਼ਟਰੀ ਝੰਡਾ ਉਹ ਵੇਖ ਕੇ ਅਸੀਂ ਥੱਲੇ ਆ ਰਹੇ ਹੈਗੇ। ਜਿੱਦਾਂ ਅੱਛਾ, ਫੋਰਸ ਵੀ ਉੱਪਰ ਹੀ, ਅੱਛਾ, ਉਹ ਸਾਨੂੰ ਆਂਦੇ ਚਲੋ ਤੁਸੀਂ ਵੇਖ ਲਿਆ ਜਾਓ, ਆਰਾਮ ਨਾਲ ਹੀ ਚੱਲ ਰਿਹਾ ਹੈਗਾ। ਅੱਛਾ, ਉਹ ਥੱਲੇ ਉਤਰਦੇ ਜਿਹੜਾ ਉੱਥੇ ਇੱਕਦਮ ਹੀ ਜਿਹੜਾ ਨਾ ਉਹ ਲਾਠੀ ਚਾਰਜ ਹੋਣ ਲੱਗ ਪਿਆ। ਅੱਛਾ, ਲਾਠੀ ਚਾਰਜ ਤੁਹਾਡੇ ਸਾਹਮਣੇ ਹੋਇਆ? ਹਾਂ, ਜਦੋਂ ਅਸੀਂ ਉੱਥੋਂ ਉੱਪਰ ਵੀ ਕਿਲੇ ਤੋਂ ਸਾਈਡਾਂ ਤੇ ਵੀ ਜਿਹੜੇ ਖੜੇ ਭਗਦੜ ਇੱਕਦਮ ਜਦੋਂ ਲਾਠੀ ਚਾਰਜ ਹੋਇਆ ਮੱਚ ਗਏ। ਲੋਕ ਏਦਾਂ ਦੌੜਦੇ ਸਾਨੂੰ ਤੇ ਦਿਖਾਈ ਦਿੱਤੇ ਆ ਤੇ ਉੱਥੋਂ ਦਵਾ ਸਾਰੇ ਥੱਲੇ ਉਤਰਨ ਲੱਗ ਪਏ, ਅਸੀਂ ਵੀ ਥੱਲੇ ਆ ਰਹੇ ਹੈਗੇ। ਸਾਡੇ ਸਾਹਮਣੇ ਜਿਹੜੀਆਂ ਨਾ ਉਹ ਕਾਫੀ ਜਿਹੜੇ ਉਹ ਫੋਰਸ ਨੇ ਵੀ ਗਾੜੀਆਂ ਮਾਰਦੇ ਸੀ ਤੇ ਜਿਹੜੇ ਦੂਸਰੇ ਵੀ ਉਹ ਵੀ ਗਾੜੀਆਂ ਡੰਡਾ ਸੋਟਾ ਚੱਲ ਰਿਹਾ ਸੀ। ਫੋਰਸ ਜਿਹੜੀ ਉਹ ਪਿੱਛੇ ਜਾ ਰਹੀ ਸੀ, ਸਾਡੇ ਬੰਦੇ ਜਿਹੜੇ ਉਹ ਡੱਕ ਰਹੇ, ਐਵੇਂ ਉਹਨਾਂ ਨੂੰ ਖੁਦ ਡੱਕਿਆ ਵੀ ਜਦੋਂ ਫੋਰਸ ਪਿੱਛੇ ਹਟ ਗਈ ਤੇ ਆਪਾਂ ਅੱਗੇ ਨਹੀਂ। ਉਸ ਦੌਰਾਨ ਥੋੜੀ ਫੋਰਸ ਹੋਰ ਵੀ ਅੰਦਰ ਵੜੀ ਇੱਕਦਮ, ਉਹ ਵੀ ਜਿਹੜੀ ਫੋਰਸ ਜਦੋਂ ਆ ਨਾ ਉਹਨਾਂ ਵੀ ਡੰਡਾ ਸੋਟਾ ਭਾਰ ਉਹ ਵੀ ਫਿਰ ਉਹ ਬੰਦੇ ਨੇ ਪਾ ਕੇ ਕੋਈ ਪਿੱਛੇ ਚਲੇ ਗਈ। ਉਹ ਢਾਈਆ ਜਿਹੜਾ ਉਹ ਕਾਫੀ ਜਦੋਜਹਿਦ ਨਾਲ ਕੀਤਾ, ਆਪਣੇ ਮੁੰਡਿਆਂ ਨੂੰ ਸਮਝਾਇਆ ਪਿੱਛੇ ਹਟ ਜਾਓ, ਫੋਰਸ ਨੂੰ ਵੀ ਆਇਆ ਵੀ ਪਿੱਛੇ ਹਟ ਜਾਓ। ਜਦੋਂ ਕੁਝ ਫੱਟੜ ਵੀ ਹੋਏ ਨੇ ਉਸ ਦੌਰਾਨ, ਉਹ ਤੁਹਾਡੇ ਸਾਹਮਣੇ ਵੀ ਕੋਈ? ਸਾਡੇ ਸਾਹਮਣੇ ਹੋਏਗੇ, ਉਹ ਉੱਥੇ ਦੇ ਫੱਟੜ ਜਿਹੜੇ ਹੋਣਗੇ ਕੋਈ ਪੁਲਿਸ ਦੇ ਮੁਲਾਜ਼ਮਾਂ ਜਾਂ ਕੋਈ, ਉਹਨਾਂ ਦੇ ਬਾਰੇ ਪਤਾ ਨਹੀਂ ਸਾਨੂੰ, ਉਹ ਪਿੱਛੇ ਜਦੋਂ ਹਟ ਗਏ। ਜਿਹੜੇ ਸਾਡੇ ਸਾਹਮਣੇ ਬਾਹਰਲੇ ਪਾਸੇ ਨੂੰ ਚੁੱਕ ਕੇ ਲਿਆਂਦੇ ਸੀ, ਇੱਕ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ, ਥੋੜੇ ਸਮੇਂ ਦੌਰਾਨ ਹੀ ਬਾਦਾਂ ਫਿਰ ਇੱਕ ਦੂਜੇ ਨੂੰ ਉਹਨਾਂ ਨੂੰ ਚੁੱਕ ਕੇ ਆਪਣੇ ਜਿਹੜੇ ਹੈਗੇ ਇਹ ਕਿਸਾਨ ਜਿਹੜੇ ਜਥੇਬੰਦੀ ਦੇ ਮੈਂਬਰ ਸੀ ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਲਿਆਂਦਾ ਅੰਦਰ। ਪੁਲਿਸ ਵਾਲਿਆਂ ਨੂੰ? ਪੁਲਿਸ ਵਾਲਿਆਂ ਉਹਦੇ ਵੀ ਸੱਟ ਲੱਗੀ। ਮਤਲਬ ਜਿਹੜੇ ਫੱਟੜ ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਲਿਆ ਕੇ ਉਹਨਾਂ ਦੀ ਵੀ ਮਤਲਬ ਸੇਫਟੀ ਕੀਤੀ ਗਈ? ਹਾਂ, ਸੇਫਟੀ, ਪੂਰੀ ਸੇਫਟੀ ਨਾਲ ਉਹਨਾਂ ਨੂੰ ਲਿਆਂਦਾ ਗਿਆ। ਸੋ ਇਹ ਬਹੁਤ ਸਾਰੀਆਂ ਘਟਨਾਵਾਂ। ਕਿ ਟਰੈਕਟਰ ਅੰਦਰ ਜਿਹੜੇ ਗਏ ਨੇ ਉਹ ਤੁਹਾਡੇ ਸਾਹਮਣੇ ਗਏ ਟਰੈਕਟਰ ਜਿਹੜੇ? ਹਾਂ, ਟਰੈਕਟਰ ਜਦੋਂ ਸ਼ਾਂਤਬਾਈ ਹੋ ਗਈ ਸੀ, ਅਸੀਂ ਬਾਹਰ ਨੂੰ ਆ ਰਹੇ ਸਾਰੇ, ਜਿੱਦਾਂ ਨਾਲ ਮਹੰਤ ਜੀ ਵੀ, ਉਹ ਟਰੈਕਟਰ ਅੰਦਰੋਂ ਆਂਡਾ ਹੈਗੇ ਜਦੋਂ ਜੇ ਥਾਣੀ ਅਸੀਂ ਵੜਿਆ। ਅੱਛਾ, ਤੇ ਅਸੀਂ ਇਹ ਅੱਗੇ ਹੋ ਗਏ, ਅਸੀਂ ਆ ਗਾੜੀ ਤੇ ਹੈ ਨਹੀਂ, ਜਗ੍ਹਾ ਨਹੀਂ ਹੈਗੀ ਭਈ ਉੱਥੇ ਥੋੜੀ ਜਿਹੀ ਜਗ੍ਹਾ ਜਿਹੜੀ ਘੁੰਮਦਾ, ਤੇ ਅਸੀਂ ਆ ਟਰੈਕਟਰ ਉਹ ਰੋਕ ਲਿਆ ਉਹਨਾਂ। ਉਹ ਫਿਰ ਉਹਨਾਂ ਨੇ ਗਾੜੀ ਕੀਤਾ ਤੇ ਮਹੰਤ ਜੀ ਮੈਂ ਤੇ ਸਾਈਡ ਤੇ ਹਾਂ, ਇਹ ਗਾੜੀ ਉਹਨਾਂ ਮੈਂ ਤੁਸੀਂ ਪਿੱਛੇ ਹਟ ਜਾਓ ਆਂਦਾ, ਮੈਂ ਖੜਦਾ, ਉਹਨਾਂ ਮੈਂ ਖਿੱਚ ਕੇ ਪਿੱਛੇ ਕੀਤਾ। ਫਿਰ ਉਹਦੇ ਪਿੱਛੇ ਇੱਕ ਟਰੈਕਟਰ ਹੋਰ ਆ ਰਿਹਾ ਹੈਗਾ, ਉਹਦੇ ਗਾੜੀ ਅਸੀਂ ਖੜੇ ਹੋ ਗਏ, ਉਹਨੇ ਗਾਂ ਨਹੀਂ ਲਿਆਂਦਾ। ਇੰਨੇ ਚਿਰ ਬਾਅਦ ਹੀ ਮੇਰਾ ਇੰਨੇ ਚਿਰ ਬਾਅਦ ਉਹ ਜਿਹੜਾ ਅਗਲਾ ਟਰੈਕਟਰ ਲੰਘਿਆ ਸੀ ਉਹ ਬੈਗ ਵਾਪਸ ਆ ਗਿਆ ਤੇ ਦੂਜਾ ਟਰੈਕਟਰ ਉਹ ਫਿਰ ਵਾਪਸ ਆ ਗਿਆ। ਉਦੋਂ ਬਾਅਦ ਚ ਜਿਹੜੇ ਆ ਘੋੜੇ ਆਏ ਆ, ਉਦੋਂ ਅਸੀਂ ਕਾਫੀ ਚਿਰ ਇਹ ਘੋੜੇ ਜਿੱਤੇ ਨਿਹੰਗ ਸਿੰਘ ਆਇਆ ਉਹ ਕਾਫੀ ਬਾਅਦ ਦੇ ਵਿੱਚ ਆਇਆ ਘੋੜੇ, ਉਦੋਂ ਅੰਦਰ ਸ਼ਾਂਤਮਈ ਹੋ ਚੁੱਕੇ। ਉਹ ਇਹ ਸਾਰਾ ਮਾਹੌਲ ਜਿਹੜਾ ਕੱਲ ਦਾ ਉੱਥੇ ਦਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ, ਕਿਉਂਕਿ ਬੜੇ ਸਾਰੇ ਮਨਾਂ ਦੇ ਸਾਨੂੰ ਵੀ ਫੋਨ ਆ ਰਹੇ ਵੀ ਕੀ ਹੋਇਆ, ਕਿੱਦਾਂ ਹੋਇਆ। ਸੋ ਅਸੀਂ ਇਸ ਲਈ ਸੋਚਿਆ ਕਿ ਤੁਹਾਡੇ ਨਾਲ ਜਿਹੜੇ ਚਸ਼ਮਦੀਦ ਉਸ ਵਕਤ ਮੌਕੇ ਤੇ ਪਹੁੰਚੇ ਸਨ ਉਹਨਾਂ ਦੀ ਵਿਚਾਰ ਸਾਂਝੀ ਕੀਤੀ ਜਾਏ। ਸਾਡੇ ਨਾਲ MP ਤੋਂ ਇੱਕ ਕਿਸਾਨ ਆਏ ਹੋਏ ਨੇ, ਇਹਨਾਂ ਦੇ ਨਾਲ ਗੱਲ ਕਰਦੇ हैं। आपका नाम जी? मेरा नाम संतराम पवार। कहाँ से रहने वाले हैं? MP से हूँ मैं, सीहोर डिस्ट्रिक्ट से। अच्छा, बुधनी विधानसभा से। अच्छा, तो खेती करते हैं आप? खेती करता हूँ। अच्छा, तो यहाँ पे कब से आए हैं? मेरे को हो गए 5-6 रोज हो गए। अच्छा, क्या लग रहा है आपको, खास तौर पे जो कल 26 जनवरी का जो सारा निकले परेड, ट्रैक्टर परेड निकला, उसमें आप शामिल हुए? हाँ, हुआ था सर शामिल। कैसा लगा उसमें? सर सरकार ने नापाक कोशिशें की, मतलब, और उसमें उस पार्टी के लोग घुस गए और माहौल को गंदा किया, और लाल किले पे जो लोग थे वो उनका फोटो वगैरह आया PM के साथ, सनी देओल के लोग थे, वो ऐसा क्लियरली हो रहा है। मतलब तो अभी आपको क्या महसूस हो रहा है इसमें जो ये सारा चल रहा है, मोर्चा चल रहा है? मोर्चा चल रहा सर, जब तक कानून वापसी नहीं, जब तक घर वापसी नहीं, यहाँ के संगठनों का भी यही कहना, और माइक से अनाउंस हो रहा है सर, मंच से जी। मुझे लगता है कि किसान पीछे नहीं हटेंगे, क्योंकि ये काला कानून है सर, ये
कोरोना की आड़ में मोदी जो काला कानून लाए वो हमारी मौत का सर्टिफिकेट था, जिसमें समर्थन मूल्य तक की गारंटी नहीं है। ये इसलिए कि मोदी जी अपने उद्योगपति मित्रों के को हमारी खेती तो बेच चुके हैं और वो फिर अपनी मनमानी कर सके सर। ये वो लोग सत्ता पे दुर्भाग्य से काबिज हो चुके हैं जो कभी अंग्रेजों की मुखबिरी करा करते थे सर। नहीं, आज तो वो लोग कहते हैं कि सबसे देशभक्ति का सर्टिफिकेट भी वही दे सकते हैं आपको। वो कैसे दे सकते हैं आप? वो राम राज्य की बात करते, क्या उनके अंदर राम है? मोदी के अंदर राम है? सड़क पे किसान आज 2 महीने से मर रहा है। मोदी जी अंबानी के पोते को देखने हॉस्पिटल तक चल जाते हैं उसकी खबर लेने पर। यहाँ मतलब मोदी जी को 2 किसानों को आके 2 मिनट ना मिल सके। किसानों को हर तरह से उन्हें सिखों का इस भारत भूमि पर गौरवशाली इतिहास रहा, लेकिन आज उन्हें खालिस्तानी, पाकिस्तानी, देशद्रोही, आतंकवादी बोला जा रहा है। जिस आज़ादी की लड़ाई में 2600 लोगों को सजा हुई थी, उनमें से 2100 लोग सिख समुदाय से थे, और जिन 98 लोगों को फांसी की सजा हुई थी उनमें से 91 लोगों ने फांसी के तख्तों को चूमा। सिखों का मैंने इतिहास पढ़ा था और सुना था, लेकिन कल मैंने आंखों से देख लिया, और ये लोग अब पीछे हटने वाले नहीं है। तो आपने सारा ये आज़ादी का इतिहास भी देखा, कल का भी देखा, क्या महसूस किया कल जो यहाँ पे बड़ा गौरवशाली एकत्रता हुई थी यहाँ पे? सर ये आंदोलन मामूली आंदोलन नहीं है, ये आज़ादी की दूसरी लड़ाई है सर जी। जिन अन्नदाताओं ने अपने इस महाकुंभ में आज़ादी की दूसरी लड़ाई में अपने प्राणों की आहुति दी है, उनका नाम इतिहास के स्वर्ण अक्षरों में लिखा जाएगा। तो आप क्या कहना चाहते हैं सरकार को, मोदी जी को क्या कहना चाहेंगे? मोदी जी को हम यही कहना चाहेंगे कि बिल वापसी ले लो आप। तो बिल वापसी लेने के लिए हमारे भाई साहब जो है एमपी से आए हुए हैं, मोर्चे पे डटे हुए हैं, तो इनके विचार हमने आपके साथ शेयर किए हैं। तो कल जिथे काफ़ी टकराव भी होया ਤੇ ਸਾਡੇ ਵਲੰਟੀਅਰਸ ਨੇ, ਸਾਡੇ ਕਿਸਾਨ ਭਰਾਵਾਂ ਨੇ ਦੋਨਾਂ ਪੱਖਾਂ ਦਾ ਬਚਾਅ ਵੀ ਕੀਤਾ, ਪੁਲਿਸ ਵਾਲਿਆਂ ਨੂੰ ਵੀ ਬਚਾ ਕੇ ਲਿਆਂਦਾ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸੀ। ਤੇ ਕੁਝ ਜਾਣਕਾਰੀ ਅਸੀਂ ਹਾਸਲ ਕਰਦੇ ਹਾਂ ਸਾਡੇ ਨਾਲ ਜਿਹੜੇ ਲਾਈਫ ਕੇਅਰ ਫਾਊਂਡੇਸ਼ਨ ਵਾਲੇ ਭਾਈ ਸਾਹਿਬ, ਜਿਨ੍ਹਾਂ ਨੇ ਪਹਿਲਾਂ ਵੀ ਇਹਨਾਂ ਨੇ ਇੱਥੇ ਇੱਕ ਹਸਪੀਟਲ ਵੀ ਟੈਂਪਰੇਰੀ ਐਸਟੈਬਲਿਸ਼ ਕੀਤਾ ਸੀ, ਟਰਾਲੀ ਦੇ ਨਾਲ ਵੀ ਉਸ ਟੈਂਟ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਪਾਏ। ਸੋ ਤੁਹਾਡੇ ਨਜ਼ਰੀਏ ਤੋਂ ਕੱਲ ਦਾ ਜਿਹੜਾ ਸਾਰਾ ਮਾਹੌਲ ਰਿਹਾ ਲਾਲ ਕਿਲੇ ਤੇ ਉਹ ਕਿਸ ਢੰਗ ਦਾ ਸੀਗਾ? ਦੇਖੋ, ਜਦੋਂ ਅਸੀਂ ਪਹੁੰਚੇ ਲਾਲ ਕਿਲੇ ਤਾਂ ਤਕਰੀਬਨ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਘਰ ਦੇ ਕੀ। ਉਸ ਟਾਈਮ ਮਾਹੌਲ ਬੜਾ, ਉੱਥੇ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀਗੀ, ਠੀਕ ਹੈ। ਪੁਲਿਸ ਵੀ ਫਿਰ ਰਹੀ ਸੀ, ਬਲਕਿ ਉਹਨਾਂ ਨੇ ਐਦਾਂ ਨਹੀਂ ਲੱਗ ਰਿਹਾ ਸੀਗਾ ਇੱਥੇ ਕੁਝ ਹੋਇਆ। ਉਸ ਟਾਈਮ ਅਸੀਂ ਮੈਡੀਸਿਨ ਵੀ ਉੱਥੇ ਦਿੱਤੀਆਂ ਜਿਹਨਾਂ ਨੂੰ ਸੱਟਾਂ ਲੱਗੀਆਂ। ਤੁਸੀਂ ਕਿੰਨੇ ਕੁ ਵਜੇ ਉੱਥੇ ਪਹੁੰਚੇ ਹੋ ਉਸ ਵੇਲੇ? ਅਪਰੋਕਸੀਮੇਟ 3 ਦੇ ਕਰੀਬ ਪਹੁੰਚੇ ਸੀ। ਅੱਛਾ, ਉਸ ਵੇਲੇ ਬਿਲਕੁਲ ਨਾਰਮਲ ਸੀ? ਹਾਂਜੀ, 3 3:30 ਦੇ ਕਰੀਬ ਅਸੀਂ ਪਹੁੰਚੇ ਆ। ਉਸ ਟਾਈਮ ਨਾਰਮਲ ਸੀ। ਤੇ ਤੁਸੀਂ ਜਾ ਕੇ ਉੱਥੇ ਕੀ ਕੀਤਾ ਜਿਹੜਾ ਤੁਸੀਂ ਕਹਿ ਰਹੇ ਮੈਡੀਸਿਨ ਵਗੈਰਾ ਦਿੱਤੀ? ਜਿਹਨਾਂ ਦੇ ਬੀਪੀ ਵਗੈਰਾ ਸੀਗੇ, ਸਭ ਤੋਂ ਵੱਧ ਪ੍ਰੋਬਲਮ ਨੇ ਤੁਰ ਕੇ ਜਾ ਰਹੇ ਸੀ, ਉਹਨਾਂ ਦੇ ਪੈਰਾਂ 'ਚ ਏਡੇ ਛਾਲੇ ਹੋਏ ਸੀਗੇ, ਬਜ਼ੁਰਗ ਸੀਗੇ, ਉਹਨਾਂ ਨੂੰ ਚਲੋ ਮੈਡੀਸਿਨ ਦਿੱਤੀਆਂ, ਉਹਨਾਂ ਦੀ ਡਰੈਸਿੰਗ ਵਗੈਰਾ ਕੀਤੀਆਂ, ਠੀਕ ਹੈ। ਪੁਲਿਸ ਵੀ ਸੀਗੀ ਉੱਥੇ, ਕੋਈ ਰੋਕ ਟੋਕ ਨਹੀਂ, ਲੰਗਰ ਚੱਲ ਰਿਹਾ ਸੀ, ਸਭ ਲੰਗਰ ਵੀ ਛਕ ਰਹੇ ਸੀ, ਲੋਕਲ ਵੀ ਆਏ ਹੋਏ ਸੀਗੇ। ਸੋ ਸਾਨੂੰ ਵੀ ਬਾਅਦ 'ਚ ਪਤਾ ਲੱਗਿਆ ਵੀਡੀਓ ਵਗੈਰਾ ਦੇਖ ਕੇ ਵੀ ਇੱਥੇ ਕੁਝ ਏਦਾਂ ਦਾ ਹੋਇਆ ਹੈ। ਉਦੋਂ ਤੱਕ ਸਾਨੂੰ ਇਹ ਪਤਾ ਸੀਗਾ ਵੀ ਹਾਂ ਵੀ ਚਲੋ ਲਾਲ ਕਿਲ੍ਹਾ ਤੇ ਜੋ ਕਿਸਾਨਾਂ ਦਾ ਝੰਡਾ ਹੈਗਾ ਤੇ ਆਪਣੇ ਖਾਲਸਾ ਪੰਥ ਦਾ ਝੰਡਾ ਹੈਗਾ, ਨਿਸ਼ਾਨ ਸਾਹਿਬ ਹੈਗਾ ਵੀ ਉਹ ਝੁਲ ਰਿਹਾ। ਚਲੋ ਉਹਦੇ 'ਚ ਵੀ ਕੋਈ ਗੱਲ ਨਹੀਂ, ਉਹ ਵੀ ਸਾਡੇ ਆਪਣੇ ਹਿੰਦੁਸਤਾਨ ਦਾ ਸਭ ਜਿੰਨੇ ਵੀ ਹਿੰਦੂ ਨੇ, ਮੁਸਲਿਮ ਨੇ, ਗੁਰਦੁਆਰਾ ਸਾਹਿਬ ਸਭ ਕਿਤੇ ਆਪਾਂ ਜਾ ਕੇ ਸਿਰ ਸਜਦਾ ਕਰਦੇ ਆ, ਸਿਰ ਝੁਕਾਉਂਦੇ ਆ। ਫੌਜ ਦੇ ਵਿੱਚ ਵੀ ਉਹੀ ਝੰਡਾ ਲਹਿਰਾਇਆ। ਬਿਲਕੁਲ ਜੀ, ਬਿਲਕੁਲ। ਉਹਦਾ ਕੋਈ ਏਡੀ ਇਸ਼ੂ ਨਹੀਂ ਬਣਾਉਣਾ ਚਾਹੀਦਾ। ਜਿਨ੍ਹਾਂ ਨੇ ਇਸ਼ੂ ਬਣਾਇਆ ਉਹ ਮੇਰੇ ਹਿਸਾਬ ਨਾਲ ਗਲਤ ਬਣਾਇਆ, ਕਿਉਂਕਿ ਇਹੀ ਝੰਡਾ ਜਿੱਥੇ ਜਿੱਥੇ ਵੀ ਸਿੱਖ ਰੈਜੀਮੈਂਟਸ ਜਾਂਦੀਆਂ ਨੇ ਇਹੀ ਝੰਡਾ ਚੁਲਾਉਂਦੀਆਂ ਨੇ ਉੱਥੇ ਜਾ ਕੇ, ਚਾਹੇ ਕਿਸੇ ਪਾਕਿਸਤਾਨ ਬਾਰਡਰ ਦੀ ਗੱਲ ਕਰ ਲਈਏ, ਚਾਈਨਾ ਬਾਰਡਰ ਦੀ ਗੱਲ ਕਰ ਲਈਏ, ਜਿੱਥੇ ਵੀ ਕਿਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਸਾਡੀ ਸਿਕਿਉਰਿਟੀ ਫੋਰਸ ਜਾਂਦੀਆਂ ਨੇ ਉਹਨਾਂ ਦੇ ਨਾਲ ਉਹੀ ਨਿਸ਼ਾਨ ਸਾਹਿਬ ਹੁੰਦਾ, ਜਿਹੜਾ ਇੱਥੇ ਵੀ ਕਈ ਟਾਵਰਾਂ ਦੇ ਉੱਤੇ ਲੱਗੇ ਹੋਏ ਨੇ, ਲੰਗਰਾਂ ਤੇ ਲੱਗੇ ਨੇ, ਗੁਰੂ ਘਰਾਂ 'ਚ ਤਾਂ ਹੈ ਹੀ ਹੈ। ਬਿਲਕੁਲ ਜੀ, ਗੱਲ ਕਰੀਏ ਧਰਮ ਦੀ ਤਾਂ ਸਾਰਿਆਂ ਦੇ ਨਿਸ਼ਾਨ ਜੋ ਵੀ ਮੰਦਿਰ ਦੇ ਨੇ, ਗੁਰਦੁਆਰਿਆਂ ਦੇ ਨੇ ਜਾਂ ਮਸਜਿਦ ਦੇ ਨੇ, ਸਭ ਮਤਲਬ ਆਪਣੇ ਆਪਣੇ ਸਤਿਕਾਰਯੋਗ ਹੈਗੇ ਆ। ਸੋ ਕੋਈ ਐਡੀ ਗੱਲ ਨਹੀਂ ਸੀਗੀ ਉੱਥੇ। ਅਗਰ ਸਾਡੋ ਐਡੀ ਗੱਲ ਹੁੰਦੀ ਤਾਂ ਸਾਡੀ ਸਾਰੀ ਇੱਕ ਟਰਾਲੀ ਤੇ ਤਿਰੰਗੇ ਦਾ ਝੰਡਾ ਅਸੀਂ ਸਭ ਤੋਂ ਉੱਤੇ ਰੱਖ ਕੇ ਚਲੇ ਸੀਗੇ, ਸਾਰੀਆਂ ਟਰਾਲੀਆਂ ਤੇ। ਦੇਖੋ ਐਦਾਂ ਦਾ ਕੁਝ ਨਹੀਂ ਹੈ। ਅਸੀਂ ਸਟਾਰਟਿੰਗ ਤੋਂ ਹੁਣ ਤੱਕ ਵੀ ਅਸੀਂ ਦੇਸ਼ ਤਾਂ ਸਾਡਾ ਆਪਣੀ ਅਗਰ ਸਾਡੀ ਕ੍ਰਿਕਟ ਦੀ ਟੀਮ ਵੀ ਹਾਰਦੀ ਆ ਸਾਨੂੰ ਤਾਂ ਰੋਟੀ ਨਹੀਂ ਚੰਗੀ ਲੱਗਦੀ, ਠੀਕ ਹੈ ਨਾ। ਇੰਡੀਆ ਸਾਡੀ
ਆਪਣੇ ਦੇਸ਼ ਲਈ ਤਾਂ ਅਸੀਂ ਪੂਰੇ ਜਾਨ ਵਾਰਦੇ ਹਾਂ, ਬਿਲਕੁਲ। ਪਰ ਇਹ ਚੀਜ਼ਾਂ ਇੱਕ ਰਾਜਨੀਤਿਕ ਰੂਪ ਦੇ ਕੇ ਜਿਹੜਾ ਕੰਮ ਕਰਿਆ ਗਿਆ ਹੈ, ਇਹ ਇਸ ਅੰਦੋਲਨ ਨੂੰ ਇੱਕ ਮਤਲਬ ਬਦਨਾਮ ਕਰਨ ਲਈ ਜਿਹੜੀ ਕੀਤਾ ਗਿਆ ਕੰਮ, ਇਹ ਗਲਤ ਹੋਇਆ ਜੋ ਵੀ ਹੋਇਆ। ਤੇ ਉੱਥੇ ਪੁਲਿਸ ਵਾਲੇ ਵੀ ਕੋਈ ਤੁਹਾਡੇ ਕੋਲ ਫੱਟੜ ਆਏ ਜਾਂ ਕਿਸੇ ਨੂੰ ਕੋਈ ਫਸਟ ਏਡ ਜਾਂ ਕੁਝ ਦਿੱਤਾ ਤੁਸੀਂ? ਹਾਂਜੀ ਬਿਲਕੁਲ ਜੀ, ਦੋ ਡਰੈਸਿੰਗ ਕੀਤੀ ਸੀਗੀਆਂ, ਬੈਂਡੇਡ ਵਗੈਰਾ, ਇੱਕ ਹੈਡਕ ਵਗੈਰਾ ਦੀ ਟੈਬਲੇਟ ਵਗੈਰਾ ਵੀ ਦਿੱਤੀ ਸੀਗੀਆਂ। ਸੋ ਉੱਥੇ ਦੇਖ ਕੇ ਮਤਲਬ ਸਾਨੂੰ ਸਾਡੀ ਜੱਜਮੈਂਟ ਆ ਵੀ ਸਾਨੂੰ ਨਹੀਂ ਲੱਗਿਆ ਵੀ ਕੁਝ ਇਦਾਂ ਦਾ ਹੈਗਾ। ਅੱਛਾ, ਸੋ ਉਸ ਟਾਈਮ ਵੀ ਤੁਸੀਂ ਨਾਰਮਲ ਜਿੱਦਾਂ ਪਹਿਲਾਂ ਫਸਟ ਏਡ ਵਗੈਰਾ ਦੇ ਰਹੇ ਸੀ ਉਦਾਂ ਹੀ ਉੱਥੇ ਕਰਕੇ ਤੇ ਤੁਸੀਂ ਵਾਪਸ ਆ ਗਏ? ਹਾਂਜੀ ਹਾਂ, ਫਿਰ ਸਾਡੇ ਨਾਲ ਕੁਝ ਜੋ ਲੜਕੀਆਂ ਸੀਗੀਆਂ, ਉਹਨਾਂ ਨਾਲ ਅੰਕਲ ਜੀ ਬਜ਼ੁਰਗ ਹੋਰੇ ਵੀ ਸੀਗੇ। ਸੋ ਅਸੀਂ ਸਮਝਿਆ ਵੀ ਚਲੋ ਹੁਣ ਇੱਥੋਂ ਬਹੁਤ ਜ਼ਿਆਦਾ ਇਕੱਠ ਨਾ ਹੋਏ, ਤੋ ਅਸੀਂ ਤਾਂ ਉੱਥੇ ਕਿਹੜਾ ਰੁਕਣ ਲਈ ਤਾਂ ਗਏ ਨਹੀਂ ਸੀਗੇ। ਅਸੀਂ ਤਾਂ ਆਪ ਦਾ ਇੱਕ ਜੋ ਪਰੇਡ ਹੈ ਉਹਨੂੰ ਲੈ ਕੇ ਜਿਵੇਂ ਸਾਨੂੰ ਅੱਗੇ ਹੁਕਮ ਹੋਇਆ ਸੀਗਾ। ਬਟ ਜੇ ਏਡੀ ਉਹ ਗੱਲ ਸੀਗੀ ਤਾਂ ਜਿੱਥੋਂ ਬੈਰੀਕੇਡ ਲੱਗਿਆ ਹੋਇਆ ਸੀਗਾ ਤਾਂ ਉੱਥੋਂ ਸਰਕਾਰ ਮੋੜ ਸਕਦੀ ਸੀ। ਅਗਰ ਏਡੀ ਝੜਪ ਹੋਈ ਸੀ ਉੱਥੇ ਤਾਂ ਫਿਰ ਲਾਲ ਕਿਲੇ 'ਚ ਫ੍ਰੀडमਲੀ ਐਂਟਰੀ ਕਿਵੇਂ, ਬਾਅਦ 'ਚ ਵੀ ਐਂਟਰੀ ਨਹੀਂ ਹੋਣੀ ਚਾਹੀਦੀ ਸੀਗੀ। ਮਤਲਬ ਉਸ ਝੜਪ ਤੋਂ ਬਾਅਦ ਵੀ ਤੁਸੀਂ ਐਂਟਰੀ ਕੀਤੀ ਉੱਥੇ? ਹਾਂਜੀ, ਅਸੀਂ ਬਾਅਦ 'ਚ ਗਏ ਹਾਂ, ਸਾਡੇ ਤੋਂ ਤਾਂ ਪਹਿਲਾਂ ਹੋ ਚੁੱਕਿਆ ਸੀਗਾ। ਅੱਛਾ, ਸੋ ਬਿਲਕੁਲ ਮੈਂ ਸਮਝਦਾ ਕਿ ਸਾਰੇ ਕਈ ਨਾ ਕਿਤੇ ਬੜੇ ਸਵਾਲ ਖੜੇ ਹੁੰਦੇ ਨੇ ਕਿ ਇਹ ਸਾਰਾ ਜਿਹੜਾ ਰਵੱਈਆ ਸੀ ਕਿ ਘਟਨਾਵਾਂ ਵੀ ਵਾਪਰ ਗਈਆਂ ਤੇ ਉਸ ਤੋਂ ਬਾਅਦ ਵੀ ਬੜੀ ਨਾਰਮਲ ਐਂਟਰੀ ਸਾਰਿਆਂ ਨੂੰ ਦਿੱਤੀ ਗਈ ਤੇ ਪਹਿਲਾਂ ਵੀ ਜਿੱਥੇ, ਬਲਕਿ ਉਸ ਜਗ੍ਹਾ ਤੇ ਜਾਣਾ ਹੀ ਬੜਾ ਮੁਸ਼ਕਿਲ ਸੀ। ਆਪਾਂ ਬਾਰ-ਬਾਰ ਉਹੀ ਗੱਲ ਕਰਦੇ ਪਏ ਕਿ ਜਿੱਥੇ ਜਾ ਕੇ ਸਾਰੇ ਵਲੰਟੀਅਰ ਕਰ ਲਈਏ ਜਾਂ ਜਿਹੜੇ ਵੀ ਜਿਸ ਢੰਗ ਦੇ ਨਾਲ ਵੀ ਗਏ ਆਏ ਤਾਂ ਸਾਰੇ ਕਿਸਾਨਾਂ ਦੇ ਹਮਾਇਤੀ ਸੀਗੇ। ਵਿੱਚ ਹੋ ਸਕਦਾ ਕੁਝ ਉਹਨਾਂ ਨੂੰ ਮਿਸਗਾਈਡ ਕਰਨ ਵਾਲੇ ਲੋਕ ਵੀ ਵਿੱਚ ਰਲ ਚੁੱਕੇ ਹੋਣ, ਪਰ ਉਹਨਾਂ ਦਾ ਉੱਥੇ ਤੱਕ ਪਹੁੰਚਣਾ ਉਹ ਵੀ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੋ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇੱਥੇ ਦਾ ਮਾਹੌਲ ਚਾਲ ਅੱਜ, ਜਿੱਦਾਂ 26 ਦੀ ਪਰੇਡ ਤੋਂ ਬਾਅਦ ਅੱਜ ਦੇ ਮਾਹੌਲ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਇੱਥੇ ਥੋੜੇ ਜਿਹੇ ਸਾਡੇ ਜੋ ਬਜ਼ੁਰਗ ਨੇ, ਵੀਰ ਨੇ, ਉਹਨਾਂ 'ਚ ਥੋੜਾ ਜਿਹਾ ਦੇਖੋ ਉਸ ਚੀਜ਼ ਨੂੰ ਲੈ ਕੇ ਤਾਂ ਹੈ, ਉਹਨਾਂ ਨੂੰ ਖੁਦ ਇਸ ਚੀਜ਼ ਦਾ ਹੈਗਾ ਵੀ ਸਾਡੇ ਅੰਦੋਲਨ ਨੂੰ ਖਰਾਬ ਕੀਤਾ ਗਿਆ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਸੀਗਾ। ਹੁਣ ਮੈਂ ਆਪ ਦਾ ਪਰਿਵਾਰ ਸਭ ਕੁਝ ਛੱਡ ਕੇ ਅਸੀਂ, ਹਾਲਾਂਕਿ ਸਾਡੇ ਕੋਲ ਇੱਥੇ ਲੋਕਲ ਇੱਥੇ ਦੇ ਲੇਬਰ ਕਲਾਸ ਹੈ, ਅਸੀਂ ਉਹਨਾਂ ਦਾ ਵੀ ਟ੍ਰੀਟਮੈਂਟ ਕਰ ਰਹੇ ਹਾਂ, ਕੋਈ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੈਗਾ। ਸੋ ਸਭ ਨੂੰ ਇੱਥੇ ਜੋ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਅਫਸੋਸ ਵੀ ਹੈਗਾ। ਠੀਕ ਹੈ, ਐਦਾਂ ਦਾ ਗਲਤ ਕਰਨਾ ਨਾ ਸਾਡੇ 'ਚ ਸਿਖਾਇਆ ਗਿਆ, ਨਾ ਕਰਨਾ ਸੀਗਾ। ਜੇ ਕਰਨਾ ਹੀ ਹੁੰਦਾ ਤਾਂ 2 ਮਹੀਨੇ ਤੋਂ ਬੈਠੇ ਆ ਤਾਂ ਪਹਿਲਾਂ ਕਿਉਂ ਨਾ ਕਰਤਾ, 26 ਨੂੰ ਹੀ ਕਿਉਂ ਕਰਨਾ? ਠੀਕ ਹੈ ਨਾ। ਸੋ ਇਹ ਚੀਜ਼ ਨਹੀਂ ਹੈਗੀ ਇੱਥੇ ਹਲੇ ਸਟੇਜ ਤੋਂ ਜੋ ਵੀ ਇੱਥੇ ਪ੍ਰਬੰਧ ਹੁਣ ਚੱਲ ਰਹੇ ਆ, ਇਹ ਸੰਘਰਸ਼ ਚੱਲੂਗਾ, ਇਹ ਇਦਾਂ ਹੀ ਚੱਲਣਾ। ਸੋ ਕੋਈ ਗੱਲ ਨਹੀਂ, ਜੋ ਇਹ ਹੋਇਆ ਇਹਦੇ ਬਾਰੇ ਸਭ ਨੂੰ ਅਫਸੋਸ ਹੈ ਵੀ ਇਹ ਜੋ ਤੋੜ ਭੰਨ ਹੋਈ ਹੈ, ਜੋ ਕਿਸੇ ਵੀ ਤਰ੍ਹਾਂ ਦੀ ਜੋ ਸ਼ਰਾਰਤੀ ਅਨਸਰ ਕਹਿ ਸਕਦੇ ਆ ਆਪਾਂ, ਜਾਂ ਜਿਨ੍ਹਾਂ ਨੇ ਤੋੜ ਭੰਨ ਕੀਤੀ ਹੈ, ਕਿਉਂਕਿ ਜੋ ਸਾਡੇ ਆਪਣੇ ਨਾਲ, ਅਸੀਂ ਵੀ ਟਰਾਲੀਆਂ 'ਚ ਗਏ ਆ, ਸਾਡੇ ਪਿੱਛੇ ਵੀ ਟਰਾਲੀ ਸੀ, ਸਾਡੇ ਅੱਗੇ ਆਪਣਾ ਜੋ ਤੋਂ ਵੀ ਪਾਲਕੀ ਸਾਹਿਬ ਵਾਲੀ ਟਰਾਲੀ ਸੀਗੀ, ਤਾਂ ਸਭ ਭਜਨ ਕੀਰਤਨ ਕਰਦੇ ਜਾ ਰਹੇ ਸੀਗੇ। ਸੋ ਕੋਈ ਐਸੀ ਗੱਲ ਨਹੀਂ। ਤੇ ਜੋ ਟਰਾਲੀਆਂ ਸੀਗੀਆਂ ਉਹਨਾਂ 'ਚ ਆਪਣਾ 26 ਤਰੀਕ ਗਣਤੰਤਰ ਦਿਵਸ ਵਾਲੇ ਵੀ ਜੋ ਗਾਣੇ ਵਗੈਰਾ ਚੱਲ ਰਹੇ ਸੀਗੇ, ਸਭ ਕੁਝ ਵਧੀਆ ਚੱਲ ਰਿਹਾ ਸੀ, ਇੱਕ ਚੰਗਾ ਮਾਹੌਲ ਸੀਗਾ। ਬਿਲਕੁਲ, ਇੱਕ ਪ੍ਰਦਰਸ਼ਨੀਆਂ ਵਗੈਰਾ ਸਾਰਾ ਕੁਝ ਉਸ ਢੰਗ ਦੇ ਨਾਲ, ਇੱਕ ਬਕਾਇਦਾ ਪ੍ਰੋਪਰ ਜਿਹੜੀ ਕਿਸਾਨ ਗਣਤੰਤਰ ਪਰੇਡ ਦਾ ਨਾਮ ਹੀ ਉਸਨੂੰ ਦਿੱਤਾ ਗਿਆ ਸੀ। ਸੋ ਕਿਤੇ ਨਾ ਕਿਤੇ ਥੋੜੀ ਡਿਸਟਰਬੈਂਸ ਤਾਂ ਹੋਈ ਹੈ, ਪਰ ਜ਼ਿਆਦਾ ਇਸ ਚੀਜ਼ ਨੂੰ ਢਹਿੰਦੀ ਕਲਾ ਦੇ ਵਿੱਚ ਲੈਣ ਦਾ ਵੀ ਸਮਾਂ ਨਹੀਂ। ਮੈਂ ਸਮਝਦਾ ਕਿ ਆਪਾਂ ਨੂੰ ਜਿਵੇਂ ਉਹ ਵੀ ਗੱਲ ਹੁੰਦੀ ਹੈ ਨਾ ਕਿ ਸੱਪ ਲੰਘ ਜੇ ਤੇ ਲਕੀਰ ਕੁੱਟੀ ਜਾਣੀ, ਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਜੇ ਜਿਹੜੀ ਘਟਨਾ ਵਾਪਰ ਗਈ, ਹੁਣ ਉਹਦਾ ਮੁਲਾਂਕਣ ਕਰਕੇ ਤੇ ਆਪਾਂ ਅਗਲੀ ਰਣਨੀਤੀ ਦੇ ਨਾਲ ਜੁੜਨਾ ਹੈ। ਤੇ ਚੜ੍ਹਦੀ ਕਲਾ ਦੇ ਵਿੱਚ ਕੋਈ ਐਸੀ ਗੱਲ ਨਹੀਂ, ਇੱਥੇ ਸਾਰੀ ਚੜ੍ਹਦੀ ਕਲਾ ਦੇ ਵਿੱਚ ਬੈਠੇ ਨੇ। ਦੇਸ਼ ਵਿਦੇਸ਼ 'ਚ ਕੋਈ ਵੀ ਜਿਹੜੀਆਂ ਸੰਗਤਾਂ ਇਸ ਗੱਲ ਨੂੰ ਲੈ ਕੇ ਕੋਈ ਚਿੰਤਤ ਨੇ, ਇੱਥੇ ਬਿਲਕੁਲ ਨਾਰਮਲ ਹੈ। ਅਸੀਂ ਸਾਰਾ, ਮੈਨੂੰ ਲੱਗਦਾ ਕਿ ਅੱਜ ਸਿੰਘੂ ਬਾਰਡਰ ਐਂਡ ਤੋਂ ਸਟਾਰਟਿੰਗ ਤੱਕ ਸਾਰਾ ਅਸੀਂ ਅੱਜ ਟਰੈਵਲ ਕੀਤਾ, ਕਿਤੇ ਕੋਈ ਦਹਿਸ਼ਤ ਦਾ ਕੋਈ ਮਾਹੌਲ ਨਹੀਂ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ। ਜਿੱਦਾਂ ਪਹਿਲਾਂ ਚੱਲ ਰਿਹਾ ਸੀ, ਮੈਨੂੰ ਲੱਗਦਾ ਉਹਦੇ ਨਾਲ ਡਬਲ ਟ੍ਰਿਪਲ ਸੰਗਤ ਅਜੇ ਇੱਥੇ ਮੌਜੂਦ ਹੈ। ਬਿਲਕੁਲ ਜੀ, ਅੱਜ ਮੈਂ ਹੁਣੇ ਨਰੇਲਾ ਵੀ ਜਾ ਕੇ ਆਇਆ। ਸੋ ਆਟੋ ਚੱਲ ਰਹੇ ਆ, ਆਟੋ ਵਾਲੇ ਸਟਾਰਟਿੰਗ ਤੋਂ ਐਂਡ ਤੱਕ ਹੈਗੇ ਆ, ਕੋਈ ਦਿੱਕਤ ਨਹੀਂ। ਸਾਡੇ ਕੋਲ ਡਾਕਟਰਸ ਦੀ ਟੀਮ ਦਿੱਲੀ ਤੋਂ ਵੀ ਆਈ ਹੈ, ਕੋਈ ਪਰੇਸ਼ਾਨੀ ਵਾਲੀ ਐਡਾ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਅਸੀਂ ਇਹ ਵੀ ਚਾਹੁੰਦੇ ਆ ਵੀ ਚਲੋ ਹੁਣ ਆਪਸ 'ਚ ਵੀ ਕਿਸੇ ਤਰ੍ਹਾਂ ਦਾ ਇਹ ਟਾਈਮ ਆਪਸ 'ਚ ਫਰਕ ਪਾਉਣ ਦਾ ਨਹੀਂ ਹੈ, ਇਹ ਮਿਲ ਜੁਲ ਕੇ ਸੰਘਰਸ਼ ਨੂੰ ਇਕਜੁੱਟ ਹੋ ਕੇ ਸਿਰੇ ਲਾਉਣ ਦਾ ਹੈਗਾ, ਤਾਂ ਜੋ ਕਾਨੂੰਨ ਵਾਪਸ ਹੋਣ ਤੇ ਸਭ ਆਪਣੇ ਘਰੇ ਰਾਜੀ ਖੁਸ਼ੀ ਜਾਣ। ਸੋ ਬਿਲਕੁਲ, ਬਹੁਤ ਵਧੀਆ ਭਾਈ ਸਾਹਿਬ ਨੇ ਨਾਲ ਜੋੜੀ ਹੈ ਕਿ ਠੀਕ ਹੈ, ਥੋੜਾ ਮੁਲਾਂਕਣ ਕਰਕੇ ਆਪਣੀ ਅਗਲੀ ਰਣਨੀਤੀ ਬਣਾਉਣੀ, ਪਰ ਇਸ ਨੂੰ ਬਹਿਸ ਵਿਸਾਹ ਵਿੱਚ ਜਾਂ ਕਿਸੇ ਨੂੰ ਨੀਵਾਂ ਦਿਖਾਉਣਾ, ਦੂਜੇ ਨੂੰ ਉੱਚਾ ਚੁੱਕਣਾ, ਇਸ ਗੱਲ ਦਾ ਸਮਾਂ ਨਹੀਂ ਹੈ। ਸਾਨੂੰ ਸਿਰਫ ਇੱਕੋ ਆਪਣਾ ਗੋਲ ਜਿਹੜਾ ਉਹ ਕਾਲੇ ਕਾਨੂੰਨ ਵਾਪਸ ਕਰਾਉਣ ਦਾ, ਉਹ ਗੋਲ ਸਾਡੇ ਸਾਹਮਣੇ ਹੋਏ ਤੇ ਅਸੀਂ ਉਹਦੇ ਵੱਲ ਨਿਰੰਤਰ ਵਧਦੇ ਰਹਿਣਾ। ਜਿਹੜਾ ਵੀ ਪ੍ਰੋਗਰਾਮ ਆਉਂਦੇ ਸਮੇਂ 'ਚ, ਕਿਉਂਕਿ ਐਕਸਪੀਰੀਅੰਸ
ਤੋਂ ਹੀ ਆਪਾਂ ਸਿੱਖਦੇ ਆ ਨਾ। ਇਹ ਜਿਹੜਾ ਐਕਸਪੀਰੀਅੰਸ ਕੱਲ ਹੋਇਆ, ਮੈਨੂੰ ਲੱਗਦਾ ਕਿ ਇਹਦੇ ਤੋਂ ਅਸੀਂ ਹੋਰ ਸਿੱਖਾਂਗੇ ਕਿ ਆਪਣੇ ਜਿਹੜਾ ਡਿਸਪਲਿਨ ਆ ਉਸਨੂੰ ਕਿਸ ਢੰਗ ਦੇ ਨਾਲ ਮੇਨਟੇਨ ਕਰਨਾ ਕਿ ਕੋਈ ਕਿਸੇ ਹੋਰ ਦਿਸ਼ਾ ਦੇ ਵੱਲ ਉਹਨੂੰ ਨਾ ਲੈ ਕੇ ਜਾ ਸਕੇ ਸਾਡੀ। ਬਿਲਕੁਲ ਜੋ ਵੀ ਫੈਸਲੇ ਹੋਣੇ ਚਾਹੀਦੇ ਹੈ ਉਹ ਬਿਲਕੁਲ ਮਤਲਬ ਸਟੇਟ ਫਾਰਵਰਡ ਆਪਣੇ ਨਿਸ਼ਚਿਤ ਹੋਣੇ ਚਾਹੀਦੇ ਹੈ ਵੀ ਇਸ ਡੇਟ ਨੂੰ ਅਸੀਂ ਇੱਥੇ ਹੀ ਜਾਣਾ, ਆ ਚੀਜ਼ ਕਰਨੀ ਹੈ, ਉਹ ਕਲੀਅਰ ਹੋਣਾ ਚਾਹੀਦਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਇੱਕ ਟਰਾਲੀ ਤੋਂ ਲੈ ਕੇ ਲਾਸਟ ਟਰਾਲੀ ਤੱਕ ਪਤਾ ਹੋਣਾ ਚਾਹੀਦਾ ਵੀ ਸਾਡਾ ਅਗਲਾ ਜੋ ਕਦਮ ਹੈ ਅਸੀਂ ਕਿਵੇਂ ਤੁਰਨਾ ਹੈ। ਤਾਂ ਉਹਦੇ 'ਚ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਸਾਵਧਾਨੀ ਨਾਲ ਔਰ ਬਹੁਤ ਕੇਅਰਫੁਲੀ ਆਪਣਾ ਜੋ ਸਟੈਪ ਹੈ ਉਹਨਾਂ ਨੂੰ ਚੁੱਕਣਾ ਪੈਣਾ ਹੈ। ਬਿਲਕੁਲ ਮੈਂ ਸਮਝਦਾ ਕਿ ਆਉਂਦੇ ਸਮੇਂ 'ਚ ਕਿਉਂਕਿ ਇਹ ਸੰਘਰਸ਼ ਜੇ ਲੰਬਾ ਚੱਲੇਗਾ, ਨੋ ਡਾਊਟ ਇਸ ਸੰਘਰਸ਼ ਨੇ ਜਾਂ ਇਸ ਇਕੱਤਰਤਾ ਨੇ ਸਰਕਾਰਾਂ ਨੂੰ ਜ਼ਰੂਰ ਦਿਖਾ ਦਿੱਤਾ ਕਿ ਕਿਸਾਨ ਕਿੰਨੇ ਜ਼ਿਆਦਾ ਪਰੇਸ਼ਾਨ ਨੇ ਤੇ ਕਿੰਨੀਆਂ ਤਕਲੀਫਾਂ ਦੇ ਵਿੱਚੋਂ ਦੀ ਚੱਲਦੇ ਹੋਏ ਇੱਥੋਂ ਤੱਕ ਸਾਰੇ ਪਹੁੰਚੇ ਨੇ। ਸੋ ਇਹ ਸੰਘਰਸ਼ਾਂ ਦੇ ਵਿੱਚ ਥੋੜੇ ਬਹੁਤੇ ਉਤਰਾਅ ਚੜਾਅ ਇੱਦਾਂ ਦੇ ਆਉਂਦੇ ਨੇ ਕਿਉਂਕਿ ਸਾਨੂੰ ਉਮੀਦਾਂ ਜ਼ਿਆਦਾ ਸਨ। ਤੁਸੀਂ ਵੀ ਕਾਫੀ ਲੰਬੇ ਅਰਸੇ ਤੋਂ ਬੈਠੇ ਹੋ, 26 ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਸੀ, ਮੈਨੂੰ ਲੱਗਦਾ ਸਾਨੂੰ ਥੋੜਾ ਜਿਹਾ ਉਹ ਜ਼ਿਆਦਾ ਤਾਂ ਮਹਿਸੂਸ ਹੋ ਰਿਹਾ। ਬਿਲਕੁਲ ਭਾਜੀ ਬਿਲਕੁਲ। ਜਦੋਂ ਅਸੀਂ ਤੁਰੇ ਸੀਗੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ, ਡਾਕਟਰ ਸਤਨਾਮ ਨਾਲ, ਕਿ ਯਾਰ ਅੱਜ ਨਾ ਜੋ ਲੋਕ ਡਿਪਰੈਸ਼ਨ 'ਚ ਨੇ ਨਾ ਉਹ ਡਿਪਰੈਸ਼ਨ 'ਚੋਂ ਬਾਹਰ ਆ ਜਾਣਗੇ। ਜਿਵੇਂ ਦਾ ਮਾਹੌਲ ਸੀਗਾ, ਬਜ਼ੁਰਗ ਪੈਦਲ ਭੱਜੇ ਜਾ ਰਹੇ ਹੈ ਔਰ ਇਦਾਂ ਐਡਾ ਉਤਸ਼ਾਹ ਸੀਗਾ ਨਾ ਵੀ ਮੈਂ ਕਹਿੰਦਾ ਐ ਲੱਗਦਾ ਸੀਗਾ ਜਦੋਂ ਪੰਜਾਬ 'ਚੋਂ ਟਰੈਕਟਰਾਂ ਦੀ ਸੁਨਾਮੀ ਆ ਗਈ ਹੈ ਵੀ ਪੂਰਾ ਵਧੀਆ ਮਾਹੌਲ ਸਭ ਕੁਝ। ਲੇਕਿਨ ਉੱਥੇ ਜਾ ਕੇ ਜਾਣ ਤੋਂ ਬਾਅਦ ਵੀ ਸਾਨੂੰ ਬਾਅਦ 'ਚ ਪਤਾ ਚੱਲਿਆ ਵੀ ਆਹ ਚੀਜ਼ ਹੋ ਗਈ ਹੈ। ਤੇ ਬਿਲਕੁਲ ਉਸ ਚੀਜ਼ ਨੂੰ ਇੱਕ ਐਸੇ ਢੰਗ ਦੇ ਨਾਲ ਹਾਈਲਾਈਟ ਕਰ ਦਿੱਤਾ ਗਿਆ ਜਾਂ ਸਾਰਿਆਂ ਨੂੰ, ਮੈਨੂੰ ਲੱਗਦਾ ਉੱਥੇ ਸਾਡੀ ਕਿਤੇ ਨਾ ਕਿਤੇ ਪ੍ਰਬੰਧਕਾਂ ਦੀ ਵੀ ਮਿਸਮੈਨੇਜਮੈਂਟ ਆ ਕਿ ਅਸੀਂ ਬਾਕੀ ਦੇ ਪ੍ਰਬੰਧ ਨੂੰ ਨਹੀਂ ਮੈਨੇਜ ਕਰ ਸਕੇ। ਚਲੋ 500-400 ਜਿਹੜਾ ਸਾਡਾ ਬੰਦਾ ਜਿਹੜਾ ਟਕਰਾਅ 'ਚ ਆ ਗਿਆ, ਉਸ ਤੋਂ ਇਲਾਵਾ ਜਿਹੜਾ ਲੱਖਾਂ ਲੋਕ ਹੋਰ ਸਨ ਉਹਨਾਂ ਨੂੰ ਜੋ ਸਹੀ ਡਾਇਰੈਕਸ਼ਨ ਜਾਂ ਸਹੀ ਜੋ ਤਰੀਕੇ ਦੇ ਨਾਲ ਮੈਨੇਜ ਕਰਨਾ ਜਾਂ ਉਹਨਾਂ ਨੂੰ ਸਹੀ ਗਾਈਡੈਂਸ ਦੇਣੀ ਜਾਂ ਉਹਨਾਂ ਨੂੰ ਅਗਲਾ ਆਪਣਾ ਸਹੀ ਢੰਗ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਣਾ, ਉੱਥੇ ਅਸੀਂ ਕਿਤੇ ਨਾ ਕਿਤੇ ਮਿਸ ਕੀਤਾ ਸੀ। ਉਹਦੇ ਲਈ ਵੀ ਨਾ ਸਾਡੇ ਹੁਣ ਚਲੋ ਜੋ ਹੋ ਗਿਆ ਸੋ ਹੋ ਗਿਆ। ਹੁਣ ਜੋ ਸਾਡੇ ਸਟੇਜ ਆਗੂ ਨੇ ਇਹਨਾਂ ਨੂੰ ਟੀਮ ਬਣਾ ਕੇ ਨਾ ਜਿੱਥੇ ਲੰਗਰ ਚੱਲਦੇ ਆ ਤੇ ਟਰਾਲੀਆਂ ਤੱਕ ਆਪ ਵਿੱਚ ਵਿਚਰਨਾ ਚਾਹੀਦਾ ਹੈ ਲੋਕ। ਜਦੋਂ ਤੱਕ ਦੇਖੋ ਹੁਣ ਅਸੀਂ ਇੱਥੇ ਮੈਡੀਕਲ ਕੈਂਪ ਦੇ ਰਹੇ ਹਾਂ, ਜਦੋਂ ਜਾ ਕੇ ਆਪਾਂ ਸੰਗਤ ਨਾਲ ਆਪ ਜਾ ਕੇ ਵਿਚਰਾਂਗੇ ਟੀਮ ਬਣਾ ਕੇ ਤਾਂ ਬਹੁਤ ਸਾਰੀਆਂ ਔਕੜਾਂ ਦਾ ਪਤਾ ਲੱਗਦਾ ਤੇ ਬਹੁਤ ਸਾਰੀਆਂ ਪ੍ਰੋਬਲਮਾਂ ਦੇ ਹੱਲ ਹੁੰਦੇ ਆ ਤੇ ਉਹਨਾਂ ਦਾ ਵੀ ਹੌਸਲਾ ਬੁਲੰਦ ਹੁੰਦਾ ਹੈ। ਨਾਲੇ ਜਦੋਂ ਆਪਾਂ ਮਿਲਦੇ ਇੱਕ ਦੂਸਰੇ ਨੂੰ ਤੇ ਉਹ ਸਾਡੀ ਤਾਕਤ ਵਧਦੀ ਹੈ ਉਹਦੇ ਨਾਲ। ਬਿਲਕੁਲ ਉਹੀ ਸੇਮ ਜੋ ਤੁਸੀਂ ਗੱਲ ਕਹੀ ਹੈ ਕਿ ਮੈਨੇਜਮੈਂਟ ਹੁਣ ਵਧੀਆ ਚਲਾਉਣ ਦੀ ਜ਼ਰੂਰਤ ਹੈ, ਮੈਨੇਜਮੈਂਟ ਨੂੰ ਪੁਖਤਾ ਕਰਨਾ ਪੈਂਦਾ, ਬਹੁਤ ਵੱਡੀ ਪੁਖਤਾ ਮੈਨੇਜਮੈਂਟ ਦੀ ਜ਼ਰੂਰਤ ਹੈ ਤੇ ਇਸ ਚੀਜ਼ ਨੂੰ ਲੈ ਕੇ ਸਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਉਂਦੇ ਜਿਹੜੇ ਪ੍ਰਬੰਧ ਹੈ ਉਹ ਦੇਖਣੇ ਪੈਣਗੇ। जिंदाबाद मोदी सरकार, मुर्दाबाद मुर्दाबाद मुर्दाबाद। जय जवान जय किसान, किसान मजदूर एकता जिंदाबाद, जिंदाबाद जिंदाबाद, किसान आंदोलन जिंदाबाद, जिंदाबाद जिंदाबाद, किसान आंदोलन जिंदाबाद, जिंदाबाद जिंदाबाद, काले कानून मुर्दाबाद, मुर्दाबाद मुर्दाबाद, काले कानून वापस लो, वापस लो वापस लो, समर्थन मूल्य गारंटी कानून पास करो, पास करो पास करो, समर्थन मूल्य गारंटी कानून पास करो, पास करो पास करो। इनकलाब जिंदाबाद इनकलाब जिंदाबाद, लड़ेंगे जीतेंगे, मोदी सरकार की तानाशाही नहीं चलेगी, नहीं चलेगी नहीं चलेगी, तानाशाही नहीं चलेगी, नहीं चलेगी नहीं चलेगी, दादागिरी नहीं चलेगी, नहीं चलेगी नहीं चलेगी, बैरिकेटिंग नहीं चलेगा, नहीं चलेगा नहीं चलेगा, आंसू गैस नहीं चलेंगे, नहीं चलेंगे नहीं चलेंगे, वाटर कैनन नहीं सहेंगे, नहीं सहेंगे नहीं सहेंगे, हिला हवाला नहीं चलेगा, नहीं चलेगा नहीं चलेगा, हेरा फेरी नहीं चलेगी, नहीं चलेगी नहीं चलेगी, लेट लती भी नहीं चलेगी, नहीं चलेगी नहीं चलेगी, काले कानून वापस लो, वापस लो वापस लो। इनकलाब। ਸੋ ਇਹ ਛੱਤੀਸਗੜ੍ਹ ਤੋਂ ਆਇਆ ਹੋਇਆ ਪੂਰਾ ਜਥਾ ਹੈ, ਕਿਸਾਨ ਸੰਘ ਛੱਤੀਸਗੜ੍ਹ ਤੋਂ ਹੋਰ ਪਹੁੰਚੇ ਹੋਏ ਨੇ, ਸਾਰੇ ਕਿਸਾਨ ਵਲੰਟੀਅਰਸ पहुंचे ने, इन्हों ने गल करते हैं। हाँ जी भाई साहब जी क्या नाम है आपका, कहाँ से आए जी? जी मैं सुदेश टीकम हूँ, मैं छत्तीसगढ़ किसान संघ और जिला किसान संघ राजनांदगांव का संयोजक हूँ, छत्तीसगढ़ किसान आंदोलन का भी संयोजक हूँ और हम यहाँ पर किसान गणतंत्र परेड में भाग लेने के लिए आए हुए हैं और अभी भी हैं। 14 तारीख से हमारे साथी वैसे पहले से हैं, ये हम लोग जो आए वो हमारा तीसरा जत्था है ना। किसान गणतंत्र परेड में हमने भाग लिया है और
इस ऐतिहासिक कार्यक्रम का हिस्सा होने पे हमें गर्व है और हम दृढ़ संकल्पित हैं कि जब तक के ये काले कानून वापस नहीं होंगे और तब तक हमारा संघर्ष जारी रहेगा। हम 2 रणनीति पे काम कर रहे हैं, एक प्रदेश में आंदोलन को और विस्तार देने का और दूसरा दिल्ली में जो आंदोलन हो रहा है उसको और मजबूती और साथ देने की। आपसे और सवाल करने से पहले मैं उस तस्वीर के बारे में पूछना चाहूंगा, वो जो तस्वीर लगी हुई है वो किन की तस्वीर है? छत्तीसगढ़ के सपूत जो हैं, है ना, वीर गुंडाधुर जी का है, जिन्होंने अंग्रेजों के साथ लड़ी है ना, ये पूरे बस्तर के क्षेत्र को, है ना, अंग्रेजों से मुक्त कराए थे और हम इन्हीं का संदेश कर रहे हैं, अन्याय के खिलाफ लड़ने का है, वीर गुंडाधुर का रास्ता अमल करो। हमारे छत्तीसगढ़ के प्रथम स्वतंत्रता संग्राम सेनानी वीर नारायण सिंह जी है, वो भी अन्याय के खिलाफ उन्होंने लड़ाई लड़ी थी, उनका संदेश लेकर के आए हैं कि हम अन्याय के खिलाफ संघर्ष करें। तो अभी क्या महसूस कर रहे हैं यहाँ पे आके? यहाँ पे सारा हिंदुस्तान का किसान एकत्र हुआ खड़ा है जी, आपको क्या महसूस हो रहा है? जी, बहुत पहले ये कहा जाता था कि किसान एक नहीं हो सकते, है ना, लेकिन हिंदुस्तान के किसान इस तीनों काले कानूनों की वापसी के और समर्थन मूल्य गारंटी के मुद्दे पे एक सूत्र में बंध गए हैं। ये बहुत अच्छा, क्या बोलते हैं, शुभ संकेत है पूरे देश के लिए, न सिर्फ किसान के लिए। और हम ये इस गणतंत्र दिवस के अवसर पे जब लाखों किसान देश की राजधानी के सड़क पर उतरते हैं और अपनी बात कहते हैं, तो वो एक सच्चे मायने में गणतंत्र की स्थापना में आम जन की भागीदारी की एक, क्या बोलते हैं, का अवसर होता है। ये हमारे देश के लोकतंत्र के लिए भी बहुत शुभ लक्षण है। तो बिल्कुल लोकतंत्र के लिए बहुत शुभ लक्षण कहा जा सकता है। एक बात और है, किसान तो जुड़ चुके हैं, लेकिन समाज का कुछ लोग ऐसे भी हैं जो अभी भी इस सारे काले कानूनों का जो रियलिटी है उसको समझ नहीं पा रहे। आप उनको कैसे समझाना चाहेंगे? जी देखिए, ये एक जागरूकता निर्माण का कार्यक्रम है और मोदी सरकार जितना विलंब कर रही है इस काले कानून की वापसी में, उतना ही इस विषय पर लोगों में, जनता में, मुख्य धारा में वाद संवाद हो रहा है और जागरूकता निर्माण की यही प्रक्रिया है। आप, ऐसा कुछ नहीं है कि आप स्विच ऑन करेंगे और सारे लोगों के समझ में आ जाएगा, लेकिन लोग ये समझ गए हैं कि राजनीति और कारपोरेट का एक गठजोड़ होता है। वो देश के हितों के खिलाफ जा रहा है, लगातार वो जनता के हितों के खिलाफ जा रहा है। अब सरकार के हर निर्णय को आम नागरिक उस निगाह से देखेगा कि ये जनता के हित में है या जनता के खिलाफ है। उस आधार पे, क्या बोलते हैं, आकलन करने की शुरुआत अब जनता करेगी। तो ये भी बहुत शुभ लक्षण हम मांगते हैं। अब आप सिर्फ लोगों को भावनाओं में भटका करके कोई भी अपना षड्यंत्र जो है पूरा नहीं कर सकेगी, चाहे किसी की भी सरकार हो। सभी सरकारों को पता चल गया जी, लोग जाग चुके हैं। हाँ जी। तो आपको समर्थन मूल्य की गारंटी आपके लिए ज्यादा मायने रखती है आपके क्षेत्र के लिए? नहीं, देखिए, समर्थन मूल्य गारंटी कानून मायने रखता है और इन काले कानूनों की वापसी भी बहुत मायने रखती है, जो देश को कारपोरेट का गुलाम करके हमारे यहाँ की कृषि आधारित ग्रामीण अर्थव्यवस्था को पूरा चौपट करने का इनने जो साजिश किया था चंद लोगों को फायदा पहुंचाने के लिए, तो उसका भी पर्दाफाश हुआ है। हम ये नहीं कहते, देखिए, हम जब लोगों के बीच में जाते हैं तो आप जितने अच्छे से समर्थन मूल्य की अनिवार्यता को समझा पाते हैं, तो उससे आपको ज्यादा समय और मेहनत करनी पड़ती है 3 कानूनों के, हाँ, उसको समझाने, उसकी बुराइयों को समझाने में। तो ये तो एक, क्या बोलते हैं, जागरूकता निर्माण की प्रक्रिया का एक अंश है। जो आसानी से बात समझ में आए अपने साथी को, वो आप पहले कीजिए। तो अभी छत्तीसगढ़ में कैसा इसका प्रभाव चल रहा है जो संयुक्त किसान मोर्चे का? जी, संयुक्त किसान मोर्चा और उससे भी पहले अखिल भारतीय किसान संघर्ष समन्वय समिति के माध्यम से जो भी आह्वान हुए हैं, है ना,
चाहे 18 का किसान संसद हो, है ना, तब भी छत्तीसगढ़ भागीदारी करता रहा है। और अभी चाहे समर्थन मूल्य अधिकार दिवस मनाने की बात हो, चाहे हमारे शहीदों को, किसान आंदोलन के शहीदों को श्रद्धांजलि देने की बात हो, या विरोध में चक्का जाम करने की बात हो, या राजभवन में प्रदर्शन करने की बात हो, या फिर ट्रैक्टर रैलियों के आयोजन की बात हो, हर बात पे हम वहां पर सक्रिय हैं और आयोजन हो रहे हैं। 26 जनवरी को छत्तीसगढ़ के हर जिले मुख्यालय के साथ साथ कई, हमारे यहाँ तो चौकी मुख्यालय में भी हाँ प्रदर्शन हुए हैं, ट्रैक्टर रैली निकली। ट्रैक्टर रैली जी। तो अभी सरकार को क्या कहना चाहेंगे? देखिए, सरकार से हमारा विनम्र आग्रह है, जनता की भावना को समझें, है ना। अरे इतने जन दबाव में तो सरकार जो है अच्छा कानून भी वापस ले लेती है, लेकिन ये तो काले कानून है। कृपा करके मुख्यमंत्री प्रधानमंत्री मोदी जी, आप ये जल्दी से जल्दी काले कानून वापस लेके देश के हर किसान को समर्थन मूल्य गारंटी का कानून दे दीजिए, जो कि न सिर्फ किसान मजदूर के हित में होगा, आम उपभोक्ता, आम जन और पूरे राष्ट्र के हित में होगा। यही हम अपील पुनः हमारे प्रधानमंत्री जी से करना चाहेंगे। बिल्कुल, प्रधानमंत्री जी ਨੂੰ ਇਹ ਅਪੀਲ ਹੈ। ਬੜੀ ਸੋਹਣੀ ਗੱਲ ਸਾਡੇ ਕਿਸਾਨ ਨੇਤਾ ਜੀ ਨੇ ਕੀਤੀ ਹੈ ਕਿ ਜੇ ਇੰਨਾ ਵਿਰੋਧ ਹੋ ਰਿਹਾ ਤੇ ਫਿਰ ਤਾਂ ਚੰਗਾ ਕਾਨੂੰਨ ਹੋਏ ਤਾਂ ਉਹ ਵੀ ਵਾਪਸ ਕਰ ਲੈਣਾ ਚਾਹੀਦਾ ਹੈ। ਇਹ ਤਾਂ ਫੇਰ ਵੀ ਕਾਲੇ ਕਾਨੂੰਨ ਨੇ। ਸੋ ਜ਼ਰੂਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਮਸਲੇ ਤੇ ਗੰਭੀਰਤਾ ਦੇ ਨਾਲ ਸੋਚਣਾ ਪਏਗਾ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜਿੱਥੇ ਕਿਸਾਨ ਜੁੜੇ ਨੇ ਤੇ ਛੱਤੀਸਗੜ੍ਹ ਦੇ ਕਿਸਾਨ ਅਜੇ ਵੀ ਮੋਰਚੇ ਤੇ ਡਟੇ ਹੋਏ ਨੇ। जय जवान, जय किसान, किसान मजदूर एकता जिंदाबाद, जिंदाबाद जिंदाबाद, किसान आंदोलन जिंदाबाद, जिंदाबाद जिंदाबाद, काले कानून मुर्दाबाद, मुर्दाबाद मुर्दाबाद, समर्थन मूल्य गारंटी कानून पास करो, पास करो पास करो, इंकलाब जिंदाबाद, लड़ेंगे जीतेंगे, जिला किसान संघ जिंदाबाद, जिंदाबाद जिंदाबाद, छत्तीसगढ़ किसान आंदोलन जिंदाबाद, जिंदाबाद जिंदाबाद, देश का किसान आंदोलन जिंदाबाद, जिंदाबाद जिंदाबाद, इंकलाब जिंदाबाद, लड़ेंगे। ਬਿਲਕੁਲ ਲੜਾਂਗੇ, ਜਿੱਤਾਂਗੇ, ਇਹ ਨਾਰੇ ਵੱਜਦੇ ਪਏ ਨੇ ਇਸ ਮੁੱਖ ਸਟੇਜ ਦੇ ਨਜ਼ਦੀਕ। ਇਸ ਵਕਤ ਅਸੀਂ ਖੜੇ ਆ, ਛੱਤੀਸਗੜ੍ਹ ਦੇ ਕਿਸਾਨ ਡਟੇ ਹੋਏ ਨੇ, ਆਏ ਨੇ ਜਿੱਤਣ ਦੇ ਵਾਸਤੇ ਆਏ ਨੇ ਤੇ ਜਿੱਤ ਕੇ ਜਾਣਾ ਹੈ। ਸੋ ਇਹ ਇੱਥੋਂ ਦਾ ਗਰਮਜੋਸ਼ੀ, ਇੱਥੋਂ ਦਾ ਮਾਹੌਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ। ਹਾਂਜੀ ਵੀ ਬਾਬਾ ਜੀ, ਚੜ੍ਹਦੀ ਕਲਾ ਜੀ, ਆਹ ਜਿੱਤਾਂਗੇ ਜਿੱਤਾਂਗੇ। ਸੋ ਸਾਡੇ ਕਿਸਾਨ ਵੀਰ ਆਏ ਹੋਏ ਨੇ। ਕਿੱਥੋਂ ਆਏ ਵੀਰ ਜੀ ਤੁਸੀਂ? ਅਸੀਂ ਨਸਰਾਲੀ ਪਿੰਡ ਤੋਂ ਜੀ। ਕਿਹੜਾ ਜ਼ਿਲ੍ਹਾ? ਲੁਧਿਆਣਾ ਜ਼ਿਲ੍ਹਾ ਜੀ। ਲੁਧਿਆਣਾ ਜ਼ਿਲ੍ਹਾ। ਹਾਂਜੀ। ਤੇ ਆ ਜੋਸ਼ ਵੇਖ ਕੇ ਛੱਤੀਸਗੜ੍ਹ ਵਾਲਿਆਂ ਦਾ ਕਿਵੇਂ ਮਹਿਸੂਸ ਕਰਦੇ ਆ? ਛੱਤੀਸਗੜ੍ਹ ਵਾਲਿਆਂ ਦਾ ਜੋਸ਼ ਜੀ, ਇਹ ਹੁਣ ਸਾਰੇ ਸੂਬਿਆਂ ਦਾ ਜੀ ਹਾਂਜੀ, ਸੰਘਰਸ਼ ਹੋ ਗਿਆ। ਆਹਾ। ਇੱਕ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈਗਾ, ਇਹ ਕਿਸਾਨੀ ਸੰਘਰਸ਼ ਆ। ਜੋ ਰਾਤ ਕੱਲ 26 ਜਨਵਰੀ ਨੂੰ ਹਰਕਤ ਹੋਈ ਆ, ਇਹ ਬਹੁਤ ਮਾੜੀ ਹੋਈ ਆ। ਇਹ ਸਰਕਾਰ ਦੀ ਪਾਲਿਸੀ ਆ ਇਸ ਸੰਘਰਸ਼ ਨੂੰ, ਕਿਸਾਨੀ ਸੰਘਰਸ਼ ਨੂੰ ਤੋੜਨ ਵਾਸਤੇ। ਇਹ ਸੰਘਰਸ਼ ਇਸ ਤਰ੍ਹਾਂ ਨਹੀਂ ਟੁੱਟਣਾ, ਜਿੰਨੀਆਂ ਮਰਜ਼ੀ ਉਹ ਆਪਣੀਆਂ ਚਾਲਾਂ ਚੱਲ ਲਵੇ। ਜਿੰਨਾ ਚਿਰ ਅੰਦੋਲਨ ਕਿਸਾਨ ਜਿੱਤ ਕੇ ਹਾਸਲ ਨਹੀਂ ਕਰਦੇ, ਆਪਣੇ ਘਰਾਂ ਨੂੰ ਨਹੀਂ ਪਾਤਣਗੇ। ਕਿਸਾਨ ਯੂਨੀਅਨ ਜਿੰਦਾਬਾਦ, किसान यूनियन जिंदाबाद। तो बिल्कुल। हाँ जी, हाँ जी भाई साहब, आपका नाम? मेरा नाम मिश्रा, बिहार का रहने वाला हूँ। मिश्रा, हाँ जी, ठीक है। पंडित जी, मिश्रा पंडित जी। मिश्रा पंडित जी। हाँ जी। पंडित जी, क्या आप प्रवचन करेंगे इस मौके पे? आज सुनिए ना। जी। तो लुधियाना, जलंधर, अम्बाला, चंडीगढ़ से सरदार जी आए हैं सिंधु बॉर्डर पे, तो इनकी क्या बात होता है सुनाता हूँ मैं। वाह जी वाह, वाह जी वाह। सरदार जी आपकी हो रही जय जयकार, जगत में डंका बाज रहा, जगत में डंका बाज रहा, जगत में डंका बाज रहा। सरदार जी आपकी हो रही जय जयकार, जगत में डंका बाज रहा। जय हो गुरु नानक बाबा की। सरदार जी आपकी हो रही जय जयकार, जगत में डंका बाज रहा। जय हो गुरु नानक बाबा की। सरदार जी आपकी हो रही जय जयकार, जगत में डंका बाज रहा। जय हो गुरु नानक बाबा की। सरदार जी
अब की हो रही जय जयकार जगत में डंका बाज रहा सरदार जी अब की हो रही जय जयकार जगत में डंका बाज रहा सरदार जी अब की हो रही जय जयकार जगत में डंका बाज रहा डंका बाज रहा सरदार जी अब की हो रही जय जयकार जगत में डंका बाज रहा डंका बाज रहा डंका बाज रहा सरदार जी अब की हो रही जय जयकार जगत में डंका बाज रहा जय हो गुरु नानक बाबा की जय पंडित जी ने जय जयकार करती सरदारां दी ते गुरु नानक साहब दी सदा ही जय होए सदा ही जय होए। ते मैं समझदा कि उन्हां दी मेहर रहमत दे नाल ऐसे मोर्चे ਜਿਹੜੇ ਲੱਗੇ ਨੇ ਤੇ ਜਿੱਤਣਾ ਹੈ ਤੇ ਜਿੱਤ ਕੇ ਹੀ ਜਾਣਾ ਹੈ। ਸਾਡੇ ਨਾਲ ਬਵਨੀਤ ਮਹੰਤ ਜੀ ਨੇ ਇਹ ਵੀ ਉਸ ਵੇਲੇ ਮੌਕੇ ਤੇ ਮੌਜੂਦ ਸਨ ਜਦੋਂ ਸਾਰਾ ਘਟਨਾਕ੍ਰਮ ਵਾਪਰਿਆ ਲਾਲ ਕਿਲੇ ਵਾਲਾ। ਕੁਝ ਇਹਨਾਂ ਦੇ ਵਿਚਾਰ ਸੁਣਦੇ ਆ ਜੀ। ਮੈਂ हाँ जी मैं पवनीत महंत ते कल भाजी असी भी ट्रालिया ते बह के उत्थे पहुंचे लाल किले ते जान लगे जदों असी देखा काफ़ी ज़्यादा तादाद च लोग गए हुए सीगे। उत्थे जान तो बाद जो दृश्य सी देख के काफ़ी ज़्यादा तकलीफ हुई। काफ़ी ज़्यादा ये भी देखा गया भी कुछ पुलिस वालियां वालों भी देखा गया भी गलत हो रहा सीगा ते कुछ साडे जेडे गलत आंसर जेडे विच वड़े हुए सीगे असल चो है नहीं सी किसान पर जिथे दो चार लोगों ने मैं देखा वो किसानों लिए उन्होंने कोई गल है नहीं सी पर वो माहौल नूं बिगाड़न की कोशिश कर रहे थे क्योंकि एक दो मैं नाम नहीं लेना चाहती भी किहड़े हो सीगे वो उन्होंने आके मैनू इस गल नूं कहना चाहया दो तीन वारी बकायदा मेरे को आए उन्होंने मैनू ये गल कही तुसीं देखो जी जाओ ये इदां तुहाडे नाल तशद्दुद कर रहे हो तुसीं जाके कोई एक्शन क्यों नहीं लैंदे। मैं उन्होंने कहा भाजी तुसीं अपना काम करो इस गल की कोई लोड़ नहीं हैगी। फिर दोबारा वो मेरे को घूम के दोबारा फिर आके 10 मिनट उन्होंने कहा ये देखो जी ये सारा माहौल बिगाड़ रहे हैं आप लोग इनके साथ एकजुट के होके क्यों नहीं लड़ते। मैं क्या देखो सारे भरा इत्थे लड़न नहीं आए पर वो बंदे दोबारा मुड़ के फिर आए उन्होंने फिर मैनू इदा कहना चाहा तो मैं उन्होंने कहा मैं खिंच के कंन ते मारना जी दोबारा तुसीं मेरे को आए तुसीं मैनू भड़का रहे हो क्यों भड़का रहे हो तुसीं मैनू कौन हो तुसीं वो तो दौड़ गए। हुण तुसीं ये दसो भी ਇਹਦੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਸਿੱਖ ਭਰਾਵਾਂ ਨੇ ਜਾਂ ਸਾਡੇ ਕਿਸਾਨ ਭਰਾਵਾਂ ਨੇ ਜਿਹੜੇ 2 ਮਹੀਨੇ ਤੋਂ ਸ਼ਾਂਤੀ ਨਾਲ ਬੈਠੇ ਹੈ ਵੀ ਉਹਨਾਂ ਨੇ ਐਸਾ ਕੁਝ ਕੀਤਾ। ਇਹ ਗਲਤ ਗੱਲਾਂ ਹੋ ਰਹੀਆਂ ਨੇ ਪਰ ਅਸੀਂ ਜਿਹੜੀ ਚੀਜ਼ ਉੱਥੇ ਦੇਖੀ ਉਹਦੇ ਵਿੱਚ ਇਹ ਹੈ ਵੀ ਇਹ ਇੱਕ ਜਾਲ ਸਾਜ਼ਿਸ਼ ਸੀਗੀ ਵਿੱਚ ਕਿਸਾਨਾਂ ਦਾ ਉਹਦੇ 'ਚ ਕੋਈ ਕਸੂਰ ਨਹੀਂ ਹੈਗਾ। ਇਹ ਸਾਜ਼ਿਸ਼ ਦੇ ਅਧੀਨ ਇਹ ਸਾਰਾ ਕੁਝ ਪਲਾਨ ਸੀ। ਹਾਂਜੀ ਹਾਂਜੀ ਮੈਂ ਨਹੀਂ ਕਹਿ ਰਹੀ ਵੀ ਸਰਕਾਰਾਂ ਨੇ ਕਰਾਇਆ ਮੈਂ ਨਹੀਂ ਕਹਿ ਰਹੀ ਕਿਸਾਨਾਂ ਨੇ ਕਰਾਇਆ ਪਰ ਜਦੋਂ ਅੱਖੀ ਦੇਖਿਆ ਤਾਂ ਉੱਥੇ ਦੇਖਿਆ ਵੀ ਕਈ ਬਾਹਰਲੇ ਲੋਕ ਵਿੱਚ ਵੜੇ ਹੋਏ ਸੀਗੇ ਜਿਹੜੇ ਚਾਹੁੰਦੇ ਸੀ ਵੀ ਇਹ ਕੁਝ ਹੋਵੇ और इस संघर्ष ਨੂੰ ਖਰਾਬ ਕਰਨ ਦੀ ਪੂਰੀ ਸਾਜ਼ਿਸ਼ ਕੀਤੀ ਗਈ ਹੈ। ਸੋ ਬਿਲਕੁਲ ਇਹ ਸਾਜ਼ਿਸ਼ ਜਿਹੜੀ ਹੋਈ ਹੈ ਵੈਸੇ ਆਮ ਤੌਰ ਤੇ ਵੀ ਐਸੀਆਂ ਸਾਜ਼ਿਸ਼ਾਂ ਜਾਂ ਐਸੇ ਤਰੀਕੇ ਵਰਤੇ ਜਾਂਦੇ ਰਹੇ ਨੇ ਕਦੀ ਵੀ ਜਿਹੜੇ ਵੀ ਸੰਘਰਸ਼ ਪਹਿਲੇ ਸਮਿਆਂ 'ਚ ਵੀ ਹੋਏ ਨੇ ਪਰ ਇਸ ਕਿਉਂਕਿ ਇਸ ਦਿਨ ਤੋਂ ਉਮੀਦਾਂ ਬੜੀਆਂ ਸੀ ਇਕੱਠ ਬਹੁਤ ਵੱਡਾ ਸੀ ਇੰਨਾ ਵੱਡਾ ਇਕੱਠ ਮੈਨੂੰ ਲੱਗਦਾ ਨਹੀਂ ਪਹਿਲਾਂ ਕਦੀ ਹੋਇਆ ਹੋਏਗਾ। ਹਾਂਜੀ ਮੈਂ ਤਾਂ ਭਾਈ ਸਭ ਸੋਚਿਆ ਹੀ ਨਹੀਂ ਸੀਗਾ ਵੀ ਸੁਪਨੇ 'ਚ ਵੀ ਇੰਨਾ ਇਕੱਠ ਕਦੇ ਨਹੀਂ ਦੇਖਿਆ ਇੰਨੀ ਇਕਜੁੱਟਤਾ ਨਹੀਂ ਦੇਖੀ ਇਹਨਾਂ ਦੇਸ਼ ਦੇ ਪ੍ਰਤੀ ਪਿਆਰ ਨਹੀਂ ਦੇਖਿਆ। ਕਿਉਂ ਨਹੀਂ ਦੇਖਿਆ ਕਿਉਂਕਿ ਅੱਜ ਤੱਕ ਇਹ ਜਿਹੇ ਕੋਈ ਮਾਹੌਲ ਨਹੀਂ ਬਣੇ ਹੈਗੇ ਪਰ ਅੱਜ ਪਹਿਲੀ ਵਾਰੀ ਇਹ ਕਾਲੇ ਕਾਨੂੰਨ ਹੋਏ ਸ਼ਾਇਦ ਇਸ ਕਾਲੇ ਕਾਨੂੰਨ ਦੇ ਚੱਲਦੇ ਅੱਜ ਸਾਨੂੰ ਇਸ ਚੀਜ਼ ਨੂੰ ਦੇਖਣ ਦਾ ਮੌਕਾ ਮਿਲਿਆ ਵੀ ਐਕਚੁਅਲੀ ਸਾਡੇ ਪੂਰੀ ਇਕਜੁੱਟਤਾ ਕਿੰਨੀ ਹੈ ਕਿੰਨਾ ਸਟਰੋਂਗ ਤਰੀਕੇ ਨਾਲ ਅਸੀਂ ਇਸ ਨਾਲ ਲੜ ਰਹੇ ਹਾਂ। ਇੱਕ ਗੱਲ ਹੋਰ ਬੜੀ ਜਿਹੜੀ ਕਿਉਂਕਿ ਕੁਝ ਮੀਡੀਆ ਦਾ ਹਿੱਸਾ ਬਾਰ-ਬਾਰ ਇਸ ਗੱਲ ਨੂੰ ਛਾਲ ਰਿਹਾ ਕਿ ਤਿਰੰਗੇ ਦਾ ਅਪਮਾਨ ਪਰ ਜੋ ਅਸੀਂ ਦੇਖਿਆ ਸ਼ਾਇਦ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਕਿ ਜਿੰਨੇ ਤਿਰੰਗੇ ਕੱਲ ਇੰਡੀਆ ਦੇ ਵਿੱਚ ਲਹਿਰਾਏ ਗਏ ਇੰਨੇ ਸ਼ਾਇਦ ਅੱਜ ਤੋਂ ਪਹਿਲਾਂ ਨਹੀਂ ਲਹਿਰਾਏ ਗਏ ਹੋਣਗੇ। ਮੈਨੂੰ ਲੱਗਦਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਤਿਰੰਗੇ ਝੰਡੇ ਜਿਹੜੇ ਸੀ ਟਰੈਕਟਰ ਟਰਾਲੀਆਂ ਤੇ ਲੱਗੇ ਸੀ। ਬਿਲਕੁਲ ਭਾਜੀ ਮੇਰੇ ਆਪਣੇ ਹੱਥ 'ਚ 2 ਤਿਰੰਗੇ ਸੀ ਉਹ ਕਿਉਂ ਸੀ ਇਸੇ ਵਾਸਤੇ ਸੀ ਸਾਡਾ ਜਜ਼ਬਾ ਸਾਡੇ ਦੇਸ਼ ਦੇ ਪ੍ਰਤੀ ਹੈਗਾ ਸਾਡੀ ਵੀ ਉਨੀ ਹੀ ਦੇਸ਼ ਭਗਤੀ ਦੇਸ਼ ਦੇ ਪ੍ਰਤੀ ਹੈ ਇੱਕ ਬੰਦੇ ਦਾ ਫਰਜ਼ ਬਣਦਾ ਉੱਥੇ ਜਿੰਨੇ ਤਿਰੰਗੇ ਲਹਿਰਾਏ ਗਏ ਦੇਖੋ ਜੇ ਸਿੱਖ ਸਾਹਿਬਾਨ ਦਾ ਤਿਰੰਗਾ ਲਹਿਰਾਇਆ ਉਹ ਤਾਂ ਸਦਾ ਤੋਂ ਅਮਰ ਹੈ ਉਹ ਤਾਂ ਹਮੇਸ਼ਾ ਲਹਿਰਾਂਦਾ ਰਹੇਗਾ ਸਰਕਾਰਾਂ ਨੂੰ ਇਤਰਾਜ਼ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਣ ਲੱਗਿਆ। ਜੇ ਕਿਸੇ ਨੇ
ਅਪਮਾਨ ਕੀਤਾ ਤਿਰੰਗੇ ਦਾ, ਉਹ ਗਲਤ ਹੈ, ਉਹ ਗਲਤ ਹੈ। ਔਰ ਅਸੀਂ ਨਹੀਂ ਚਾਹਾਂਗੇ ਵੀ ਉਹਦਾ ਅਪਮਾਨ ਹੋਣਾ ਚਾਹੀਦਾ। ਸਾਡਾ ਦੇਸ਼ ਹੈ, ਅਸੀਂ ਕਿਉਂ ਅਪਮਾਨ ਕਰਾਂਗੇ? ਇਹ ਸਾਡੀ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ, ਇਹਦਾ ਅਪਮਾਨ ਨਹੀਂ ਬਰਦਾਸ਼ਤ ਹੋਏਗਾ। ਸੋ ਬਿਲਕੁਲ ਇਹ ਸੰਘਰਸ਼ ਜਿਹੜਾ ਮੈਂ ਸਮਝਦਾ ਕਿ ਅੱਗੇ ਬਹੁਤ ਚਰਮ ਸੀਮਾ ਤੇ ਸੀ। ਉਮੀਦਾਂ ਸਾਨੂੰ ਬਹੁਤ ਵੱਡੀਆਂ ਸੀ 26 ਜਨਵਰੀ ਤੋਂ, ਇਸ ਵੱਡੇ ਇਕੱਠ ਤੋਂ, ਪਰ ਮੈਨੂੰ ਲੱਗਦਾ ਥੋੜਾ ਜਿਹਾ ਧਿਆਨ ਡਿਵਰਟ ਹੋਇਆ। ਪਰ ਜਲਦੀ ਹੀ ਆਪਾਂ ਇਸ ਨੂੰ ਰਿਕਵਰ ਕਰਕੇ ਫਿਰ, ਕਿਉਂਕਿ ਹੁਣੇ ਹੀ ਆਪਾਂ ਥੋੜੀ ਦੇਰ ਪਹਿਲਾਂ ਦੇਖਿਆ ਛੱਤੀਸਗੜ੍ਹ ਦੇ ਕਿਸਾਨ ਕਿੰਨੇ ਜਜ਼ਬੇ ਕਿੰਨੇ ਜੋਸ਼ 'ਚ ਨੇ। ਸੋ ਇਹ ਮੂਵਮੈਂਟ ਬਹੁਤ ਵੱਡੀ ਬਣ ਚੁੱਕੀ ਹੈ। ਕੋਈ ਗੱਲ ਨਹੀਂ, ਸੰਘਰਸ਼ 'ਚ ਐਸੇ ਉਤਰਾ ਚੜਾ ਆਉਂਦੇ ਨੇ ਤੇ ਇਹਨਾਂ ਤੋਂ ਪਾਰ ਲੰਘ ਕੇ ਜਿਹੜੀਆਂ ਮੰਜ਼ਲਾਂ ਉਹ ਸਰ ਹੁੰਦੀਆਂ ਨੇ। ਹਾਂਜੀ, ਕੁਝ ਲੋਕਾਂ ਨੇ ਸਾਡੇ ਨਾਲ ਉੱਤੇ ਬਦਤਮੀਜ਼ੀ ਕੀਤੀ। ਅਸੀਂ ਕੁਝ ਲੋਕ ਉੱਥੇ ਇਹੋ ਜਿਹੇ ਸੀਗੇ ਦਿੱਲੀ ਦੇ, ਇੱਕ ਦੋ ਤਾਂ ਜਿਹੜੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਸੀ। 10 12 15 ਬੰਦੇ ਐਸੇ ਸੀ ਜਿਨ੍ਹਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ। ਉਹ ਬਦਤਮੀਜ਼ੀ ਉਹਨਾਂ ਨੇ ਇਦਾਂ ਕੀਤੀ, ਉਹ ਇਸ ਚੀਜ਼ ਨੂੰ ਵਧਾਵਾ ਦੇ ਰਹੇ ਸੀ। ਉਹ ਕਿਤੇ ਨਾ ਕਿਤੇ ਦਿੱਲੀ ਦੇ ਸੀਗੇ ਉਹ, ਤੇ ਉਹ ਬਾਹਰ ਦੇ ਜਾਂ ਕਿਸਾਨ ਭਰਾਵਾਂ 'ਚ ਮੈਂ ਨਹੀਂ ਦੇਖਿਆ। ਤੇ ਅਸੀਂ 2 ਮਹੀਨੇ ਤੋਂ ਬੈਠੇ, ਮੈਂ ਇੰਨਾ 'ਚ ਕੋਈ ਬੰਦਾ ਸੀਗਾ, ਪਰ ਕਿਤੇ ਨਾ ਕਿਤੇ ਲੱਗ ਰਿਹਾ ਸੀ ਵੀ ਉਹ ਇਸ ਚੀਜ਼ ਨੂੰ ਗਲਤ ਹਵਾ ਦੇ ਰਹੇ ਨੇ। ਪਰ ਅਸੀਂ ਸਮੇਂ ਦੀ ਨਜ਼ਾਕਤ ਔਰ ਆਪਣੇ ਦੇਸ਼ ਦੇ ਪ੍ਰਤੀ ਸਾਡਾ ਜੋ ਫਰਜ਼ ਬਣਦਾ ਸੀ ਉਹਨੂੰ ਦੇਖਦੇ ਹੋਏ ਅਸੀਂ ਸ਼ਾਂਤਮਈ ਤਰੀਕੇ ਨਾਲ ਉੱਥੋਂ ਨਿਕਲ ਗਏ। ਜ਼ਰੂਰੀ ਨਹੀਂ ਸੀ ਅਸੀਂ ਇਸ ਗੱਲ ਨੂੰ ਵਧਾਵਾ ਦੇਈਏ। ਅਸੀਂ ਹੱਥ ਜੋੜ ਰਹੇ ਸੀ ਸਾਰਿਆਂ ਨੂੰ ਵੀ ਇਹ ਮਾਹੌਲ ਨਾ ਖਰਾਬ ਕੀਤਾ ਜਾਏ। ਇਹ ਬੜਾ ਸ਼ਾਂਤਮਈ ਅੰਦੋਲਨ ਚੱਲਿਆ ਔਰ ਇਹਨੂੰ ਸ਼ਾਂਤ ਤਰੀਕੇ ਨਾਲ ਇਹਨੂੰ ਸਿਰੇ ਚੜਾਉਣਾ ਚਾਹੀਦਾ ਤਾਂ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਕਾਲੇ ਕਾਨੂੰਨ ਰੱਦ ਹੋਣ ਤੇ ਆਪਣੇ ਆਪਣੇ ਘਰਾਂ ਨੂੰ ਜਾਈਏ। ਸੋ ਬਿਲਕੁਲ ਕਾਲੇ ਕਾਨੂੰਨ ਰੱਦ ਹੋਣ ਦੇ ਵਾਸਤੇ ਹੀ ਸਾਰੇ ਡਟੇ ਨੇ, ਸਾਰੇ ਬੈਠੇ ਨੇ ਤੇ ਇਹ ਰੱਦ ਕਰਵਾ ਕੇ ਹੀ ਜਿਹੜਾ ਹੈ ਘਰਾਂ ਨੂੰ ਵਾਪਸ ਜਾਇਆ ਜਾਏ। ਸਾਡੇ ਨਾਲ ਕੋਲਕਾਤਾ ਤੋਂ ਭਾਈ ਸਾਹਿਬ ਆਏ ਹੋਏ ਨੇ, ਕੱਲ ਦਾ ਸਾਰਾ ਸੰਘਰਸ਼ 'ਚ ਵੀ ਸ਼ਾਮਲ ਹੋਏ ਤੇ ਜੋ ਕੁਝ ਪ੍ਰਤੀਕਿਰਿਆ ਇੱਥੇ ਦੇ मीडिया ਵੱਲੋਂ ਦਿੱਤੀ जा रही है ਉਹਦੇ ਬਾਰੇ कुछ ਗੱਲ करेंगे। सर आपका नाम जी? मैं कोलकाता से हेमंत तोसावर। अच्छा जी, तो कल आप जो परेड हुई थी किसानों की उसमें मैं शहीद फेरोमान दल के साथ बल के साथ हम लोग वहाँ पहुँचे। अच्छा जी। दिल्ली, और दिल्ली से लाल किला पहुँचे। अच्छा जी। तो लाल किला पहुँच के हमने जो नजारा देखा वो ये देखा कि जो आपको याद होगा कि जो नकाबपोश आतंकवादी पकड़ा गया था सिंधु बॉर्डर के ऊपर, जिसकी बाइट आपने भी ली होगी, और प्रेस कॉन्फ्रेंस हुआ था राकेश टिकड़ी जी के साथ, ठीक है ना। उसने सारा चीज कबूल किया, उसने जो जो कहा वही स्टेप टू स्टेप मिलता रहा। आपने गौर किया होगा, उसने ये भी कहा था वहां गोली चलेगी, 4 जो है बड़े जो नेता है, किसान नेता है, उसको मार दिया जाएगा। मंच के ऊपर, मंच पर जो संबोधित करते हैं, तो राकेश टिकरी जी भी जो है राकेश टकेत भी उनके टारगेट में था पूरी तरह, जिसका पहले दिन से मैं कह रहा हूँ। और 3 लोग हो सकता है योगेंद्र यादव भी हो, और भी 2 लोग हो सकते हैं जिसका नाम खुलासा नहीं हो गया, अभी तक खुलासा नहीं हुआ, लेकिन ये 2 लोग तो 100% थे, राकेश टकेत और योगेंद्र यादव। तीसरी चीज आपको बताना चाहूंगा कि ये जो लाल किला के अंदर जिस तरीके से जी न्यूज वाले बता रहे हैं कि वहां आतंकवादी पहुंच गए हैं, वहां पर जो है उपद्रव किया, तो भैया वो जो पुलिस प्रशासन थी, सबसे बड़ी बात तो ये है कि लाल किला का गेट खुला कैसे? जो इतना मजबूत है उसको अगर 1000 आदमी मिलकर भी धक्का दे तो वो टूटने वाला नहीं है। तो इतना मजबूत लोहे का गेट पहले खुला कैसे? आगे जाने की परमिशन मिली कैसे? पुलिस प्रशासन ने आगे लोगों को कैसे जाने दिया? बैरिकेड का तो एक बहाना था, लेकिन पुलिस भी यही चाहती थी और केंद्र सरकार भी यही चाहती थी कि किसान के आंदोलन को कुचलने के लिए पहले इसे बदनाम किया जाए। पूरी तरह जब बदनाम करके उसके बाद उसको आगे से आगे रास्ता देती गई तो किसान भी हमारे लीड करते गए आगे से आगे। लेकिन किसान भोले भाले होते हैं, ये तो मोदी जी ने भी कहा, मोदी जी ने स्वीकार किया कि ये भोले भाले सीधे साधे होते हैं। तो भोले भाले सीधे साधे कभी भी आतंक का नंगा नहीं खेल सकते, तो ये बात कबूल है। लेकिन भोले भाले के अंदर ये जो बीजेपी के, आरएसएस के जो कार्यकर्ता थे और पुलिस प्रशासन की देन थी, उन्हीं के लोग जो है उसके अंदर मिक्स होकर, जैसे आपको याद होगा कि अमृत निकला था, मोहिनी ने घूम कर अमृत पान करवाया था, तो अमृत पान में राहु केतु भी बैठ गए थे। तो राहु केतु का जैसे ही मालूम चला, लोगों ने मैंने सर कलम कर दिया उनका, तो अब राहु केतु हो गए। उसी तरीके से ये भी किसानों के बीच बैठकर आतंकवादी लोग इतना बड़ा इल्जाम, मतलब इस तरह का अंजाम दिए हैं कि जिसकी वजह से हमारा जो किसान भाई है, जो इतनी कड़कड़ाती ठंड में बैठा हुआ है, ऊपर से गिरता हुआ पानी, बारिश में बैठा हुआ है और बहुत दुखी है। लेकिन ये 3
कैंसर रूपी कानून की वजह से और एमएसपी को कानून के दायरे में लाए, इतनी तो मांग थी। उसी के लिए तो बैठा है, कोई दंगा फसाद लड़ाई झगड़ा खून खराबा मार काट इसके लिए तो नहीं बैठा हुआ है। ये बात तो उस नकाबपोश ने बोल दिया था कि यहाँ पर ये होगा, और जैसे जैसे नकाबपोश ने बोला वैसे वैसे वहां पर ये दुर्घटना घटती गई। और ये जो खालिस्तान का झंडा जो बोल रहे हैं पूरे हिंदुस्तान में, जो जी न्यूज बता रहा है, तो मैं सुधीर चौधरी को बोलना चाहूंगा कि खुला खुली यहाँ आ जाए और डिबेट कर ले बैठकर मेरे साथ। मैं न उसकी बातों का धच्चा उड़ा दिया और उसकी पोल ना खोल दी तो हेमंत तोसाण मेरा नाम नहीं, मैं नहीं, यहाँ का हर किसान बैठकर बोल सकता है। जसप्रीत दास जी भी बोल सकते हैं, जसप्रीत महंत जसप्रीत दास जी भी, और कई जो हमारे किसान भाई है, एक एक जन उसकी धच्चियां उड़ा सकता है। एक चीज, दूसरी चीज बताना चाहूंगा कि ये बहुत बड़ी साजिश है और जो कि नाकाम हो गई। मैंने जो सरकार ने और पुलिस प्रशासन ने बहुत बड़ा षड्यंत्र रचा था, ये बहुत छोटे के रूप में हो गया। कारण है कि हमारा किसान जो है ठंडा है, सीधा साधा है और इस लड़ाई झगड़े में वो पड़ना नहीं चाहता। इसीलिए जो एक बहुत बड़ी घटना होने वाली थी जिसमें सैकड़ों लोग मारे जाते और हजारों लोग घायल हो जाते, मगर ये घटना हमारे किसान भाइयों की वजह से बच गई। और उसकी वजह से जो है आज भारत पर जो एक काला कलंक जो थोपने की कोशिश की भारतीय जनता पार्टी ने और आरएसएस ने और पुलिस प्रशासन भी उसकी है, उन लोगों ने जो थोपने की कोशिश की, ये नाकाम रहा उनका ये कार्य। सो बिल्कुल बड़े जोश से इन्होंने गल की है, ਉਹਦੇ ਚ ਨਾਕਾਮ ਹੋਏ ਨੇ ਕਿਉਂਕਿ ਗੱਲ ਇਹ ਸੀਗੀ ਉਹ ਚਾਹੁੰਦੇ ਸੀ ਵੀ ਇਸ ਚੱਕਰਵਿਊਹ 'ਚ ਫਸ ਜਾਣ ਤੇ ਅਸੀਂ ਬਾਅਦ ਦੇ ਵਿੱਚ ਵੱਡਾ ਅਟੈਕ ਕਰੀਏ। ਪਰ ਸਾਡੇ ਮੈਂ ਸਮਝਦਾ ਮੁਬਾਰਕ ਉਹਨਾਂ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਬਚਾਅ ਕੀਤਾ, ਜਿਨ੍ਹਾਂ ਨੇ ਵਿੱਚ ਹੋ ਕੇ ਜਸਬੀਰ ਦਾਸ ਜੀ ਵਰਗੇ ਹੋਰ ਵੀ ਬਹੁਤ ਸਾਰੇ ਕਿਸਾਨ ਸੀਗੇ, ਨੌਜਵਾਨ ਵੀ ਉਹਦੇ ਵਿੱਚ ਸੀ। ਇਹ ਨਹੀਂ ਕਿ ਨੌਜਵਾਨ ਸਾਰੇ ਗਰਮ ਹੋ ਗਏ ਸੀ ਜਾਂ ਬਹੁਤ ਸਾਰੇ ਸੁਲਝੇ ਹੋਏ ਨੌਜਵਾਨਾਂ ਨੇ ਦੋਨਾਂ ਪੱਖਾਂ ਦਾ ਬਚਾਅ ਕੀਤਾ ਤੇ ਬਚਾਅ ਹੋ ਵੀ ਗਿਆ। नहीं तो जिस ढंग ਦੀਆਂ ਟਕਰਾਅ ਦੀਆਂ ਵੀਡੀਓ ਆ ਰਹੀਆਂ ਇਹ ਬਹੁਤ ਖਤਰਨਾਕ ਵੀ ਹੋ ਸਕਦਾ ਸੀ। ਸੋ ਇਸ ਚੀਜ਼ ਨੂੰ मैं समझदा कि इस पद्धर दे उत्ते मैनेज कर लेना ये भी एक संघर्ष की कामयाबी। हाँ जी, देखिए मैं एक बात और बताना चाहूंगा, इतना बड़ा वहां पर ये लोगों ने उपद्रव किया, कितने लोग मारे गए पुलिस की गोलियां से, हमारा एक घोड़ा भी मर गया, इनके कान में तेल तक नहीं, आंखों में मतलब जू तक नहीं रहेंगी। लेकिन इतने बड़े संघर्ष में महिलाओं ने भी बहुत जोर शोर से योगदान दिया। तो बिल्कुल इस उस संघर्ष दे विच ये जिहड़ी कामयाबी है मैं समझदा साडे वास्ते ये भी है कि 15 ਤੋਂ 20 ਲੱਖ ਦੇ ਕਰੀਬ ਜਿਹੜਾ ਇਕੱਠ ਸੀਗਾ ਉਸ ਦੇ ਵਿੱਚ ਸਾਰੀ ਘਟਨਾ ਵਾਪਰੀ। ਧਿਆਨ ਡਿਵਰਟ ਜ਼ਰੂਰ ਹੋਇਆ ਪਰ ਧਿਆਨ ਫਿਰ ਕੇਂਦਰ ਦੇ ਉੱਤੇ ਜਲਦੀ ਆ ਜਾਏਗਾ। ਪਰ ਉਸ ਚੀਜ਼ ਦਾ ਵਿਸ਼ਲੇਸ਼ਣ ਅਸੀਂ ਅੱਜ ਤੁਹਾਡੇ ਨਾਲ ਕਰਦੇ ਪਏ ਹਾਂ। ਸਾਡੇ ਨਾਲ ਹਰਿਆਣਾ ਤੋਂ ਸਾਡੇ ਇੱਕ ਸਤਿਕਾਰਯੋਗ मौजूद ने भाई साहब, किसान नेता आए हुए ने। सो भाई साहब आप क्या कहना चाहेंगे जो सब? मैं यह कहना चाहूँ जिस दिन पंजाब हरियाणा में आया है जी, सरवाला बैरल हरियाणा ने तोड़ा, बड़ा भाई का नाते बड़े भाई पर चोट नहीं लग गई। हमने दूर की दूर लेने दिल्ली में आ गए, फिर बीजेपी वाला ने खेल लिया, अब भाई पानी का रास्ता रोको, इन भूख हड़ताल पर बैठे, हरियाणा नहीं मानी। जो पंजाब जचा रही हो, हरियाणा पंजाब का पसीना पड़ेगा, हरियाणा खून बांध के लिए तैयार बैठे है और ना हरियाणा पाछा हटेगा। फिर आगे उसकी झंडा चढ़ा राष्ट्रीय और नहीं बता रहे कौन सी चिड़िया भी पर मार सकेगा और चढ़ जाएगी 26 जनवरी वाले दिन। ये 100 आदमी सारे के सारे मोदी की चाल है, मोदी ने चढ़ाए जाने का। ये क्यों चढ़े? क्यों सरकार का खोला हुआ चीज? ये बैरिकेड तो दिल्ली में बैरिकेड क्यों लाए? सारे क्यों खोले सोडे ने? जब मारे बंदे थोड़ा मैं पंजाब की कमी मान लूं, जब मारे 10 बंदे आकर जा खड़े हो जाते नहीं, बिल्कुल वो आगे खड़े हो जाए, हमारे ट्रैक्टर और दाम भी नहीं थे। यह जो साजिश चल है जो पंजाब का बताइए नहीं, इसकी साजिश 50-60 आदमी ले जाकर ट्राली लगा के बाधा चलेगा, उन्हें जाकर बैरिकेड चढ़वा शीशे पड़ो तो हमने पकड़े तो पट्टी मुंह को बांध रहे थे और बसा शीशे करके रहा, उनके फिर मुंह खोल ले और इन पंजाब वाला रुकाट में जब पंजाब ना बना कर फिर हमें एक ले जाइए गेल बोल पड़ते हम उन्हें बेच लो। इतने पंजाब यार डटा रहेगा, पंजाब तक पीछे जाएगा, अपना भाइयों पैदा छोड़ दे कोई नहीं, अपना भाईचारा पूरा निभाएगा, पूरा कायम है। हरियाणा पंजाब का भाईचारा पूरा जबरदस्त। हमने ट्राली भी वापस बुला ली अपनी, जितनी ट्राली जा रही थी 10-10 ट्राली वापस बुलाओ। अब हमने नहीं पता लग गया भाई 1 तारीख का पैदल मार्च है, 1 करोड़ आदमी जाएगा पैदल मार्च में, ताड़ मार लियो मोदी झुर जाएगा। जो पैदल मार्च होना 1 तारीख को, हाँ 1 तारीख को पैदल मार्च होगा, 1 करोड़ आदमी तभी ऊपर पहुंचेगा। इस धरने पर 40,000 की गारंटी मैं दी हूँ, 40 लाख की
40 लाख। हाँ, आप अंदाजा ला ले, पानीपत दाम पहुंच गया था। जी जी बिल्कुल। 1 लाख ट्रैक्टर थे, उनमें न्यू ला ले 4 आदमी का भी अंदाजा लावा है। अच्छा 4 लाख कौन भाई सब शांति कर, जो 4 लाख आदमी तो उसमें होंगे। यार ये बहुत से बेल करना, पानीपत और नोरा ट्रैक्टर खड़े थे, ये भी मेरे ख्याल में लाख की संख्या में थे। 10 लाख आदमी तो हमारा पास धरने पास से खड़े था। हम पंजाब का साथ नहीं छोड़ देंगे, पंजाब हमारा बेशक छोड़े, बड़ा भाई छोड़ का बात नहीं छोड़ेगा जी, पंजाब को पंजाब बेशक छोड़ का बात, हरियाणा छोड़ा जड़ इनका पसीना पड़ो खून बहावेंगे। नहीं नहीं नहीं, सारे हरियाणा पंजाब भाई भाई का जो नारा लगा हुआ है वो ऐसे ही कायम है, और आने वाले समय में भी हरियाणा पंजाब भाई भाई बहुत कुछ करना बाकी है, अभी तो शुरुआत है। नहीं पंजाब जी ने कह दिया, जब पंजाब का पसीना पड़ा तो खून बहाने के लिए तैयार है ना, इनका साथ छोड़ेंगे, इनके पीछे डिगेंगे, आंदोलन सफल करा के जाएंगे। टिकरी बॉर्डर पर था, टिकरी बॉर्डर पर भी किसानों ने बड़े भाई पाथर आकर आगे छोटे चढ़े हैं, वो बॉर्डर भी उन्होंने खोल लिया। टिकरी बॉर्डर का कोई ट्रैक्टर इस पर नहीं आया है, वो अपने रास्तों काट गए। जो कुछ चाल खेली थी इस पर इन, और हमने पहले कभी यार ट्रैक्टर हाथ टूटा लगा, मैंने सामने डॉक्टर सर्च कर दिया, भाई चोट बरवाड़ खाते रहा, इस पर ध्यान रखियो। और अगले दिन तर की पानी पत्थर क्यों करते लगा कि आड़े न्यूज में 5 7 10 आदमी बिगड़ गया, सारा आगे नाम आए। हमारे को भाई मतलब ने भी कोई सरदार हो, थोड़ी चुकसाई में रहो, बगैर चुकसाई काम नहीं चल लगा। धरने में बहुत उसे आदमी बढ़ रहे, उस आदमी की बात लो। आदमी कहते कई जने मैंने मिलता रहे, बोले टूल टैक्स तो खुल गए, टूल टैक्स लोग भी कौन खुल रहे। मैंने फोन करके पूछा, हमारे 10,000 आदमी पश्चिम करनाल के बीच में बैठे हैं, और एक आदमी का खाना तैयार हो रहा है पंजाब के लिए। हम पंजाब का साथ नहीं छोड़ेंगे। बिल्कुल हरियाणा पंजाब भाई भाई जेड़ा भाईचारा कायम होया है, बड़े ਵੱਡੇ इतिहास रचेगा। ਸਾਡੇ ਤਾऊ ਜੀ ਬੜੀ ਵੱਡੀ ਗੱਲ ਹੈ, ਕਹਿੰਦੇ ਪੰਜਾਬ ਦਾ ਜਿੱਥੇ ਪਸੀਨਾ ਡੁੱਲੇਗਾ ਉੱਥੇ ਅਸੀਂ ਖੂਨ ਦੇਣ ਨੂੰ ਤਿਆਰ ਆ, ਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਸਾਰਿਆਂ ਨੇ ਮਿਲ ਕਰਕੇ ਨਾਮ ਜਪਿਆ ਤੇ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਹੈ ਉਹ ਨਾਮ ਜਪਣ ਦੀ। ਤੇ ਬਾਬਾ ਸਤਨਾਮ ਸਿੰਘ ਜੀ ਨੇ ਨਾਮ ਜਪਾਇਆ ਸਾਰੀਆਂ ਸੰਗਤਾਂ ਨੂੰ। ਸੋ ਕੁਝ ਬਚਨ ਬਾਬਾ ਜੀ ਦੇ ਪਾਸੋਂ ਸਰਵਣ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਬਾ ਜੀ ਅੱਜ ਦੇ ਮੌਕੇ ਤੇ ਕੁਝ ਬਚਨ ਵਿਦੇਸ਼ਾਂ ਦੀਆਂ ਸੰਗਤਾਂ ਘਰਾਂ 'ਚ ਬੈਠੀਆਂ ਜਿਹੜੀਆਂ ਕਿ ਸੁਰਤੀ ਬਿਰਤੀ ਦੇ ਨਾਲ ਇੱਥੇ ਜੁੜੀਆਂ ਹੋਈਆਂ ਨੇ, ਕੁਝ ਉਹਨਾਂ ਦੇ ਨਾਲ ਬਚਨ ਸਾਂਝੇ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਚੈਨਲ ਰਾਹੀਂ ਵੇਖ ਰਹੀਆਂ ਨੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ, ਬੇਨਤੀ ਕਰਦੇ ਹਾਂ ਕਿ ਕੱਲ 26 ਜਨਵਰੀ ਨੂੰ ਜਿਹੜਾ ਮਾਰਚ ਸੀਗਾ ਉਹ ਤਕਰੀਬਨ 99% ਬਿਲਕੁਲ ਸ਼ਾਂਤੀਪੂਰਨ ਪੇਪਰ ਚੜਿਆ। ਕੁਝ ਸ਼ਰਾਰਤੀ ਅਨਸਰਾਂ ਨੇ
ਆਪਣੇ ਉਸ ਜਿਹੜਾ ਮਿਸ਼ਨ ਸੀਗਾ ਉਹ ਤੋਂ ਪੁੱਲ ਵੱਖਰੀ ਗਾ ਕੇ ਨਿਸ਼ਾਨ ਸਾਹਿਬ ਚੜਾਇਆ ਲਾਲ ਕਿਲ੍ਹੇ ਤੇ। ਉਹ ਇੱਕ ਬਹੁਤ ਵੱਡੀ ਘਟਨਾ, ਛੋਟੀ ਨਹੀਂ ਵੱਡੀ ਕਹਾਂਗੇ, ਕਿਉਂਕਿ ਜਿਹੜਾ ਸੰਘਰਸ਼ ਸੀਗਾ ਬਿਲਕੁਲ ਸਾਡਾ ਬੜਾ ਚੜ੍ਹਦੀ ਕਲਾ ਨਾਲ ਚੱਲ ਰਿਹਾ ਸੀਗਾ। ਜਿਹੜੀ ਸਾਡੀ ਸੈਂਟਰ ਸਰਕਾਰ ਸੀ ਉਹਨੂੰ ਪਤਾ ਲੱਗ ਚੁੱਕਾ ਹੈ ਵੀ ਜਿਹੜੇ ਇਹ ਸਿੱਖ ਕੌਮ ਆ, ਇਹ ਕਿਸਾਨ ਆ, ਇਹ ਆਪਣਾ ਹੱਕ ਲੈਣ ਵਾਸਤੇ ਬੜੇ ਪ੍ਰਮਨ ਸ਼ਾਂਤੀ ਨਾਲ ਜੋ ਸੰਘਰਸ਼ ਚੱਲ ਰਿਹਾ ਉਹ ਤਾਂ ਪਹਿਰਾ ਦੇ ਰਹੇ ਸੀਗੇ। ਪਰ ਸਰਕਾਰ ਦੀ ਚਾਲ ਆ, ਕੁਝ ਸ਼ਰਾਰਤੀ ਅਨਸਰਾਂ ਦੀ ਚਾਲ ਆ, ਜਿਵੇਂ ਉਹਨਾਂ ਨੇ ਇਸ ਨੂੰ ਫੇਲ ਕਰਨ ਵਾਸਤੇ ਬੜਾ ਹੱਥ ਕੰਡੇ ਵਰਤੇ ਆ। ਪਰ ਗੁਰੂ ਨਾਨਕ ਪਾਤਸ਼ਾਹ ਰਹਿਮਤ ਕਰਨ, ਦਇਆ ਕਰਨ, ਇਸ ਟਾਈਮ ਬਿਲਕੁਲ ਸਾਰੇ ਬਾਰਡਰਾਂ ਤੇ ਬੜੀ ਸ਼ਾਂਤੀ ਦੇ ਨਾਲ ਸੰਗਤਾਂ ਬੈਠੀਆਂ ਨੇ। ਗੁਰੂ ਕਿਰਪਾ ਕਰਨ, ਤੁਸੀਂ ਸੀਸਾਂ ਦਿਓ, ਅਰਦਾਸ ਕਰੋ ਗੁਰੂ ਨਾਨਕ ਪਾਤਸ਼ਾਹ ਜਿਹੜਾ ਸੰਘਰਸ਼ ਅਰਦਾਸ ਕਰਕੇ ਸ਼ੁਰੂ ਕੀਤਾ ਉਹਨੂੰ ਮਹਾਰਾਜ ਆਪ ਆਪਣੀ ਰਹਿਮਤ ਕਰਕੇ, ਦਇਆ ਕਰਕੇ ਸੰਪੂਰਨ ਸਿਰੇ ਚਾੜਨ, ਕਿਉਂਕਿ ਹਰ ਇੱਕ ਕਿਸਾਨ ਦਾ, ਇਨਸਾਨ ਦਾ ਹਿਰਦਾ ਬਲੁਦਰਿਆ ਗਿਆ, ਕਿਉਂਕਿ ਬਹੁਤ ਵੱਡੀ ਜਦੋਜਹਿਦ 2 ਮਹੀਨੇ ਤੋਂ ਉੱਪਰ ਦਿੱਲੀ ਦੇ ਬਾਰਡਰਾਂ ਦੇ ਸੰਗਤਾਂ ਬੈਠੀਆਂ ਸੀਗੀਆਂ। ਪਰ ਸਰਕਾਰ ਨੂੰ ਇਹ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਉਹ ਚਾਹੁੰਦੀ ਸੀ ਕਿ ਕੋਈ ਨਾ ਕੋਈ ਅਸੀਂ ਗੜਬੜ ਕਰਾ ਕੇ ਇਸ ਸੰਘਰਸ਼ ਨੂੰ ਫੇਲ ਕਰੀਏ। ਸੋ ਇਸ ਕਰਕੇ ਗੁਰੂ ਕਿਰਪਾ ਕਰਨ, ਰਹਿਮਤ ਕਰਨ, ਦਇਆ ਕਰਨ, ਇਹ ਜਿਹੜਾ ਸਾਡਾ ਮਿਸ਼ਨ ਆ ਉਹਨੂੰ ਗੁਰੂ ਕਿਰਪਾ ਕਰਕੇ ਸੰਪੂਰਨ ਸਿਰੇ ਚੜਾਉਣ। ਬਾਕੀ ਕੋਈ ਘਬਰਾਉਣ ਵਾਲੀ ਗੱਲ ਨਹੀਂ, ਬਿਲਕੁਲ ਇਸ ਟਾਈਮ ਸ਼ਾਂਤੀਪੂਰਵਕ ਜਿਹੜਾ ਸੰਘਰਸ਼ ਚੱਲ ਰਿਹਾ, ਗੁਰੂ ਰਹਿਮਤ ਕਰਨ। ਸੋ ਬਿਲਕੁਲ ਸੰਘਰਸ਼ ਜਿਵੇਂ ਪਹਿਲੇ ਚੱਲ ਰਿਹਾ ਸੀ ਉਵੇਂ ਹੀ ਚੱਲ ਰਿਹਾ। ਜ਼ਰੂਰ ਥੋੜਾ ਜਿਹਾ ਇੱਥੇ ਮੈਂ ਸਮਝਦਾ ਜਿਵੇਂ ਨੈਟਵਰਕ ਬੰਦ ਹੋ ਗਏ, ਇੱਥੋਂ ਦੀ ਜਿਹੜੀ ਸਹੀ ਖਬਰ ਸੀ ਉਹ ਸੰਗਤਾਂ ਤੱਕ ਦੂਰ ਨੇੜੇ ਨਹੀਂ ਪਹੁੰਚ ਸਕੀ। ਉਹਦੇ ਨਾਲ ਥੋੜੀ ਘਬਰਾਹਟ ਜਿਹੜੀ ਸੀ, ਜਾਂ ਜਿਵੇਂ ਅਫਵਾਹਾਂ ਦਾ ਦੌਰ ਜ਼ਿਆਦਾ ਗਰਮ ਹੋ ਗਿਆ ਸੀ, ਤੇ ਹੁਣ ਵੈਸੇ ਫਿਰ ਦੁਬਾਰਾ ਨੈਟਵਰਕ ਸ਼ੁਰੂ ਹੋ ਗਏ ਨੇ। ਸੋ ਇੱਥੋਂ ਦੀ ਅਸਲੀਅਤ ਜਿਹੜੀ ਆ ਆਮ ਲੋਕਾਂ ਤੱਕ ਜ਼ਰੂਰ ਪਹੁੰਚ ਪਾਏਗੀ। ਸੋ ਐਸੀ ਕੋਈ ਗੱਲ ਨਹੀਂ ਹੈ, ਚੜ੍ਹਦੀ ਕਲਾ 'ਚ ਆ ਵੇਖੋ ਹੁਣ ਵੀ ਸਾਨੂੰ ਪਿੱਛੇ ਟਰੈਕਟਰਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ। ਸੋ ਮਾਹੌਲ ਪੂਰਾ ਉਵੇਂ ਹੀ ਆ। ਸੋ ਕੁਝ ਥੋੜਾ ਜਿਹਾ ਮਾਹੌਲ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਜਿਹੜੇ 21 ਤਰੀਕ ਤੋਂ ਚੱਲ ਕੇ ਤੇ 26 ਤਰੀਕ ਤੱਕ ਜਿਹੜੇ ਇੱਥੇ ਸੰਗਤਾਂ ਪਹੁੰਚੀਆਂ ਸੀ ਉਹ ਇੱਕੋ ਦਿਨ ਵਾਪਸ ਗਈਆਂ ਨੇ। 4-5 ਦਿਨ ਇਕੱਠੀਆਂ ਹੌਲੀ ਹੌਲੀ ਆਈਆਂ ਸੀ ਤੇ ਵਾਪਸੀ ਜਿਹੜੀ ਇੱਕੋ ਦਿਨ ਹੋਣ ਕਰਕੇ ਇੱਕਦਮ ਥੋੜਾ ਜਿਹਾ ਮਹਿਸੂਸ ਹੋਇਆ ਵੀ ਸ਼ਾਇਦ ਸੰਘਰਸ਼ ਨੂੰ ਇਦਾਂ ਹੋ ਗਿਆ ਜਾਂ ਉਦਾਂ ਹੋ ਗਿਆ। ਸੰਘਰਸ਼ ਪੂਰੇ ਚੜ੍ਹਦੀ ਕਲਾ 'ਚ। ਸੋ ਕੋਈ ਘਬਰਾਹਟ ਵਾਲੀ ਜਾਂ ਕੋਈ ਐਸੀ ਗੱਲ ਕੋਈ ਨਹੀਂ ਗੀ। ਸੋ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ। ਇੱਥੇ ਵੇਖੋ ਇਦਾਂ ਹੀ ਸ਼ਾਮ ਨੂੰ ਦੀਵਾਨ ਸੱਜੇ ਨੇ, ਲੰਗਰ ਸਾਰਾ ਦਿਨ ਚੱਲੇ ਨੇ। ਹੁਣ ਵੀ ਰਾਤ ਵੀ ਜਿਹੜੀ ਕੋਈ ਸੰਗਤ ਆਏਗੀ ਜਾਂ ਆਲੇ ਦੁਆਲੇ ਵਾਲੇ ਜਿਹੜੇ ਵੀ ਆਉਣਗੇ ਉਹ ਲੰਗਰ ਪ੍ਰਸ਼ਾਦਾ ਛਕਣਗੇ। ਸੋ ਚੜ੍ਹਦੀ ਕਲਾ ਦੇ ਵਿੱਚ ਹੈ। ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਬਾਬਾ ਜੀਆਂ ਨੇ ਵੀ ਕੀਤੀ ਹੈ, ਆਪ ਸਾਰਿਆਂ ਨੇ ਵੀ ਨਾਮ ਜਪ ਕੇ ਅਰਦਾਸ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਨੌਜਵਾਨ ਇੱਥੇ ਚੜ੍ਹਦੀ ਕਲਾ ਦੇ ਵਿੱਚ ਸਿੰਘੂ ਬਾਰਡਰ ਦੇ ਉੱਪਰ ਅਸੀਂ ਖੜੇ ਆ। ਇੱਕ ਵਾਰੀ ਝਾਤ ਮਾਰੋ, ਇੱਥੇ ਵੇਖੋ ਚੜ੍ਹਦੀ ਕਲਾ 'ਚ ਨੌਜਵਾਨ ਆ। ਪਹਿਲਾਂ ਹਾਂਜੀ ਭਾਜੀ, ਕਿਵੇਂ ਦਾ ਮਾਹੌਲ ਹੈ ਇਸ ਵੇਲੇ ਸਿੰਘੂ ਬਾਰਡਰ ਦੇ ਉੱਤੇ, ਕੀ ਕਹਿਣਾ ਚਾਹੁੰਦੇ ਹੋ ਜੀ? ਖਾਲਸਾ ਜੀ, ਇਸ ਵੇਲੇ ਪੂਰੀ ਚੜ੍ਹਦੀ ਕਲਾ ਵਾਲਾ ਮਾਹੌਲ ਆ। ਜਿਹੜਾ ਨੈਸ਼ਨਲ ਮੀਡੀਆ ਨੇ ਆਪਾਂ ਨੂੰ ਬਦਨਾਮ ਕੀਤਾ ਇੰਟਰਨੈਸ਼ਨਲ ਲੈਵਲ ਤੇ ਕਿ ਉੱਥੇ ਖਾਲਿਸਤਾਨੀ ਆ, ਉੱਥੇ ਆ ਉੱਥੇ ਜੇ ਆ, ਇਦਾਂ ਦਾ ਕੋਈ ਵੀ ਚੱਕਰ ਨਹੀਂ ਹੈਗਾ। ਉਦੋਂ ਕੀ ਸਾਡੇ ਨੈਟ ਬੰਦ ਕਰਦੇ ਇੱਥੋਂ, ਸਾਡੀਆਂ ਖਬਰਾਂ ਪੰਜਾਬ 'ਚ ਪਹੁੰਚ ਨਹੀਂ ਰਹੀਆਂ। ਸਾਡੀਆਂ ਫੈਮਲੀਆਂ ਨੂੰ ਜਿਹੜੇ ਸਾਡੇ ਪੰਜਾਬ 'ਚ ਬੈਠੇ ਉਹਨਾਂ ਨੂੰ ਇਹ ਹੋ ਗਿਆ ਕਿ ਉੱਥੇ ਗੋਲੀ ਚੱਲ ਗਈ, ਉੱਥੇ ਆ ਹੋ ਗਿਆ, ਉੱਥੇ ਜੇ ਹੋ ਗਿਆ, ਜਦੋਂ ਕਿ ਇਦਾਂ ਦਾ ਇੱਥੇ ਕੋਈ ਐਡਾ ਚੱਕਰ ਕੁਛ ਨਹੀਂ ਹੋਇਆ। ਉਹਦੇ ਕਰਕੇ ਉਸੇ ਹੀ ਨੈਸ਼ਨਲ ਮੀਡੀਆ ਦੇ ਕਰਕੇ ਆਪਣੀ ਜਨਤਾ ਦਾ ਮੋਰਲ ਡਾਊਨ ਹੋਇਆ। ਅੱਜ ਟਰਾਲੀਆਂ ਲੈ ਕੇ ਵਾਪਸ ਨੂੰ ਚੱਲੇ ਸੀ, ਪਰ ਉਹਦਾ ਮੈਂ ਤੁਹਾਨੂੰ ਦੱਸਦਾ ਵੀ ਸਾਰੇ ਪੰਜਾਬੀ ਇੱਥੇ ਖੜੇ ਆ। ਕੋਈ ਵੀ ਸੰਘਰਸ਼ ਜਿੱਤੇ ਤੋਂ ਬਿਨਾਂ ਪਿੰਡ ਨਹੀਂ ਜਾਊਗਾ। ਸਾਰੇ ਦੇ ਸਾਰੇ ਇੱਥੇ ਆ। ਪਿਛਲੇ 6 ਮਹੀਨਿਆਂ ਤੋਂ ਆਪਾਂ ਕੋਈ ਵਾਪਸ ਜਾਣ ਲਈ ਨਹੀਂ ਖੜੇ। ਆਪਾਂ ਇਹ ਜੰਗ ਆਪਾਂ ਜਿੱਤ ਕੇ ਘਰ ਜਾਵਾਂਗੇ। ਤੇ ਹੌਸਲੇ ਬੁਲੰਦ ਨੇ ਤੇ ਮੋਰਚਾ ਜਮਾ ਚੜ੍ਹਦੀ ਕਲਾ 'ਚ, ਮੋਰਚਾ ਜਮਾ ਚੜ੍ਹਦੀ ਕਲਾ 'ਚ। ਸੋ ਬਿਲਕੁਲ ਚੜ੍ਹਦੀ ਕਲਾ 'ਚ ਮੋਰਚਾ। ਹਾਂਜੀ ਜੀ, ਆ ਵੇਖੋ ਨੌਜਵਾਨ ਵੀਰ ਸਾਡੇ
ਕਿੱਦਾਂ ਬਾਈ ਬਹੁਤ ਸੋਹਣਾ ਲੱਗ ਰਿਹਾ। ਹਾਂਜੀ ਇੱਕ ਆਪਣੇ ਨੈਟ ਬੰਦ ਕਰਕੇ ਪੰਜਾਬ ਦੇ ਵਿੱਚ ਟੀਵੀ ਚੈਨਲਾਂ ਤੇ ਗਲਤ ਨਿਊਜ਼ਾਂ ਦੇ ਕੇ ਹਰ ਇੱਕ ਮਾਂ ਪਿਓ ਨੂੰ, ਹਰ ਇੱਕ ਬੱਚੇ ਨੂੰ ਕਿਸੇ ਦਾ ਫੋਨ ਆਇਆ ਹੁਣ ਆਪਣੇ ਮਾਂ ਪਿਓ ਦਾ ਵੀ ਵਾਪਸ ਆ ਜਾ। ਮੈਨੂੰ ਵੀ ਆਇਆ। ਮੇਰੀ ਵਾਈਫ ਦਾ 26 ਤਰੀਕ ਦਾ ਜਨਮ ਦਿਨ ਸੀ, ਮੈਂ ਘਰ ਨਹੀਂ ਗਿਆ। ਇੱਥੇ ਖੜੇ ਆ ਅਸੀਂ ਅੱਜ ਵੀ। ਕਹਿੰਦੇ ਕਿੱਦਣ ਆਉਣਾ? ਮੇਰੇ ਬਾਪੂ ਦਾ 4 ਵਾਰ ਫੋਨ ਆ ਗਿਆ। ਮੈਂ ਕਿਹਾ ਨਹੀਂ ਆਉਂਦਾ। ਮੈਂ ਕਿਹਾ ਤੇਰੇ 3 ਪੋਤੇ ਆ, ਜੇ ਇੱਕ ਮਰ ਵੀ ਗਿਆ ਤਾਂ ਭੈ ਜੋ ਕੀ ਹੋ ਜਾਊਗਾ, ਦੂਜਾ ਲੈ ਜਾਊਗਾ। ਇੱਥੇ ਬੈਠੇ ਆ ਤੇ ਬੈਠੇ ਰਹਿਣਾ। ਅਸੀਂ ਗਲਤ ਆਨਸਰਾਂ ਪਿੱਛੇ ਨਾ ਜਾਣਾ। ਅਸੀਂ ਕਿਸਾਨ ਯੂਨੀਅਨ ਦੀ ਜਥੇਬੰਦੀ ਨਾਲ ਖੜੇ ਅੱਜ ਵੀ ਤੇ ਕੱਲ ਵੀ ਲੰਗਰ ਵੀ ਸਾਡੇ ਲੱਗੇ ਆ ਤੇ ਉੱਧਰ ਸਾਡੇ ਟੈਂਟ ਲੱਗੇ ਆ। ਜਿਹੜੇ ਵੀਰ ਨੂੰ, ਦੂਸਰੀ ਗੱਲ ਅਸੀਂ ਕਹਿੰਦੇ ਜੇ ਕਿਸੇ ਵੀਰ ਨੂੰ ਹੈਲਪ ਦੀ ਲੋੜ ਹੈ, ਸੌਣ ਦੀ, ਦਵਾਈ ਦੀ ਜਾਂ ਖਾਣੇ ਪੀਣੇ ਦੀ, ਸਾਡਾ ਰੇਡੀਓ ਮਾਲ ਦੇ ਉੱਤੇ ਰੋਡ ਦੇ ਉੱਤੇ ਲੰਗਰ ਆ। ਸਾਡੇ ਨਾਲ ਸੰਪਰਕ ਕਰੋ। ਅਸੀਂ ਪੋਸਟਾਂ ਵੀ ਪਾਉਨੇ ਆ ਆਪਣੇ ਨੰਬਰ ਦੇ ਕੇ, ਉੱਥੇ ਆਓ ਸਾਡੇ ਨਾਲ ਸੰਪਰਕ ਕਰੋ। ਜੇ ਦੁੱਖ ਤਕਲੀਫ ਆ ਅਸੀਂ ਚੱਲਾਂਗੇ। ਸਾਰੇ ਆਪਣੇ ਭਰਾ ਜਿਹੜੇ ਨੇ ਸਾਰੇ ਪੰਜਾਬੀ ਡਟੇ ਹੋਏ ਨੇ। ਵੇਖੋ ਇਹ ਜਿਹੜੀ ਗੱਲ ਅਸੀਂ ਵੀ ਪੂਰੇ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਸੀਗੇ, ਪਹਿਲਾਂ ਵੀ ਲਿਆਂਦੀ ਆ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਧਿਆਨ 'ਚ, ਕਿ ਕੱਲ ਜਿੱਦਾਂ ਹੀ ਉਹ ਘਟਨਾ ਉੱਥੇ ਵਾਪਰੀ ਉਦੋਂ ਬਾਅਦ ਇੱਕਦਮ ਨੈਟ ਬੰਦ ਹੋ ਗਿਆ ਇੱਥੋਂ ਦੇ। ਜਿਹੜਾ ਸਾਡਾ ਇੱਥੋਂ ਦਾ ਨੈਟਵਰਕ ਸੀਗਾ, ਜਿਹੜਾ ਸਾਡਾ ਸੋਸ਼ਲ ਮੀਡੀਆ ਤੇ ਜਾਂ ਪੰਜਾਬੀ ਚੈਨਲ ਜਿੰਨੇ ਵੀ ਸੀਗੇ, ਉਹਨਾਂ ਦੀ ਟਰਾਂਸਮਿਸ਼ਨ ਜਿਹੜੀ ਇੱਕਦਮ ਰੁਕ ਗਈ। ਤੇ ਜਿਹੜਾ ਉੱਥੇ ਸੰਦੇਸ਼ ਕਿਸੇ ਵੀ ਚੈਨਲ ਦੇ ਦੂਸਰੇ ਜ਼ਰੀਏ ਜਿਹੜਾ ਗਿਆ ਉਹ ਨੈਗੇਟਿਵ ਚਲਾ ਗਿਆ ਵੀ ਇੱਥੇ ਪਤਾ ਨਹੀਂ ਕੀ ਹੋ ਗਿਆ, ਫਾਇਰਿੰਗ ਹੋ ਗਈ ਆ ਜਾਂ ਇੰਨੇ ਬੰਦੇ ਮਰ ਗਏ, ਇਹ ਹੋ ਗਿਆ ਉਹ ਹੋ ਗਿਆ। ਐਸਾ ਕੁਝ ਨਹੀਂ ਹੋਇਆ। ਸਭ ਚੜ੍ਹਦੀ ਕਲਾ ਦੇ ਵਿੱਚ ਨੇ। ਤੇ ਇਸ ਵੇਲੇ ਮੈਂ ਚਾਹਾਂਗਾ ਇੱਕ ਵਾਰੀ ਕੈਮਰੇ ਦੀ ਨਿਗਾਹ ਦੇ ਨਾਲ ਵਿਖਾਓ। ਇੱਥੇ ਨੌਜਵਾਨ ਜਵਾਨੀ ਖੜੀ ਆ। ਜਵਾਨੀ ਕਿਸਾਨ ਮਜ਼ਦੂਰ ਭਾਈ ਜੀ, ਕਿਸਾਨੀ ਜਿਹੜਾ ਜੂਥ ਹੈ ਕਿਸਾਨੀ ਨਾਲ ਖੜਾ ਆ, ਕਿਸੇ ਦੁੱਕੀ ਤਿੱਕੀ ਨਾਲ ਨਹੀਂ ਖੜਾ। ਬਿਲਕੁਲ ਖੜਾ ਆ, ਬਿਲਕੁਲ ਜੂਥ ਕਿਸਾਨੀ ਨਾਲ ਖੜਾ ਆ। ਆਖਰੀ ਸਾਥ ਤੇ ਅਸੀਂ ਕਿਸਾਨ ਆ। ਜੇ किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद। बोलो हाँ जी भाजी, ਸਾਡਾ ਰੋਪੜ ਜ਼ਿਲ੍ਹਾ ਪਿੰਡ ਰੌਣੀ ਕਲਾਂ ਦਾ ਲੰਗਰ ਚੱਲ ਰਿਹਾ ਰੋਟੀ ਤੇ ਫੁਲਕੇ ਦਾ। ਪਹਿਲਾਂ ਅਸੀਂ ਜਲੇਬੀ ਚਲਾਉਂਦੇ ਰਹੇ ਤੇ ਸੰਗਤ ਵਧਣ ਕਾਰਨ ਅਸੀਂ ਰੋਟੀ ਤੇ ਫੁਲਕੇ ਦਾ ਲੰਗਰ ਚਲਾ ਰਹੇ ਆ, ਲੋਕਾਂ ਦਾ ਢਿੱਡ ਭਰ ਰਹੇ ਆ। ਪਰ ਜੋ ਵੀ ਸਾਡਾ ਸੰਘਰਸ਼ ਚੱਲ ਰਿਹਾ ਬਹੁਤ ਸ਼ਾਂਤਮਈ ਗੱਲ ਚੱਲ ਰਿਹਾ, ਕਿਸੇ ਨੂੰ ਕੋਈ ਨਹੀਂ। ਪਰ ਜਦੋਂ ਵੀ ਸਾਡੇ ਕੱਲ ਨੈਟ ਬੰਦ ਕਰੇ ਗਏ ਤਾਂ ਸਾਡੇ ਘਰਾਂ ਤੋਂ ਫੋਨ ਆਏ ਤੇ ਨੈਟ ਦੇ ਕੋਈ ਹੋ ਨਹੀਂ ਤੇ ਸਾਡੇ ਗੱਲ ਗੋਲੀ ਚੱਲ ਗਈ ਤੇ ਮੌਤਾਂ ਹੋ ਗਿਆ, ਇਹ ਹੋ ਗਿਆ। ਸਾਡੇ ਬੱਚੇ ਵੀ ਤੇ ਮਾਂ-ਬਾਪ ਸਾਰੇ ਘਬਰਾ ਰਹੇ ਆ ਤੇ ਗਲਤ ਖਬਰਾਂ ਜਾ ਰਹੀਆਂ। ਪਰ ਅਸੀਂ ਇਸ ਟਾਈਮ ਡਟੇ ਹੋਏ ਆ। ਨਹੀਂ ਐਸੀ ਜੀ, ਆ ਜਿਹੜੇ ਵੀ ਇਸ ਵੇਲੇ ਸਾਨੂੰ ਦੇਖਦੇ ਪਏ ਹੋ, ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਪੰਜਾਬ 'ਚ ਬੈਠੇ ਜਾਂ ਕਿਸੇ ਵੀ ਸੂਬੇ 'ਚ ਬੈਠੇ, ਇੱਥੇ ਸਭ ਚੜ੍ਹਦੀ ਕਲਾ 'ਚ ਜਿੱਦਾਂ ਪਹਿਲਾਂ ਸੰਘਰਸ਼ ਸ਼ਾਂਤਮਈ ਚੱਲਦਾ ਪਿਆ ਸੀ, ਉਨਾ ਹੀ ਜੋਸ਼ ਆ ਜਵਾਨੀ ਦੇ ਵਿੱਚ, ਉਨਾ ਹੀ ਜੋਸ਼ ਹੈ। ਕੋਈ ਐਸੀ ਗੱਲ ਨਹੀਂ, ਕੋਈ ਐਸੀ ਮਾੜੀ ਘਟਨਾ ਨਹੀਂ ਵਾਪਰੀ। ਥੋੜਾ ਬਹੁਤਾ ਵੇਖੋ 15-20 ਲੱਖ ਦਾ ਇਕੱਠ ਹੋਏ ਤੇ ਵਿੱਚੋਂ 5-7 ਇਦਾਂ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ, ਪਰ ਸਭ ਤੋਂ ਵੱਡੀ ਗੱਲ ਕੋਈ ਸਾਡਾ ਬਹੁਤਾ ਓਡਾ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਤੇ ਇਸ ਵੇਲੇ ਪੂਰਾ ਲਾਮਬੰਦ ਹੋ ਕੇ ਆ ਵੇਖੋ ਸਾਰਾ ਯੂਥ ਆ ਖੜਾ। ਹਾਂਜੀ ਭਾਈ ਸਾਹਿਬ ਜੀ, ਅਸੀਂ 7 ਦਿਨਾਂ ਬਾਅਦ ਅਸੀਂ 7 ਦਿਨਾਂ ਬਾਅਦ ਕੱਲ ਜਾਵਾਂਗੇ ਜੀ। 2 ਦਿਨ ਘਰ ਰਹਿ ਕੇ ਫਿਰ ਮੋਟਰਸਾਈਕਲ ਜੇ ਟਰਾਲੀ ਨਾ ਵੀ ਆਵੇ ਮੋਟਰਸਾਈਕਲ ਚੱਕ ਕੇ ਅਸੀਂ ਸੰਘਰਸ਼ ਤੇ ਪਹੁੰਚਾਂਗੇ। ਅਸੀਂ ਪੂਰਾ ਸਾਥ ਦੇਵਾਂਗੇ। ਇਹ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਉਹਨਾਂ ਦੇ ਸਾਥ ਹੈ, ਕੋਈ ਚੱਕਰ ਨਹੀਂ ਹੈ, ਕੋਈ ਡਰਨ ਦੀ ਲੋੜ ਨਹੀਂ ਹੈ, ਕਿਸੇ ਭੈ ਲੋੜ ਨਹੀਂ। ਕਿਸੇ ਨੂੰ ਕਿਸੇ ਕਿਸਮ ਦੀ ਵੀ ਕੋਈ ਔਕੜ ਆਉਂਦੀ ਹੈ ਇੱਥੇ, ਕਿਸੇ ਕਿਸਮ ਦੀ ਕੋਈ ਦਵਾਈ ਬੂਟੀ ਪੈਣ ਸੌਣ ਦਾ ਸਭ ਕੁਝ। ਜੇ 5 ਕਿਸਾਨ ਜਾਂਦੇ ਆ ਤਾਂ 25 ਵਾਪਸ ਆਉਂਦੇ ਆ, ਜੇ 2 ਟਰਾਲੀਆਂ ਜਾਂਦੀਆਂ ਤਾਂ 50 ਟਰਾਲੀਆਂ ਵਾਪਸ ਆਉਂਗੀਆਂ। ਇੱਕ ਮਿੰਟ, ਅਸੀਂ ਕਿਸਾਨ ਯੂਨੀਅਨ ਨੂੰ, ਕਿਸਾਨ ਯੂਨੀਅਨ ਦੇ ਜਿੰਨੇ ਮੈਂਬਰ ਆ 31 ਜਥੇਬੰਦੀਆਂ ਇੱਕ ਕੱਢਤੀ ਆ, ਉਹ ਜਿੰਨੀ ਮੈਂਬਰ ਆ ਉਹਨਾਂ ਨੂੰ ਕਹ ਭਲੇਖਾ ਦਿਲ ਚੋਂ ਕੱਢ ਦਿਓ। ਪੰਜਾਬੀ ਕਿਤੇ ਨਹੀਂ ਜਾਂਦੇ, ਗੱਡੀ 'ਚ ਸਪੀਕਰ ਲਾ ਕੇ ਸਾਨੂੰ ਦੱਸਣ ਦੀ ਲੋੜ ਨਹੀਂ। ਅਸੀਂ ਤੁਹਾਡੇ ਪਿੱਛੇ ਆ, ਹੈਗੇ ਆ ਤੇ ਰਹਾਂਗੇ ਤੇ ਸਦਾ ਲਈ। ਜੇ ਤੁਸੀਂ ਇੱਥੇ ਆ ਤੇ ਅਸੀਂ ਸਦਾ ਲਈ ਇੱਥੇ ਰਵਾਂਗੇ, ਕੋਈ ਪ੍ਰੋਬਲਮ ਨਹੀਂ।
ਬਿਲਕੁਲ ਇੱਕ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਇੱਕ ਕਾਰਨ ਇਹ ਵੀ ਹੋਇਆ ਕਿ 21 ਤਰੀਕ ਤੋਂ ਲੈ ਕੇ ਤੇ 25 ਰਾਤ ਤੱਕ 5 ਦਿਨਾਂ ਦੇ ਵਿੱਚ ਜਿਹੜੀਆਂ ਟਰਾਲੀਆਂ ਸਾਰੇ ਵੀਰ ਆਏ ਸੀ ਨਾ, ਉਹ ਇੱਕਦਮ ਜਦੋਂ ਵਾਪਸ ਨਿਕਲੇ ਤਾਂ ਇਦਾਂ ਲੱਗਾ ਵੀ ਜਿੱਦਾਂ ਉਹ ਵਿਆਹ ਤੋਂ ਬਾਅਦ ਜਦੋਂ ਸਾਰੇ ਪ੍ਰਾਹੁਣੇ ਚੱਲ ਜਾਂਦੇ ਨਾ, ਘਰ ਖਾਲੀ ਖਾਲੀ ਜਿਹਾ ਲੱਗਦਾ ਹੁੰਦਾ ਨਾ ਭਾਜੀ। ਏਦਾਂ ਆਪਾਂ ਸਾਰੇ ਇਹਦਾ ਜਵਾਬ ਮੈਂ ਦਊਂਗਾ। ਸੋ ਉਹ ਗਏ ਨੇ ਤੇ ਫਿਰ ਆ ਵੀ ਰਹੇ ਨੇ ਤੇ ਆਉਣਾ ਵੀ। ਹੁਣ ਜਿੱਦਾਂ ਭਾਈ ਸਾਹਿਬ ਹੋਰਾਂ ਨੇ ਗੱਲ ਕੀਤੀ ਹੈ, ਸਾਰਿਆਂ ਨੇ ਮੁੜ ਕੇ ਆਉਣਾ ਵਾ, ਇਹ ਨਹੀਂ ਗੱਲ ਕੋਈ। ਤੋਂ ਜਿਹੜੀ ਘਬਰਾਹਟ ਪੈਦਾ ਕੀਤੀ ਗਈ ਸੀ ਉਹ ਸਾਰੀ ਲੋਕਾਂ ਦੇ ਵਿੱਚ ਕਲੀਅਰ ਹੋ ਗਈ। ਮੈਂ ਉਹਦਾ ਜਵਾਬ ਦੇਣਾ, ਜਿਹੜਾ ਟਰੈਕਟਰ ਵਾਪਸ ਜਾ ਰਹੇ ਆ ਉਹ ਸੱਚ ਆ। ਹਰ ਇੱਕ ਦੇ ਘਰ ਗੰਨਾ ਲੱਗਾ ਆ, ਇਸ ਟਾਈਮ ਗੰਨੇ ਦੀ ਖੇਤੀ ਆ, ਠੀਕ ਹੈ ਜੀ। ਉਹਨਾਂ ਨੂੰ 26 ਤਰੀਕ ਦਾ ਮੈਸੇਜ ਦਿੱਤਾ ਗਿਆ ਤੁਸੀਂ ਵੱਧ ਤੋਂ ਵੱਧ ਟਰੈਕਟਰ ਲੈ ਕੇ ਆਉਣੇ ਆ। ਹਰ ਇੱਕ ਬੰਦਾ ਲੱਦ ਕੇ ਟਰੈਕਟਰ ਲੈ ਕੇ ਆ ਰਿਹਾ ਸੀ। ਉਹ ਇਸ ਕਰਕੇ ਪ੍ਰੋਬਲਮ ਸੀਗੀ, ਉਹ ਅੱਜ ਵਾਪਸ ਜਾ ਰਿਹਾ। ਉਹਨਾਂ ਨੇ ਆਪਣੀ ਖੇਤੀ ਵੀ ਦੇਖਣੀ ਆ। ਉਹ ਇਕੱਲੇ ਨਹੀਂ ਜਾ ਰਹੇ, ਉਹਨਾਂ ਦੇ ਭਰਾ ਇੱਥੇ ਬੈਠੇ ਹੋਣੇ ਆ, ਉਹਨਾਂ ਦੇ ਭਰਾ ਇੱਥੇ ਬੈਠੇ ਹੋਣੇ ਆ। ਉਹ ਕੱਲੇ ਟਰੈਕਟਰ ਭੇਜਦੇ ਆ ਵੀ ਤੁਸੀਂ ਜਾ ਕੇ ਆਪਣਾ ਵੀ ਕੰਮ ਕਰ ਲਓ। ਇਹ ਨਾ ਦੇਖੋ ਵੀ ਟਰੈਕਟਰ ਵਾਪਸ ਜਾਂਦੇ, ਕਿਸੇ ਨੇ ਆਉਂਦੇ ਨਹੀਂ ਦੱਸੇ, ਜਾਂਦੇ ਬਹੁਤ ਦੱਸਣ ਡਏ ਆ ਵੀ ਵਾਪਸ ਜਾਂਦੇ ਆ, ਆਉਂਦੇ ਨਹੀਂ ਕਿਸੇ ਨੇ ਦੱਸੇ ਵੀ ਇੰਨੇ ਟਰੈਕਟਰ ਇੱਥੇ ਆਏ ਆ, ਕਿਸੇ ਦੱਸੇ ਤੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗਗਨਦੀਪ ਸਿੰਘ ਜੀ, ਪਿੰਡ ਨਿਹੋਲਕਾ, ਜ਼ਿਲ੍ਹਾ ਮੋਹਾਲੀ ਹੈ ਜੀ। ਮੈਂ ਪਹਿਲਾਂ 24 ਤਰੀਕ ਨੂੰ ਆ ਰਿਹਾ ਤਾਂ ਜੀ ਆਪਣਾ ਦਿੱਲੀ ਮੋਰਚੇ ਤੇ ਆ, ਤੇ ਮੈਨੂੰ ਰਾਸਤੇ ਵਿੱਚ ਆ ਕੇ ਅੰਬਾਲੇ ਫੋਨ ਆ ਗਿਆ ਵੀ ਦਾਦੀ ਜੀ ਐਕਸਪਾਇਰ ਹੋ ਗਏ ਆ, ਤੇ ਮੈਂ ਅੰਬਾਲੇ ਤੇ ਵਾਪਸ ਗਿਆ ਤੇ ਉਹਨਾਂ ਦੇ ਸੰਸਕਾਰ ਕਰਕੇ 1 ਵਜੇ ਤੇ 3 ਵਜੇ ਮੈਂ ਦੁਬਾਰਾ ਵਾਪਸ ਦਿੱਲੀ ਪਹੁੰਚ ਗਿਆ। ਤੇ ਜਦ ਤੱਕ ਕਿਸਾਨੀ ਸੰਘਰਸ਼ ਤੇ ਚੱਲੂਗਾ ਮੈਂ ਉਹਨਾਂ ਦੇ ਨਾਲ, ਕਿਸਾਨਾਂ ਦੇ ਨਾਲ ਰਹੂੰਗਾ। ਉਰੀ ਆ ਵੀਰੇ ਨਾਂ ਦੇ ਨਾਰਾ ਬਲੇ ਸੋਨਾ किसान एकता जिंदाबाद, किसान एकता जिंदाबाद, किसान एकता जिंदाबाद, बोले सोनिया श्री अकाल। ਇੱਕ ਮਿੰਟ ਸ਼ਾਂਤੀ ਦਿਓ ਜੀ। ਆ ਬੱਚੇ ਦੀ ਆਵਾਜ਼ ਜਿਹੜੀ ਹੈ ਨਾ, ਸਾਰੇ ਸੁਣੋ। ਵੇਖੋ ਆਪਾਂ ਐਵੇਂ ਘਬਰਾਏ ਪਏ, ਵੇਖੋ ਜਜ਼ਬਾ ਵੇਖੋ। ਕੀ ਘਟਨਾ ਵਾਪਰੀ ਸੀ, ਕਿਉਂ ਵਾਪਸ ਗਏ ਸਾਰੇ, ਇੱਕ ਵਾਰੀ ਦੁਬਾਰਾ ਦੱਸੋ। ਉਹ ਥੋੜੇ ਬਿਮਾਰ ਹੋ ਗਏ ਸੀ ਪਹਿਲਾਂ। ਕਿੰਨਾਂ ਦੇ ਨਾਲ ਘਟਨਾ ਵਾਪਰੀ ਤੁਹਾਡੇ? ਮੇਰੇ ਦਾਦੀ ਆ ਜੀ। ਦਾਦੀ ਜੀ? ਹਾਂਜੀ ਵੇਖੋ ਇਹਨਾਂ ਦੇ ਦਾਦੀ ਜੀ ਦੀ ਡੈਥ ਹੋ ਗਈ, ਰਸਤੇ 'ਚੋਂ ਮੁੜ ਕੇ ਗਏ, ਸੰਸਕਾਰ ਕਰਕੇ ਫਿਰ ਇੱਥੇ ਆ ਗਿਆ। ਸੋ ਇਹ ਗੱਲ ਨਹੀਂ, ਜਜ਼ਬਾ ਪੂਰਾ। ਕਿਸਾਨਾਂ ਦੇ ਨਾਲ ਰਹੂੰਗੇ ਜਦ ਤੱਕ। ਖੜੇ ਆ ਸਾਰੇ ਹੀ, ਖੜੇ ਆ ਡਟ ਕੇ। ਬਾਬੇ ਦੀ ਕਿਰਪਾ ਨਾਲ ਲੰਗਰ ਖੁੱਲੇ ਚੱਲਦੇ ਤੇ ਏਦਾਂ ਹੀ ਚੱਲਦੇ ਰਹੋਗੇ ਜੀ। ਵਾਪਸ ਆ ਗਏ ਜੀ। ਹਾਂਜੀ 2 ਘੰਟਿਆਂ ਬਾਅਦ ਵਾਪਸ ਆ ਗਏ। 2 ਘੰਟਿਆਂ ਬਾਅਦ? 2 ਘੰਟੇ ਬਾਅਦ 1 ਵਜੇ ਸੰਸਕਾਰ ਹੋਈ ਜੀ ਆ ਆਪਣਾ। ਜਦੇ ਆਪਣੇ ਬਾਬੇ ਗੁਰੂ ਘਰ ਦਾ ਕੰਮ ਆਪਣਾ ਸੇਵਾ ਕਰਕੇ ਜਦੇ 3 ਵਜੇ ਵਾਪਸ ਆ ਗਏ ਜੀ। ਵੇਖੋ 1 ਵਜੇ ਸੰਸਕਾਰ ਤੇ 3 ਵਜੇ ਵਾਪਸੀ ਸੰਘਰਸ਼ ਦੇ ਉੱਤੇ। ਇਹ ਲਾਮਬੰਦਗੀ ਹੈ ਸਾਡੀ। ਹਾਂਜੀ ਹਾਂਜੀ। ਤੇ ਆਉਣ ਦਾ ਪ੍ਰਬੰਧ ਹੈ ਨਹੀਂ ਦਾ ਹੀ ਕੋਈ ਆ। ਆਪਣਾ ਸ਼ਹਿਰ ਕਰਾਲੀ ਆ ਜੀ। ਕਰਾਲੀ ਤੇ ਕਿਸੇ ਨਾਲ ਮੋਟਰਸਾਈਕਲ ਬਹਿ ਕੇ ਲਾਂਡਰਾ ਤੱਕ ਆਈ, ਲਾਂਡਰਾ ਤੇ ਐਂਬੂਲੈਂਸ ਮਿਲੀ ਆ। ਉਹਨੇ ਸਾਨੂੰ ਬਨੋੜ ਵਜਾਇਆ ਜੀ। ਬਨੋੜ ਤੇ ਇੱਕ ਮੁੰਡਾ 44 ਸੈਕਟਰ ਮਾ ਜੀ, ਕਰਨਾਲ ਦਾ ਉਹ ਨੌਕਰੀ ਕਰਦਾ, ਆਰਕੀਟੈਕਟ ਦੀ ਆ। ਉਹਨੇ ਨੌਕਰੀ ਤੇ ਸਾਨੂੰ ਕਰਨਾਲ ਛੱਡਿਆ ਜੀ। ਕਰਨਾਲ ਤੇ ਸਾਨੂੰ ਹਰਿਆਣੇ ਵਾਲੇ ਵੀਰ ਮਿਲੇ। ਹਰਿਆਣੇ ਵਾਲੇ ਵੀਰਾਂ ਨਾਲ 11 ਵਜੇ ਦਾ ਪਿੱਛੇ ਜਾਮ ਲੱਗਿਆ ਤਾਂ 11 ਵਜੇ ਪਹੁੰਚਿਆ ਜੀ। ਸਾਡਾ ਉਹ ਟਿੱਬੀ ਸਾਹਿਬ ਰੋਪੜ ਕੋਲ ਨਿਹੋਲਕੇ ਦੀਆਂ ਮਸ਼ੀਨਾਂ ਲੱਗੀ ਹੋਈ ਕੱਪੜੇ ਧੋਣੇ ਦੀ ਜੀ। 11 ਵਜੇ ਮੈਂ ਉੱਥੇ ਦਾ ਪੈਦਲ ਚੱਲ ਕੇ ਹੀ ਆਪਣੇ ਲੰਗਰ ਤੱਕ ਹੀ ਮੈਂ 4:48 ਪਾ ਪਹੁੰਚਿਆ ਜੀ। 11 ਵਜੇ ਦਾ ਚੱਲਿਆ ਬਾਈ ਤੁਰ ਕੇ। ਆ ਸੁਣ ਲਓ ਜੀ, ਵੇਖੋ ਵਿਦੇਸ਼ਾਂ 'ਚ ਬੈਠੀ ਆ ਸੰਗਤੋਂ, ਬੜੇ ਫੋਨ ਆ ਰਹੇ ਨੇ, ਬੜੇ ਸਾਨੂੰ ਪਤਾ ਤੁਹਾਡੀ ਰੂਹ ਇੱਥੇ ਵੱਸਦੀ ਪਈ ਆ। ਆ ਵੇਖੋ ਆ ਜਜ਼ਬੇ ਇਦਾਂ ਪਹੁੰਚੇ ਆ। ਇਹ ਨਹੀਂ ਕੋਈ VIP ਸਕਾਟ ਲੱਗੀ ਆ। ਜਿੱਦਾਂ ਵੀ ਹੋ ਸਕਿਆ, ਜਿੱਦਾਂ ਵੀ ਹੈ, ਕਿਤੇ ਐਂਬੂਲੈਂਸ 'ਚ ਬਹਿਣਾ ਪਿਆ, ਕਿਤੇ ਟਰਾਲੀ 'ਚ ਬਹਿਣਾ ਪਿਆ, ਬੱਸੇ ਬਹਿਣਾ ਪਿਆ, ਕਰਾ ਕੇ ਇੱਥੇ ਪਹੁੰਚੇ, ਸੰਘਰਸ਼ 'ਚ ਸ਼ਾਮਲ ਹੈ। ਆਪਣੀ ਦਾਦੀ ਦਾ ਸੰਸਕਾਰ ਕਰਕੇ 2 ਘੰਟਿਆਂ ਬਾਅਦ ਫਿਰ ਚੱਲ ਪਏ ਨੇ। ਸੋ ਐਸੇ ਜਜ਼ਬੇ ਵਾਲੇ ਸਾਡੇ ਸਿੰਘ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜ਼ਿਲ੍ਹਾ ਗੁਰਦਾਸਪੁਰ, ਹਾਂਜੀ, ਧਰਤੀ ਬਾਬਾ ਡੇਰਾ ਬਾਬਾ ਨਾਨਕ, ਜਿੱਥੇ ਗੁਰੂ ਸਾਹਿਬ ਨੇ ਆਪਣਾ ਹਾਲ ਖੇਤੀ ਕਰਕੇ ਲੋਕਾਂ ਨੂੰ ਸੱਚੀ ਕਿਰਤ ਕਰਨ ਵਾਸਤੇ ਸਿਖਾਇਆ। ਉਹੋ ਹੀ ਕਿਸਾਨੀ ਬਾਬੇ ਨਾਨਕ ਵਾਲੀ ਜਿਹੜੀ ਸਾਡੀ ਮੋਦੀ ਸਰਕਾਰ ਨੇ ਲਿਆਂਦੀ ਆ, 2 ਘਰਾਨਾਂ ਨੂੰ ਪਾਸ ਕਰਨ ਵਾਸਤੇ ਤੇ ਸਾਰੇ ਦੇਸ਼ ਨੂੰ ਪੁੱਟਣ ਵਾਸਤੇ ਇਹ ਬੀੜਾ ਲਿਆ। ਜੇ ਅਸੀਂ ਪਾਕਿਸਤਾਨ ਤੋਂ ਉਜੜ ਕੇ ਆਪਣੇ ਤਨ ਤੇ ਕੱਪੜਾ ਨਹੀਂ ਲੈਂਦੇ, ਪਾਕਿਸਤਾਨ ਨੂੰ ਉਜੜ ਕੇ, ਤੇ ਸਾਰੀ ਆਪਣੀ ਧਰਤੀ ਬੰਜਰ ਜਿਹੜੀ ਸਾਨੂੰ ਮਿਲੀ ਸੀ, ਉਹ ਸਾਰੀ ਬੰਜਰ ਜਿਹੜੀ ਅਸੀਂ ਖੇਤੀ ਯੋਗ ਬਣਾਈ, ਖੂਹਾਂ ਦੀ ਵਾਹੀ ਸੀ, ਫਲੇ ਵਾਹੇ, ਹਲ ਵਾਇਆ। ਤੇ ਤੁਹਾਨੂੰ ਪਤਾ ਵੀ ਜਿਹੜੀ ਕਿਸਾਨੀ ਆ ਇਹ ਬੜੀ ਔਖੀ ਆ, ਇਹ ਸੌਖੀ ਨਹੀਂ। ਜੱਟ ਦਾ 1 ਇੰਚ ਥਾਂ ਦੂਜੇ ਜੱਟ ਵੱਲ ਚੱਲ ਜੇ ਨਾ, ਤੇ ਖੇਤੀ ਜਿਹੜੀ ਹੈ ਨਾ, ਬੰਨਾ ਨਹੀਂ ਗਾਂ ਜਾਣ ਦੇਗਾ। ਉਹ ਆਖੇਗਾ ਮੇਰੀ ਬੰਨਾ ਵੱਢ ਕੇ ਤੇ ਤੂੰ ਮੇਰੀ ਫਸਲ ਜਿਹੜੀ ਜ਼ਮੀਨ ਉਹ ਲੈਣ ਡਿਆ।
ਜਿਹੜੀ ਆ ਜ਼ਮੀਨ ਅਸੀਂ ਬੜੀ ਔਖੀ ਬਣਾਈ ਆ ਅਸੀਂ